मैं ਲੈਕਚਰ ਨਹੀਂ ਦੇ ਰਿਹਾ, ਸਿਰਫ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਭਈ ਬੰਦੇ ਨੂੰ ਤੁਸੀਂ ਕੰਮ ਨਾਲ ਹੁੰਦੀ ਹੈ, ਨਾ ਕਿ ਵੱਡੀਆਂ ਕਾਰਾਂ ਤੇ ਕੋਠੀਆਂ ਨਾਲ, ਸਮਝੀ? ਇਹ ਸਮਝ ਆਪਣੇ ਕੋਲ ਹੀ ਰੱਖੋ। ਅੱਛਾ ਗੁੱਸਾ ਕਿਉਂ ਕਰਦੀ ਹੈ? ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ? ਨਾ ਤੁਸੀਂ ਮਰੀਜ਼ਾਂ ਦੇ ਚੈੱਕਅਪ ਦੀ ਫੀਸ ਨਹੀਂ ਵਧਾ ਸਕਦੇ। 50 ਰੁਪਏ ਵੀ ਕੋਈ ਫੀਸ ਹੁੰਦੀ ਆ, ਉਲਟਾ ਉਹ ਵੀ ਨਹੀਂ ਲੈਂਦੇ ਕਈ ਵਾਰੀ। ਤੁਹਾਨੂੰ ਪਤਾ ਲੋਕ ਕੀ ਸੋਚਦੇ ਆ? ਕੀ ਸੋਚਦੇ ਆ? ਬਈ ਸ਼ਾਇਦ ਤੁਸੀਂ ਨਲਾਇਕ ਡਾਕਟਰ ਹੋ, ਇਸ ਕਰਕੇ ਫੀਸ 50 ਰੁਪਏ ਰੱਖੀ ਹੈ। ਫੀਸ ਜ਼ਿਆਦਾ ਲੈਣਾ ਮੈਂ ਲਾਇਕ ਬਣ ਜਾਵਾਂਗਾ। ਤੇਰਾ ਕੋਈ ਦੋਸ਼ ਨਹੀਂ ਅੰਜਲੀ। ਆ ਸਰਮਾਏਦਾਰੀ ਪ੍ਰਬੰਧ ਨੇ ਮਨੁੱਖ ਦੀ ਲਿਆਕਤ ਨੂੰ ਪੈਸੇ ਨਾਲ ਜੋੜ ਦਿੱਤਾ ਤੇ ਉਹ ਇਸ ਵਿੱਚ ਸਫਲ ਵੀ ਹੋ ਗਿਆ। ਨਾਲੇ ਤੈਨੂੰ ਕਿਵੇਂ ਪਤਾ ਮੈਂ 50 ਰੁਪਏ ਫੀਸ ਲੈਣਾ? ਸਭ ਪਤਾ। ਇਹ ਵੀ ਪਤਾ ਕਿ ਮਰੀਜ਼ਾਂ ਨੂੰ ਮੁਫਤ ਦਵਾਈ ਤੇ ਪੈਸੇ ਵੀ ਦਿੰਦੇ ਹੋ। ਦਾਤੇ ਜੋ ਹੋਏ। ਦੇਖੋ ਜੀ, ਮੇਰੇ ਕੋਲ ਆਉਂਦੇ ਨੇ ਪਿੰਡਾਂ ਦੇ ਗਰੀਬ ਬੰਦੇ ਜਿਹੜੇ ਪਹਿਲੇ ਹੀ ਵਕਤ ਦੇ ਮਾਰੇ ਹੁੰਦੇ ਨੇ, ਜੋ 50 ਰੁਪਏ ਫੀਸ ਵੀ ਮੁਸ਼ਕਲ ਨਾਲ ਦੇ ਸਕਦੇ ਨੇ। ਕਿਉਂ? ਜੇ ਸ਼ਹਿਰ ਦੇ ਮਰੀਜ਼ ਆ ਜਾਣ ਤਾਂ ਕੀ ਮਾੜਾ? ਸ਼ਹਿਰ ਦੇ ਵੀ ਬਥੇਰੇ ਆਉਂਦੇ ਨੇ। ਸਵਾਹ ਆਉਂਦੇ ਨੇ। ਚੇਤਨ, ਕਦੇ ਤੁਹਾਡਾ ਜੀ ਨਹੀਂ ਕਰਦਾ ਕਿ ਆਪਣਾ ਵੱਡਾ ਸਾਰਾ ਹਸਪਤਾਲ ਹੋਵੇ, ਤੁਹਾਡਾ ਵੱਡਾ ਸਾਰਾ ਰੂਮ ਹੋਵੇ, ਸਟੈਂਡਰਡ ਨਾਮ ਦੀ ਕੋਈ ਚੀਜ਼ ਹੁੰਦੀ ਆ? ਇਹ ਸਟੈਂਡਰਡ ਆਪਣੇ ਕੋਲ ਨਹੀਂ ਰੱਖਿਆ ਜਾਂਦਾ। ਮੇਰਾ ਸਟੈਂਡਰਡ ਹੈ ਕਿ ਮਰੀਜ਼ ਆਵੇ ਤੇ ਪਹਿਲੀ ਵਾਰੀ ਚ ਠੀਕ ਹੋ ਕੇ ਜਾਵੇ। ਮੈਨੂੰ ਆਹੀ ਐਂਬੂਲੈਂਸ ਮੈਨੂੰ ਖਿੱਚ ਚੜਿਆ। ਮੇਰਾ ਟਿਫਨ ਕਿੱਥੇ ਆ? ਇਹਨਾਂ ਕਿਹੜਾ ਮੱਥਾ ਮਾਰੇ, ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਹੈ। ਮੈਂ ਜਾ ਰਿਹਾ ਅੰਜਲੀ। ਟਿਫਨ ਲੈ ਕੇ ਜਾਓ। ਆ ਫੜਾ ਆਪਣਾ ਟਿਫਨ, ਜਾਓ ਤੇ ਆਪਣੇ ਮਰੀਜ਼ ਦਾ ਇਲਾਜ ਕਰੋ। ਹੌਲੀ ਬੋਲਿਆ ਕਰ, ਹੌਲੀ। ਮੈਂ ਤੇਰੇ ਕੋਲ ਹੀ ਖੜਾ, ਕਿਲੋਮੀਟਰ ਦੂਰ ਨਹੀਂ ਖੜਾ। ਜਦ ਬੋਲਣਾ ਹਾਰਟ ਲਈ ਚੰਗਾ ਨਹੀਂ। ਚੰਗਾ ਨਹੀਂ ਹੁੰਦਾ, ਪਤਾ ਮੈਨੂੰ। ਜਾਓ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਛਾਤੀ ਚੀਸਾਂ ਪੈਂਦੀਆਂ, ਕੋਈ ਦਵਾਈ ਦੇ ਦਿਓ। ਡਾਕਟਰ ਸਾਹਿਬ ਆਉਣ ਵਾਲੇ ਨੇ, ਆਪਣਾ ਨਾਮ ਲਿਖਾ ਦਿਓ। ਮੋਗਾ ਸਿੰਘ ਜੀ। ਡਾਕਟਰ ਸਾਹਿਬ ਆਏ ਨਹੀਂ ਹਲੇ। ਆਉਣ ਵਾਲੇ ਨੇ, ਤੁਸੀਂ ਬੈਠ ਜਾਓ। ਕਾਕਾ, ਡਾਕਟਰ ਸਾਹਿਬ ਆਏ ਨਹੀਂ ਹਲੇ। ਕਿਵੇਂ ਆਉਣ ਹੋ ਗਿਆ? ਪਾਪਾ ਜੀ ਡਾਕਟਰ ਸਾਹਿਬ ਦੇ ਆਉਣ ਦਾ ਟਾਈਮ 9 ਵਜੇ ਦਾ ਏ। ਹਲੇ ਨਾ ਬੱਜੇ ਨਹੀਂ। 5 ਮਿੰਟ ਰਹਿੰਦੇ ਨੇ, ਨਾਮ ਲਿਖਾ ਦਿਓ। ਜੈ ਨਾ ਸਿੰਘ ਜੀ। ਬੈਠ ਜਾਓ, ਜਦੋਂ ਤੁਹਾਡੀ ਵਾਰੀ ਆਵੇਗੀ ਤਾਂ ਆਵਾਜ਼ ਮਾਰਾਂਗਾ। ਠੀਕ ਹੈ ਕਾਕਾ। ਮੈਂ ਸੋਚਿਆ ਵੀ ਡਾਕਟਰ ਸਾਹਿਬ ਲੇਟ ਹੋ ਗਏ ਨੇ, ਕਿਤੇ ਅੱਜ ਨਹੀਂ ਆਉਣਾ ਹੋਵੇ। ਬਾਬਾ ਜੀ ਇਹ ਡਾਕਟਰ ਸਾਹਿਬ ਨੇ ਨਾ ਆਉਣਾ ਹੁੰਦਾ ਤਾਂ ਹੁਣ ਤੱਕ ਉਹਨਾਂ ਦਾ ਫੋਨ ਆ ਜਾਣਾ ਸੀ। ਆ ਕਈ ਵਾਰ ਫੋਨ ਚੱਲਦਾ ਵੀ ਨਹੀਂ ਹੁੰਦਾ। ਸਾਡੇ ਵੀ ਲਾ ਕੇ ਗਏ ਸੀ ਪਿੰਡ ਫੋਨ, ਜਿੱਦਣ ਦਾ ਲਾਇਆ ਸਾਲਾ ਚੱਲਦਾ ਘੱਟ ਖੜਾ ਹੀ ਰਹਿੰਦਾ। ਬਾਬਾ ਜੀ ਬਹਿ ਜਾਓ ਆਰਾਮ ਨਾਲ, ਤੁਹਾਡਾ ਨਾਮ ਲਿਖ ਦਿੱਤਾ ਮੈਂ। ਚੰਗੀ ਤਰ੍ਹਾਂ ਲਿਖਦੀ ਕਾਕਾ, ਕਈ ਵਾਰ ਬੰਦਾ ਭੁੱਲ ਵੀ ਜਾਂਦਾ ਹੈ। ਬਾਬਾ ਜੀ ਲਿਖ ਲਿਆ। ਪੁੱਤ ਜੇ ਮੇਰਾ ਨੰਬਰ ਪਹਿਲਾਂ ਲਾ ਦਿੰਦੇ, ਮੈਂ ਜਾ ਕੇ ਸਰੋਂ ਵਿਚਣੀ ਐ। ਬੀਜੀ ਨਹੀਂ ਹਲੇ। ਬੀਜ ਦੇ ਕਿਹੜੇ ਵੇਲੇ? ਆਹੋ ਇਹ ਤੋਂ ਘਰ ਆ ਗਿਆ ਸੀ। ਕਿੰਨੀ ਵਾਰ ਪਿਆ ਪਤੰਦਰ ਨੂੰ ਵੀ ਤਾਂ ਖੜਾ ਮੋੜਿਆ ਕਰ, ਪਰ ਮੰਨਣੀ ਤਾਂ ਹੈ ਨਹੀਂ ਕਿਸੇ ਕੰਜਰ ਦੀ। ਆਉਂਦਾ ਹੋਇਆ ਸੂਏ ਕੋਲ ਬਹਿ ਕੇ ਗੰਨਾ ਚੁੱਕਣ ਲੱਗ ਗਿਆ। ਉੱਥੇ ਹੀ ਬੈਠੇ ਦੇ ਪੈਰ ਤੇ ਕੀੜਾ ਛੂ ਗਿਆ, ਬੈਠਾ ਹੁਣ ਘਰੇ। ਬੜਾ ਮਾੜਾ ਹੋਇਆ ਇਹ ਤਾਂ। ਚਲੋ ਖੈਰ ਰਹਿ ਗਈ, ਚੂਹੇ ਖਾਣੇ ਹੀ ਹੋਣੇ। ਇਹ ਤਾਂ ਪਤਾ ਨਹੀਂ ਕਿ ਚੂਹੇ ਖਾਣਾ ਦੀ ਜਾਂ ਬੰਦੇ ਖਾਣਾ ਦੀ, ਪਰ ਸਾਡਾ ਤਾਂ ਕੰਮ ਠੱਪ ਕਰਦਾ। ਕੱਲ ਦੇ ਪਰਸੋਂ 2 ਦਿਨ ਮੇਰੀ ਬੜੀ ਕੁੜੀ ਦੇ ਸਹੁਰੇ ਖਾ ਗਏ। ਕੀ ਹੋ ਗਿਆ? ਉਹਦਾ ਸਹੁਰਾ ਮਰ ਗਿਆ। ਪਹਿਲਾਂ ਦਾਖਰਾ ਗਿਆ ਏ, ਕੱਲ ਫੁੱਲ ਚੁਕਾਉਣ ਜਾਣਾ ਪਿਆ। ਨੇਰੇ ਹੋਏ ਘਰੇ ਬੜੇ ਫਿਰ ਬੰਦੇ ਦਾ ਕੀ ਪਤਾ ਲੱਗਦਾ। ਹੁਣ ਤਾਂ ਮਿੰਟ ਹੀ ਚੱਕ ਲੋ ਹੋ ਜਾਂਦੀ ਆ। ਇੱਕ ਕਰੋਨਾ ਨੇ ਦੁਖੀ ਕਰ ਛੱਡਿਆ, ਕਿਤੇ ਆਉਣ ਜਾਣ ਜੋਗੇ ਨਹੀਂ ਛੱਡੇ। ਉਹ ਤਾਂ ਹੈ। ਕਾਕਾ ਡਾਕਟਰ ਸਾਹਿਬ ਆਏ ਨਹੀਂ ਹਲੇ। ਸਤਿ ਸ਼੍ਰੀ ਅਕਾਲ ਸਾਹਿਬ। ਲੈ ਵੀ ਡਾਕਟਰ ਤਾਂ ਆ ਗਿਆ। ਕਰਮੀ ਪਿੰਡ ਕੋਟ ਦੂਨੇ। ਆ ਗਈ ਪੁੱਤ। ਮਾਤਾ ਜੀ ਇੱਥੇ ਬੈਠੋ। ਠੀਕ ਹੈ, ਦੱਸੋ ਕੀ ਤਕਲੀਫ ਹੈ? ਵੇ ਪੁੱਤ, ਤਕਲੀਫ ਇੱਕ ਹੋਵੇ ਤਾਂ ਦੱਸਾਂ। ਇੱਥੇ ਤਾਂ ਤਕਲੀਫਾਂ ਹੀ ਤਕਲੀਫਾਂ ਨੇ। ਅੱਬਲ ਤਾਂ ਪੈਨਸ਼ਨ ਟਾਈਮ ਸਿਰ ਨਹੀਂ ਮਿਲਦੀ। ਜੇ ਵਰੇ ਕਾਲੀ ਮਿਲ ਜਾਏ ਤਾਂ ਹੁਣ ਸਾਰ ਨੂੰ ਖੋ ਲੈਂਦੀ ਆ। ਕੰਮ ਨੂੰ ਕਹਿ ਦੋ ਤਾਂ ਦੰਦਲ ਪੈ ਜਾਂਦੀ ਆ। ਧੱਕਾ ਨਹੀਂ ਤੋੜ ਕੇ ਰਾਜੀ। ਚੁਗਲੀਆਂ ਕਰਨ ਨੂੰ ਸਭ ਤੋਂ ਮੂਹਰੇ। ਬੇਵਾ ਬਿਰਦ ਨਹੀਂ ਘਰੇ ਖੜਦੀ, ਮਿੰਟਾਂ 'ਚ ਹੀ ਬਹੁ ਬੀਟ ਹੋ ਜਾਂਦੀ ਆ। ਮੁੰਡਾ ਮੇਰਾ ਅੱਲਾ ਰੱਖੀਦਾ, ਮੈਂ ਤਾਂ ਲੈ ਬੱਸ 'ਚ ਕਰ ਰੱਖਿਆ। ਉਹਦੇ ਮੂਹਰੇ ਚੂ ਨਹੀਂ ਕਰਦਾ। ਮਾਤਾ ਉਮਰ ਕਿੰਨੀ ਹੈ ਤੇਰੀ? 60 ਤੇ 5 ਦੀ ਹੋ ਗਈ। ਤੜਕੇ 4 ਵਜੇ ਉੱਠਦੀ ਆ। 3 ਘਰਾਂ ਦਾ ਗੋਹਾ ਕੂੜਾ ਕਰਕੇ ਆਉਣੀ ਆ। ਆਹ ਹੱਥਾਂ ਪੈਰਾਂ ਦਾ ਪਿਆਈਆਂ ਨਾਲ
ਦੀਆਂ ਖੋਲੀਆਂ 'ਚ ਹੱਥ ਮਾਰਨ ਤੋਂ ਬਚ ਜਾਏਗਾ। ਪਰ ਕਿੱਥੇ ਸੌਂਦਾ, ਲਾ ਕੇ ਬਾਬਰੀਆਂ ਤੇ ਆ ਜੈਲ ਜੀ ਚੜ ਜੂ ਲਫੈਂਡਾ ਨਾਲ ਮੋਟਰਸਾਈਕਲ ਤੇ ਅੱਧੀ ਰਾਤ ਘਰੇ ਵੜਦਾ। ਕੋਲੇ ਨਾਲ ਖੜੀ ਦੇਖਦੀ ਰਹਿਨੀ ਆ, ਹੁਣ ਵੀ ਆਇਆ, ਹੁਣ ਵੀ ਆਇਆ। ਪੁੱਤ ਕਦੇ ਕਦੇ ਤਾਂ ਜੀ ਕਰਦਾ ਹੈ ਜੇ ਰੱਬ ਕਿਤੇ ਮਿਲੇ ਤਾਂ ਉਹਨੂੰ ਪੁੱਛਾ ਤਾਂ ਸਹੀ ਕਿ ਅਸੀਂ ਗਰੀਬਾਂ ਨੇ ਤੇਰਾ ਕੀ ਮਾੜਾ ਕੀਤਾ ਸੀ। ਇਹੋ ਜੇ ਨਰਕ ਨਾਲੋਂ ਤਾਂ ਤੇਰੇ ਵਾਲਾ ਨਰਕ ਹੀ ਚੰਗਾ ਹੋਣਾ। ਮੈਨੂੰ ਤਾਂ ਉੱਤੇ ਹੀ ਸੱਦ ਲੈ। ਮਾਤਾ ਹੌਸਲਾ ਰੱਖ, ਮੈਂ ਸਮਝ ਸਕਦਾ। ਦੱਸੋ ਕੀ ਤਕਲੀਫ ਹੈ? ਲੈ ਪੁੱਤ, ਮੈਂ ਤਾਂ ਗੱਲਾਂ ਗੱਲਾਂ 'ਚ ਭੁੱਲ ਹੀ ਗਈ। ਚੰਗਾ ਹੋ ਗਿਆ ਤੂੰ ਯਾਦ ਕਰਾਤਾ। ਆ 10-15 ਦਿਨਾਂ ਤੋਂ ਪੱਖੀ ਤੋਂ ਉੱਤੇ ਨੂੰ ਚੀਜ਼ ਜੀ ਉੱਠਦੀ ਆ। 1 ਮਿੰਟ ਲਈ ਤਾਂ ਐ ਲੱਗੂ ਮੈਂ ਤਾਂ ਗਈ, ਫਿਰ ਬਿੰਦ 'ਚ ਲੱਗੂ ਕੁਛ ਨਹੀਂ ਹੋਇਆ। ਆ ਆਪਣੀ ਗਵਾਂਢਣ ਮਿੰਦੋ ਨੇ ਦੱਸ ਪਾਈ ਸੀ, ਕਹਿੰਦੀ ਤੂੰ ਡਾਕਟਰ ਚੇਤੇ ਕੋਲ ਜਾ, ਜਮਾ ਠੀਕ ਕਰ ਦੂ। ਮਾਤਾ ਸਾਹ ਲੈਣ ਵੇਲੇ ਤਕਲੀਫ ਹੁੰਦੀ ਹੈ? ਨਾ ਭਾਈ, ਹੁਣ ਤਾਂ ਭੋਰਾ ਨਹੀਂ ਹੁੰਦੀ, ਪਰ ਜਦੋਂ ਚੀਜ਼ ਪੈਂਦੀ ਆ ਉਦੋਂ ਔਖਾ ਜਿਹਾ ਹੁੰਦਾ ਹੈ। ਆ ਪਿੱਠ ਸਿੱਧੀ ਕਰੋ। ਆ ਪਿੱਠ 'ਚ ਦਰਦ ਹੁੰਦਾ ਹੈ? ਨਾ ਭਾਈ, ਪਿੱਠ ਤਾਂ ਠੀਕ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਬੇਬੇ, ਬਿਲਕੁਲ ਠੀਕ ਹੋ ਜਾਏਗੀ। ਪੁੱਤ ਠੀਕ ਕਰ ਦੇ। ਆ ਰੋਜ਼-ਰੋਜ਼ ਬੱਸਾਂ 'ਚ ਧੱਕੇ ਖਾਣੇ ਕਿਹੜਾ ਸੌਖੇ ਆ। ਇੱਕ ਕਰੋਨਾ ਤੋਂ ਡਰ ਲੱਗਦਾ, ਪਤਾ ਨਹੀਂ ਕਿਹੜੇ ਵੇਲੇ ਚਿੰਬੜ ਜੇ। ਐਂ ਲੱਗਦਾ ਹੈ ਜਿਵੇਂ ਕੋਈ ਭੂਤ ਆ ਗਿਆ ਹੋਵੇ। ਪੁੱਤ ਠੀਕ ਤਾਂ ਹੋ ਜੂ। ਮਾਤਾ ਜਮਾ ਠੀਕ ਹੋ ਜਾਏਗੀ। ਸੁੱਖੀ ਐਂ ਕਰ, ਮਾਤਾ ਜੀ ਦੀ ECG ਕਰਕੇ ਫਟਾਫਟ ਦਿਖਾ ਮੈਨੂੰ। ਆਓ ਮਾਤਾ ਜੀ। ਪੁੱਤ ਮੇਰੀ ਵੀ ਲੋੜ ਪਊਗੀ ਕਿ ਸਾਜੂ? ਮਾਤਾ ਨਾਲ ਜਾਣਾ ਪੈਣਾ। ਕਿਸੇ ਦੀ ਛੋਟੀ ਹੋਣੀ ਆ, ਮੇਰੀ ਨਹੀਂ। ਗੋਗਾ ਸਿੰਘ ਅੰਦਰ ਜਾਓ। ਕਾਕਾ ਮੇਰਾ ਨੰਬਰ ਕਦ ਆਊਗਾ? ਮੈਂ ਜਾ ਕੇ ਸਰੋਂ ਖਿੱਚਣੀ ਹੈ। ਘਰ 'ਚ ਪਹਿਲਾਂ ਵੀ ਕਿਸੇ ਦੇ ਇਸ ਤਰ੍ਹਾਂ ਦਰਦ ਹੁੰਦਾ? ਨਾ ਜੀ, ਸਾਰੇ ਘੋੜੇ ਵਾਂਗੂ ਫਿਰਦੇ ਨੇ। ਸ਼ਰਾਬ ਲੱਗਦਾ ਗੀਜੇ 'ਚ ਪਾਈ ਰੱਖਦਾ। ਕਿਹੜਾ ਕੰਜਰ ਕਹਿੰਦਾ ਬੰਦੇ ਮਹਾਰਾਜ ਦੀ ਸੋਹਣੀ, ਆਪਾਂ ਤਾਂ ਕਦੇ ਹੱਥ ਨਹੀਂ ਲਾਇਆ। ਐਵੇਂ ਕੋਈ ਕੰਜਰ ਖਾਰ ਖਾਂਦਾ ਹੋਊ। ਪੱਕਾ ਵੱਢ ਖਾਣਿਆਂ ਦਾ ਸੁਰਤੂ ਹੋਣਾ। ਉਸੇ ਨੇ ਗੱਲ ਕਰੀ ਹੋਣੀ ਆ। ਸਮਝ ਗਿਆ ਮੈਂ, ਕਰਦਾ ਗੱਲ ਜਾ ਕੇ। ਕਿਹੜਾ ਸੁਰਤੂ? ਰਿਪੋਰਟ 'ਚ ਆਇਆ ਤੇਰੇ ਲੀਵਰ ਨੂੰ ਸੋਜ ਆਈ ਹੋਈ ਹੈ, ਸ਼ਰਾਬ ਜ਼ਿਆਦਾ ਪੀਤੀ ਜਾ ਰਹੀ ਹੈ। ਦੇਖੋ ਡਾਕਟਰ ਸਾਹਿਬ, ਦਿਨੇ ਤਾਂ ਆਪਾਂ ਝਾਕਦੇ ਨਹੀਂ ਜੀ ਬੋਤਲ ਬੰਨੀ, ਆ ਰਾਤ ਨੂੰ ਪੀਨੇ ਆ। ਮੰਗਲਵਾਰ ਨੂੰ ਤਾਂ ਜਮੀ ਹੱਥ ਨਹੀਂ ਲਾਉਂਦੇ। ਆ ਪਿਛਲੇ ਸਾਲ 6 ਮਹੀਨਿਆਂ ਦਾ ਨੇ ਪਾਇਆ। ਮਜਾਲ ਹੈ ਕਦੇ ਹੁਣ ਕੁੱਟੀ ਹੋਵੇ। ਸਾਲੇ ਦੇ ਮੁੰਡੇ ਦਾ ਮੰਗਣਾ ਹੋਇਆ, ਬੜਾ ਜ਼ੋਰ ਲਾਇਆ ਮੇਰੇ ਸਾਲੇ। ਕਹਿੰਦਾ ਪੀ, ਮੈਂ ਕਿਹਾ ਨਾ। ਉਹਦਾ ਮੁੰਡਾ ਕਹਿੰਦਾ ਪੀ, ਮੈਂ ਕਿਹਾ ਜਮਾ ਹੀ ਨਹੀਂ। ਆਪਾਂ ਨੇਮ ਨਹੀਂ ਤੋੜਿਆ ਜੀ। ਸਾਲਾ ਰੁੱਸ ਗਿਆ। ਮੈਂ ਕਿਹਾ ਰੁੱਸ ਜਾ, ਆਪਾਂ ਨੇਮ ਦੇ ਪੱਕੇ ਆ। ਬਸ ਫਿਰ ਪੱਕਾ ਹੀ ਨੇਮ ਪਾ ਲਾ ਵੀ ਸ਼ਰਾਬ ਨਹੀਂ ਪੀਣੀ। ਸ਼ੌਂਕ ਨੂੰ ਥੋੜਾ ਪੀਨੇ ਆ ਜੀ। ਮਨ ਦੁਖੀ ਹੁੰਦਾ ਤਾਂ ਪੀਨੇ ਆ। ਮੀਂਹ ਜ਼ਿਆਦਾ ਪੈ ਜਾਏ ਤਾਂ ਦੁਖੀ ਹੋ ਕੇ ਪੀਣੀ ਪੈਂਦੀ ਹੈ। ਘੱਟ ਪਵੇ ਤਾਂ ਸੋਕੇ ਕਰਕੇ ਪੀਣੀ ਪੈਂਦੀ ਹੈ। ਫਸਲ ਜੇ ਸੁੱਕੀ ਸੌਂਦੀ ਪੁੱਗ ਵੀ ਜਾਏ ਤਾਂ ਮੰਡੀਆਂ ਜਾ ਕੇ ਰੋਲਣਾ ਪੈਂਦਾ। ਉੱਦਾਂ ਪੂਰਾ ਮੁੱਲ ਨਹੀਂ ਮਿਲਦਾ। ਹੁਣ ਤੁਸੀਂ ਦੱਸੋ, ਪੁੱਤਾਂ ਵਾਂਗੂ ਪਾਲੀ ਫਸਲ ਨੂੰ ਆ ਮੰਡੀਆਂ 'ਚ ਰੋਲਦੇ ਦੇਖਿਆ ਜਾਂਦਾ? ਆ ਪਿਛਲੇ ਸਾਲ ਕਰੋਨਾ ਆ ਗਿਆ, ਸਬਜ਼ੀਆਂ ਭੰਗ ਦੇ ਭਾ ਗਈਆਂ। ਤਾਂ ਹੀ ਤਾਂ ਛਾਤੀ ਚੀਸਾਂ ਪੈਂਦੀਆਂ। ਸਾਰੀ ਰਾਤ ਨੀਂਦ ਨਹੀਂ ਆਉਂਦੀ। ਆਵੇ ਵੀ ਕਿਵੇਂ, ਦੁਖੀ ਹੋਏ ਪਏ ਆ। ਆ ਸਿਸਟਮ ਨੇ ਸਟ੍ਰੈਸ ਪਾਇਆ ਹੋਇਆ ਲੋਕਾਂ ਦੇ ਦਿਮਾਗ ਤੇ, ਇਸੇ ਕਰਕੇ ਬਿਮਾਰੀਆਂ ਲੱਗਦੀਆਂ ਨੇ। ਚਲ ਹੁਣ ਛੱਡ, ਆ ਦਵਾਈ ਲਿਖੀ ਹੈ, ਖਾ ਲਈ ਧਿਆਨ ਨਾਲ। ਤੇ ਹਾਂ ਹੁਣ ਸ਼ਰਾਬ ਨਹੀਂ ਪੀਣੀ। ਆ ਦੂਰ ਨਾ ਜਾਓ। ਸਾਡੇ ਪਿੰਡ ਨਾਜਰ ਬਾਗੜੀਆਂ ਦਾ ਰਾਤ ਨੂੰ ਮੰਡੀ 'ਚ ਸੁੱਤਾ ਹੀ ਰਹਿ ਗਿਆ ਵਿਚਾਰਾ। ਕਣਕ ਦੀ ਬੋਲੀ ਨਹੀਂ ਗਈ ਪੁੱਤਰਾਂ ਦੇ। ਕਣਕ ਨੂੰ ਬਿਨਾਂ ਦੇ ਕੀ ਕਹਿ ਦਿੰਦਾ, ਕੱਲ ਦਿੱਲੀ ਹੈ ਧੁੱਪ ਲਵਾ ਹੋਰ ਨਾ ਤਾਂ ਸੂਰਜ ਢੇਰੀ ਚ ਵਾੜ ਦਈਏ। ਨਾਜਰ ਵਿਚਾਰਾ ਦਾ ਦਿਲ ਲਾ ਗਿਆ। ਰਾਤ ਨੂੰ ਕਣਕ ਦੀ ਢੇਰੀ ਦੇ ਉੱਤੇ ਹੀ ਸੁੱਤਾ ਰਹਿ ਗਿਆ। ਤੜਕੇ ਨੂੰ ਕੰਜਰ ਆ ਕੇ ਕਹਿੰਦੇ ਟੈਕ ਹੋ ਗਿਆ ਤਾਂ ਮਰ ਗਿਆ। ਨਾ ਟੱਟੂ ਟੈਕ ਹੋ ਗਿਆ। ਚੰਗਾ ਭਲਾ ਤਾਂ ਸੀ, ਆ ਮੰਡੀ ਵਾਲਿਆਂ ਨੇ ਮਾਰਿਆ। ਬੋਲੀ ਨਹੀਂ ਲਾਈ 15 ਦਿਨ, ਫਿਰ ਹੱਥਾਂ ਨੂੰ ਕਣਕ ਤੋਲਤੀ। ਨਾ ਕੋਈ ਪੁੱਛੇ ਵੀ ਹੁਣ ਕਿਵੇਂ ਸੁੱਕ ਗਈ। ਚਾਰ ਦੇ ਸਾਨੂੰ ਰੋਜ਼ ਖਬਰ ਪੜੀਦਾ ਜੀ। ਦਾਣੀ ਬੰਨਮਾ ਇੱਕ ਕਿਸਾਨ ਭਾਈ ਆਤਮ ਹੱਤਿਆ ਕਰਦਾ ਪੰਜਾਬ 'ਚ ਦੁਖੀ ਹੋ ਕੇ। ਨਾ ਹੁਣ ਤੁਸੀਂ ਕਹੋਗੇ ਵੀ ਸਾਰਿਆਂ ਨੂੰ ਅਟੈਕ ਹੁੰਦਾ? ਦੱਸੋ, ਤੁਸੀਂ ਤਾਂ ਸਿਆਣੇ ਹੋ ਜੀ। ਐਸੀਆਂ ਤਰੱਕੀਆਂ ਨੂੰ ਚੱਟਣਾ ਹੈ ਜਿੱਥੇ ਤੁਹਾਡਾ ਅੰਨਦਾਤਾ ਹੀ ਰੋਜ਼ ਮਰੀ ਜਾਵੇ। ਮਾਰਦੇ ਨੇ ਗੱਲਾਂ ਵੱਡੀਆਂ ਜਿਵੇਂ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ। ਸਭ ਪਤਾ ਹੈ। ਮਜਬੂਰੀ 'ਚ ਪੀਣੀ ਪੈਂਦੀ ਹੈ ਜੀ, ਮਜਬੂਰੀ 'ਚ। ਨਹੀਂ ਕਿਹਦਾ ਜੀ ਕਰਦਾ ਪੀਣ ਨੂੰ। ਡਾਕਟਰ ਚੇਤਾ ਤਾਂ ਵਿਚਾਰਾ ਸਾਡੇ ਭਲੇ ਨਹੀਂ ਕਹਿੰਦਾ। ਹੁਣ ਕਰਦਾ ਬੰਦ। ਭਾਈ ਜਾਨ ਹੈ ਤਾਂ ਜਹਾਨ ਹੈ। ਜਾਓ ਮਾਤਾ ਜੀ, ਦਿਖਾ ਦਿਓ ਡਾਕਟਰ ਸਾਹਿਬ ਨੂੰ ECG ਜਾ ਕੇ। ਚੰਗਾ ਭਾਈ ਜਾ। ਚੰਗਾ ਭਾਈ ਚੰਗਾ। ਸਤਿ ਸ੍ਰੀ ਅਕਾਲ। ਕਾਕਾ ਮੇਰਾ ਨੰਬਰ ਕਦ ਆਊਗਾ? ਸਤਿ ਸ੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? 75 ਸਿੰਘ। ਲੈ ਪੁੱਤ ਛੇਤੀ ਛੇਤੀ ਦੇਖ।
माता ईसीजी तो तेरी ठीक है, मैं दवाई लिख रहा, खाएंगी ना? ਖਾਣੀ ਤਾਂ ਪਊ ਪੁੱਤ, ਬਿੰਦਸ ਦਾ ਸਾਹ ਚੜ ਜਾਂਦਾ, ਮੁੜਕੋ ਮੁੜਕੀ ਹੋ ਲੈਣੀ ਆ। ਚੱਲ ਇਹ ਦਵਾਈ ਮਹੀਨੇ ਦੀ ਹੈ, ਖਾ ਲਈ ਧਿਆਨ ਨਾਲ। ਪੈਸੇ ਕਿੰਨੇ ਨੇ ਤੇਰੇ ਕੋਲ? ਇਸ ਵੇਲੇ ਤਾਂ 3 ਕੁ ਸਹੀ ਆ। ਚੱਲ ਦੇਖ, ਮੈਂ ਆ ਪਰਚੀ ਤੇ ਨਿਸ਼ਾਨੀ ਲਾ ਦਿੱਤੀ ਹੈ ਹਰੀ, ਬਾਹਰੋਂ ਦਵਾਈ ਲੈ ਲਾ ਤੇ ਪੈਸੇ ਦੇਣ ਦੀ ਲੋੜ ਨਹੀਂ। ਅੱਛਾ ਪੁੱਤ, ਜਿਉਂਦਾ ਵਸਦਾ ਰਹਿ ਪੁੱਤ, ਵਾਹਿਗੁਰੂ ਤੇਰੀਆਂ ਜੜ੍ਹਾਂ ਪਤਾਲ ਚਲਾਵੇ। ਚੰਗਾ ਪੁੱਤ ਸੁਖੀ। ਕਾਕਾ ਮੇਰਾ ਨੰਬਰ ਕਿਆ ਆਊਗਾ? ਪਹਿਲਾਂ ਮੇਰਾ ਮਰੀਜ਼ ਬਾਹਰ ਆ ਲੈਣ ਦਿਓ, ਫਿਰ ਤੁਹਾਡਾ ਨੰਬਰ ਆਊਗਾ। ਨਾਲੇ ਮੈਂਗਲ ਨੇ ਤੁਹਾਡੀ ਦਾ ਸਪਾਈ ਸੀ, ਕਹਿੰਦਾ ਬੜਾ ਹੀ ਵਧੀਆ ਡਾਕਟਰ ਆ, ਇੱਕ ਵਾਰੀ ਚੀਜ਼ ਦੁੱਖ ਤੋੜ ਦਿੰਦਾ ਹੈ, ਮੁੜ ਕੇ ਜਾਣ ਦੀ ਲੋੜ ਨਹੀਂ ਪੈਂਦੀ। ਪਿੰਡੋਂ ਪਹਿਲੀ ਬੱਸ ਫੜੀ ਤੇ ਅੱਪੜ ਗਿਆ ਇੱਥੇ। ਦੱਸੋ ਕੀ ਤਕਲੀਫ ਹੈ? ਮੇਰੇ ਨਾਲ ਜੀ ਦਿਲ 'ਚ ਝਾਪਟੇ ਜੇ ਪੈਂਦੇ ਨੇ, ਢਿੱਡ 'ਚ ਕਦੇ ਕਦੇ ਧੂੰਬੀ ਜੀ ਵੱਜਦੀ ਹੈ, ਕਦੇ ਢੋਲ ਜਾ ਵੀ ਵੱਜਦਾ, ਤੋੜ ਹੁੰਦੀ ਹੈ, ਸਮਝ ਹੀ ਨਹੀਂ ਪੈਂਦੀ ਕੀ ਹੋ ਰਿਹਾ। ਕੋਈ ਢੋਲ ਤਾਂ ਨਹੀਂ ਖਾ ਗਿਆ ਕਿਤੇ? ਨਹੀਂ ਆ ਜੀ, ਐਤਕੀ ਸਿਆਲ 'ਚ 2 ਪਾਈ ਸੀ, ਢਿੱਡ 'ਚ? ਨਾ ਨਾ ਜੀ, ਖੇਤ ਪਾਈ ਸੀ। ਓਏ ਮੈਂ ਢੋਲ ਦੀ ਗੱਲ ਕਰਦਾ। ਮੈਂ ਵੀ ਢੋਲ ਦੀ ਓ ਗੱਲ ਕਰਦਾ ਜੀ, ਦਾਰੂ ਵਾਲੀ ਜੀ। ਹੋਰ ਕੋਈ ਤਕਲੀਫ? ਨਾ ਜੀ, ਬਸ ਦਿਲ 'ਚ ਝਪਕੇ ਪੈਂਦੇ ਨੇ। ਕੱਲ ਦੀ ਤਾਂ ਸਾਹ ਲੈਣ 'ਚ ਤਕਲੀਫ ਜ਼ਿਆਦਾ ਹੋਣ ਲੱਗ ਪਈ। ਪਿੰਡੋਂ ਗੋਲੀਆਂ ਵੀ ਲਈਆਂ ਪਰ ਕੋਈ ਫਰਕ ਨਹੀਂ ਪਿਆ। ਜਿਹੜੀਆਂ ਗੋਲੀਆਂ ਲਈਆਂ ਸੀ? ਆਹ ਪੱਤਾ ਜਿਹਾ ਦਿੱਤਾ ਸੀ ਪਿੰਡ ਵਾਲੇ ਚਰਨੇ ਨੇ, ਪਰ ਫਰਕ ਨਹੀਂ ਪਿਆ। ਇਹ ਤਾਂ ਦਰਦ ਦੀਆਂ ਗੋਲੀਆਂ ਨੇ, ਇਹਨਾਂ ਨਾਲ ਕੀ ਫਰਕ ਪੈਣਾ ਸੀ? ਚੰਗਾ ਕੀਤਾ ਤੂੰ ਇੱਥੇ ਆ ਗਿਆ। ਐਂ ਕਰ, ਆ ਟੈਸਟ ਕਰਾ ਲਿਆ ਬਾਹਰੋਂ ਭੱਜ ਕੇ। ਬਾਹਰੋਂ ਕਿੱਥੋਂ ਜੀ? ਦੱਸਦਾ ਹਾਂ, ਬਾਹਰ ਨਿਕਲ ਕੇ ਸਿੱਧਾ ਨੱਕ ਦੀ ਸਿਰ ਤੇ ਜਾਈਂ, ਸਾਹਮਣੇ ਲੈਬੋਰੇਟਰੀ ਹੈ। ਕੀ ਹੈ ਜੀ? ਟੈਸਟਾਂ ਦੀ ਦੁਕਾਨ। ਮੈਂ ਲਾਲ ਨਿਸ਼ਾਨੀ ਲਾ ਦਿੱਤੀ ਆ, 200 ਰੁਪਏ ਲੈਣਗੇ ਬਸ, ਹੈਗੇ ਨੇ? ਪੈਸੇ ਤਾਂ ਮੈਂ ਸਾਰੇ ਹੀ ਦੇ ਦੂੰ। ਸਵੇਰੇ ਹੀ ਦੋਜੀ ਤੋਂ ਫੜ ਕੇ ਲਿਆਇਆ। ਇੱਕ ਮੇਰਾ ਦੁੱਧ ਤਾਂ ਘਰੇ ਹੀ ਵਰਤ ਲਈਦਾ, ਦੂਜੀ ਬੁਰੀ ਦਾ ਪਾ ਦੇਈਦਾ, ਤੀਜੀ ਐਤਕੀ ਫੰਡਰ ਨਿਕਲ ਗਈ, ਉਹ ਮੰਡੀ ਚੜਾਤੀ। ਦੋਹਾਂ ਨਾਲ ਘਰ ਦਾ ਖਰਚਾ ਨਿਕਲ ਜਾਂਦਾ ਜੀ। ਹੁਣ ਦੁੱਧ ਦਾ ਮੰਦਾ ਹੀ ਚੱਲਦਾ ਹੈ। ਮੈਂ ਡੈਰੀ ਨਹੀਂ ਖੋਲਣੀ, ਤੂੰ ਟੈਸਟ ਕਰਾ ਲਿਆ ਭੱਜ ਕੇ। ਉਹ ਤਾਂ ਤੁਸੀਂ ਪੈਸਿਆਂ ਬਾਰੇ ਪੁੱਛਿਆ ਜੀ, ਤਾਂ ਮੈਂ ਦੱਸਿਆ। ਚੰਗਾ ਜੀ, ਕਰਾ ਕੇ ਲਿਆਉਣਾ ਟੈਸਟ। ਹਾਂ ਸੱਚ, ਆਹ ਗੋਭੀ ਹੈ ਜੀ, ਨਾਲੇ ਗਾਜਰਾਂ ਤੇ ਮਟਰ। ਉਹ ਇਹਦੀ ਖੇਚਲ ਕਿਉਂ ਕਰਨੀ ਸੀ? ਖੇਚਰ ਦੀ ਕਿਹੜੀ ਗੱਲ ਡਾਕਟਰ ਸਾਹਿਬ, ਖੇਤ ਬਥੇਰੀ ਲੱਗੀ ਆ, ਘਰੇ ਡੰਗਰਾਂ ਨੂੰ ਸੁੱਟਣੀ ਸੀ। ਮੈਂ ਹਾਂ, ਮਤਲਬ ਬੰਦਿਆਂ ਦੇ ਡੰਗਰਾਂ 'ਚ ਤੁਸੀਂ ਫਰਕ ਨਹੀਂ ਸਮਝਦੇ। ਹਾਂਜੀ। ਚਰਨ ਬਾਬਾ ਜੀ ਨੂੰ ਵੀ ਚਾਹ ਦਿਓ। ਚਾਹ ਤਾਂ ਠੀਕ ਆ ਪੁੱਤ, ਪਰ ਮੇਰਾ ਨੰਬਰ ਕਿਆ ਲਾਊਗਾ? ਬਾਬਾ ਜੀ ਡਾਕਟਰ ਸਾਹਿਬ ਦੀ ਚਾਹ ਦਾ ਟਾਈਮ ਹੋ ਗਿਆ। ਸਰ ਚਾਹ ਜੀ। ਚਾਹ ਦੀ ਬੜੀ ਲੋੜ ਸੀ ਚਰਨ, ਬੜੇ ਟਾਈਮ ਸਿਰ ਆਇਆ। ਸਰ ਮੈਨੂੰ ਤੁਹਾਡਾ ਵਿਸਟਨ ਪਤਾ ਜੀ, ਇਸੇ ਲਈ ਚਾਹ ਆਪਾਂ ਤਿਆਰ ਰੱਖਦੇ ਹਾਂ। ਗੁੱਡ। ਸਰ ਇੱਕ ਗੱਲ ਤੇ ਦੱਸੋ ਜੀ, ਸੁੱਖੀ ਬਾਈ ਦੱਸ ਰਹੀ ਸੀ ਤੁਹਾਨੂੰ ਦਿੱਲੀ ਦੇ ਕਿਸੇ ਵੱਡੇ ਹਸਪਤਾਲ ਵਿੱਚ ਬੁਲਾਇਆ ਜਾ ਰਿਹਾ ਜੀ, ਤੇ ਤੁਸੀਂ ਨਾ ਕਰ ਦਿੱਤੀ। ਵੀ ਗੱਲ ਤੇ ਤੂੰ ਬਿਲਕੁਲ ਸਹੀ ਸੁਣੀ ਹੈ। ਜੇ ਮੈਂ ਜਾਣ ਲਈ ਹਾਂ ਕਰ ਦਿੰਦਾ ਤਾਂ ਨਾ ਗਰੀਬ ਲੋਕਾਂ ਦਾ ਕੀ ਬਣਦਾ? ਵਿਚਾਰੇ ਕਿਸ ਕੋਲ ਜਾਣਗੇ? ਆ ਹਸਪਤਾਲਾਂ ਨੇ ਲੁੱਟ ਮਚਾ ਰੱਖੀ ਹੈ, ਇਲਾਜ ਬਹੁਤ ਮਹਿੰਗਾ ਹੋ ਗਿਆ। ਇਹ ਗਰੀਬ ਲੋਕ ਦਿਲ ਦਾ ਇਲਾਜ ਕਿੱਥੋਂ ਕਰਵਾ ਲੈਣਗੇ? ਸਰ ਇਹਨਾਂ ਗੱਲਾਂ ਕਰਕੇ ਤਾਂ ਤੁਹਾਡੇ ਮਰੀਜ਼ ਆ ਜੀ। ਸਰ ਮਰੀਜ਼ ਜ਼ਿਆਦਾ ਨਹੀਂ ਵੱਧ ਗਿਆ ਅੱਜ ਕੱਲ? ਹਾਂ, ਸਟ੍ਰੈਸ ਜੋ ਵੱਧ ਹੈ। ਸਟ੍ਰੈਸ ਕਿੰਨਾ ਬਣਿਆ? ਬੀਏ ਕੀਤੀ ਹੈ ਜੀ, ਪਰ ਰਿਜ਼ਲਟ ਨਹੀਂ ਆਇਆ ਹਲੇ। ਹਾਂਜੀ 2 ਸਾਲ ਹੋ ਗਏ ਯੂਨੀਵਰਸਿਟੀ ਜਾਂਦੇ ਆ, ਯੂਨੀਵਰਸਿਟੀ ਵਾਲੇ ਕਹਿੰਦੇ ਪ੍ਰਿੰਸੀਪਲ ਕੋਲ ਜਾਓ, ਪ੍ਰਿੰਸੀਪਲ ਕਹਿੰਦਾ ਯੂਨੀਵਰਸਿਟੀ ਜਾਓ, ਕੋਈ ਨਹੀਂ ਸੁਣਦਾ ਜੀ। ਸਿਰ ਦੁਖਦਾ ਰਹਿੰਦਾ, ਬੜੀ ਟੈਨਸ਼ਨ ਚ ਆ। ਤੇ ਟੈਨਸ਼ਨ ਹੀ ਸਾਰੀਆਂ ਬਿਮਾਰੀਆਂ ਦੀ ਜੜ ਹੈ। ਬਹਿ ਜਾ। ਦੇਖ, ਸਾਡੇ ਸੋਸ਼ੋ ਪੋਲੀਟੀਕਲ ਸਿਸਟਮ ਦੇ ਸਹੀ ਨਾ ਹੋਣ ਕਾਰਨ ਹਰ ਬੰਦਾ ਸਟ੍ਰੈਸ ਵਿੱਚ ਹੈ। ਜਿਉਂ-ਜਿਉਂ ਸਿਸਟਮ ਖਰਾਬ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਸਟ੍ਰੈਸ ਲੈਵਲ ਵੱਧਦਾ ਜਾਂਦਾ ਹੈ। ਇਹੀ ਸਟ੍ਰੈਸ ਅੱਗੇ ਚੱਲ ਕੇ ਬਿਮਾਰੀ ਦਾ ਕਾਰਨ ਬਣਦਾ ਹੈ। ਤੇ ਸਿਸਟਮ ਸਹੀ ਕਿਸਨੇ ਕਰਨਾ ਹੁੰਦਾ ਹੈ? ਅਸੀਂ, ਮਤਲਬ ਲੋਕਾਂ ਦੇ ਸਰਕਾਰਾਂ ਨੇ ਮਿਲ ਕੇ। ਜਿਹੋ ਜਿਹੇ ਕਿਸੇ ਦੇਸ਼ ਦੇ ਲੋਕ ਹੁੰਦੇ ਨੇ, ਉਹੋ ਜਿਹੇ ਉਹਨਾਂ ਦੇ ਲੀਡਰ ਹੁੰਦੇ ਨੇ। ਜੇ ਸਾਡੇ ਲੋਕ ਸਿਆਣੇ ਹੋ ਜਾਣ ਤਾਂ ਉਹ ਚੰਗੇ ਲੀਡਰ ਚੁਣਨਗੇ। ਲੀਡਰ ਸਹੀ ਹੋਣਗੇ ਤਾਂ ਸਰਕਾਰ ਸਹੀ ਹੋਏਗੀ, ਸਰਕਾਰ ਸਹੀ ਤਾਂ ਸਿਸਟਮ ਸਹੀ, ਸਿਸਟਮ ਸਹੀ ਤਾਂ ਸਟ੍ਰੈਸ ਖਤਮ, ਸਟ੍ਰੈਸ ਖਤਮ ਤਾਂ ਬਿਮਾਰੀਆਂ ਖਤਮ। ਆਈ ਸਮਝ? ਕੀ ਹੋਇਆ? ਸਰ ਚੱਕਰ ਆ ਰਹੇ ਨੇ ਜੀ, ਇੰਜ ਲੱਗਦਾ ਜਿਵੇਂ ਕਿਸੇ ਨੇ ਮੇਰਾ ਸਿਰ ਫੜ ਕੇ ਝੰਜੋੜ ਦਿੱਤਾ ਹੋਵੇ। ਚੱਲਦਾ ਜੀ। ਬੀਏ ਕੀਤੀ ਹੈ, ਸਭ ਬੁੱਝ ਨੇ। ਕੰਮ ਦੀ ਗੱਲ ਕਰੋ ਤਾਂ ਚੱਕਰ ਆਉਣ ਲੱਗ ਪੈਂਦੇ ਨੇ। ਅਖੇ ਜਿਵੇਂ ਮੇਰਾ ਕਿਸੇ ਨੇ ਸਿਰ ਝੰਜੋੜ ਦਿੱਤਾ ਹੋਵੇ। ਓਏ ਮੂਰਖੋ, ਹੱਲੇ ਸਿਰ ਝੰਜੋੜਿਆ ਕਿੱਥੇ ਗਿਆ? ਜਿਸ ਦਿਨ ਝੰਜੋੜਿਆ ਗਿਆ, ਅਕਲ ਨਾ ਆਜੂ। ਕਾਕਾ ਮੇਰਾ ਨੰਬਰ ਕਾ ਲਾਊਗਾ? ਇਹ ਟੈਸਟ ਤਾਂ ਤੇਰੇ ਸਾਰੇ ਠੀਕ ਨੇ। ਇਹ ਲੱਗਦਾ ਪਰੇਸ਼ਾਨ ਰਹਿਣਾ। ਬੱਚੇ ਕੀ ਕਰਦੇ ਨੇ? ਜੀ ਮੇਰਾ ਮੁੰਡਾ ਤੇ ਕੁੜੀ ਕੈਨੇਡਾ ਗਏ ਹੋਏ ਨੇ। ਘਰ ਮੈਂ ਤੇ ਮੇਰੀ ਘਰ ਵਾਲੀ ਹੀ ਆ, ਬਾਕੀ ਤਾਂ ਸਭ ਸੁੱਖ ਹੈ।
ਪਰ ਬੱਚਿਆਂ ਬਿਨਾਂ ਦਿਲ ਨਹੀਂ ਲੱਗਦਾ। ਫਿਰ ਤੁਸੀਂ ਬੱਚਿਆਂ ਕੋਲ ਚਲੇ ਜਾਓ। ਗਏ ਸੀ, ਉੱਥੇ ਜਾ ਕੇ ਦੇਖਿਆ ਉਹਨਾਂ ਕੋਲ ਤਾਂ ਸਾਡੇ ਲਈ ਟਾਈਮ ਹੀ ਨਹੀਂ। ਬੱਚੇ ਵੀ ਹੋਰ ਹੀ ਤਰ੍ਹਾਂ ਦੇ ਨੇ, ਅੰਗਰੇਜ਼ੀ ਬੋਲਦੇ ਨੇ, ਬਸ ਸਾਰਾ ਦਿਨ ਘਰ ਇਕੱਲੇ ਬੈਠੇ ਰਹਿੰਦੇ ਸੀ। ਲੱਗਿਆ ਇਹਨਾਂ ਨੂੰ ਹੁਣ ਸਾਡੀ ਲੋੜ ਨਹੀਂ, ਬਸ ਭਰੇ ਪੀਤੇ ਮੁੜ ਆਏ। ਪਿੰਡ ਖਾਲੀ ਕੋਠੀ ਖਾਣ ਨੂੰ ਆਉਂਦੀ ਹੈ, 25 ਕਿੱਲੇ ਜ਼ਮੀਨ ਹੈ, 2 ਭਈਏ ਰੱਖੇ ਹੋਏ ਨੇ ਕੰਮ ਲਈ। ਹੁਣ ਤਾਂ ਲੱਗਦਾ ਉਹੀ ਸਾਡੇ ਧੀਆ ਪੁੱਤ ਨੇ। ਹੁਣ ਸੋਚਦਾ ਕੀ ਕਰਨਾ ਇਸ ਕੈਨੇਡਾ ਦਾ, ਜਿਹਨੇ ਸਾਡੇ ਘਰ ਹੀ ਉਜਾੜ ਦਿੱਤੇ। ਬਸ ਡਾਕਟਰ ਸਾਹਿਬ। ਸਿੱਕਰ ਸਿੰਘ ਜੀ, ਇੰਨੀ ਜ਼ਮੀਨ ਜਾਇਦਾਦ ਤੇ ਹੁੰਦਿਆਂ ਵੀ ਤੁਹਾਡੇ ਬੱਚੇ ਕੈਨੇਡਾ ਕਿਉਂ ਗਏ ਨੇ? ਬਸ ਜੀ, ਰੀਸੋ ਰੀਸੀ ਮੇਰੇ ਭਰਾ ਦੇ ਬੱਚੇ ਗਏ ਤਾਂ ਕਹਿੰਦੇ ਅਸੀਂ ਵੀ ਜਾਣਾ ਹੈ। ਬਥੇਰਾ ਰੋਕਿਆ ਪਰ ਕੌਣ ਸੁਣਦਾ ਹੈ। ਅਕੇ ਕੋਠੀ ਤੇ ਜ਼ਮੀਨ ਵੇਚ ਕੇ ਇੱਥੇ ਆ ਜਾਓ। ਇੱਥੇ ਕੀ ਰੱਖਿਆ ਹੈ? ਇੱਥੇ ਕੀ ਰੱਖਿਆ ਹੈ? ਦੱਸੋ ਆਪਣਾ ਪਿੰਡ ਕਿਵੇਂ ਛੱਡ ਦਈਏ? ਮੈਂ ਕਿਹਾ ਸਾਡੇ ਮਰਿਆਂ ਤੇ ਵੇਚ ਦਿਓ ਭਾਈ, ਆਪਣੇ ਹੱਥੀ ਤਾਂ ਮੇਰੇ ਤੋਂ ਇਹ ਪਾਪ ਨਹੀਂ। ਬਸ ਡਾਕਟਰ ਸਾਹਿਬ, ਹੁਣ ਦਿਲ ਨਹੀਂ ਲੱਗਦਾ ਜੀ। और दिमाग ਤੇ ਸਟ੍ਰੈਸ ਵਧਣ ਕਾਰਨ ਦਰਦ ਹੋ ਰਿਹਾ। ਖੁਸ਼ ਰਿਹਾ ਕਰੋ, ਬੱਚਿਆਂ ਨਾਲ ਫੋਨ ਤੇ ਗੱਲ ਕਰ ਲਿਆ ਕਰੋ। ਬਾਕੀ ਆਪਣੇ ਕਾਮਿਆਂ ਨੂੰ ਪਿਆਰ ਕਰੋ। ਰਿਸ਼ਤੇ ਸਿਰਫ ਖੂਨ ਦੇ ਨਹੀਂ, ਪਿਆਰ ਦੇ ਹੀ ਹੁੰਦੇ ਨੇ। ਤੁਹਾਡੀ ਸਿਹਤ ਠੀਕ ਹੈ, ਬਸ ਰਾਤ ਨੂੰ ਸੌਣ ਵੇਲੇ ਇੱਕ ਗੋਲੀ ਲੈ ਲਿਆ ਕਰੋ, ਨੀਂਦ ਆ ਜਾਊਗੀ। ਤੇ ਹਾਂ, ਹੁਣ ਸ਼ਰਾਬ ਨਹੀਂ ਪੀਣੀ ਜੀ। ਮੈਂ ਸ਼ਰਾਬ ਨਹੀਂ ਪੀਂਦਾ, ਉਹ ਤਾਂ ਹੱਸਦਾ ਸੀ ਐਵੇਂ ਮਨ ਹੌਲਾ ਕਰਨ ਲਈ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਕਿਸੇ ਦਿਨ ਬੱਚਿਆਂ ਨੂੰ ਲੈ ਕੇ ਪਿੰਡ ਆਇਓ, ਚੱਲਦੇ ਹਾਂ। ਮਿਲਖੀ ਸਿੰਘ ਕਮਾਲ ਹੈ, ਮੈਂ ਪਹਿਲਾਂ ਤਾਂ ਆਉਂਦਾ, ਮੇਰਾ ਕੋਈ ਨਹੀਂ ਬੋਲਦਾ। ਬਾਬਾ ਜੀ ਇਹਨਾਂ ਦਾ ਨੰਬਰ ਤੁਹਾਡੇ ਤੋਂ ਪਹਿਲਾਂ ਦਾ ਏ। ਨਾ ਉਹ ਕਿਵੇਂ? ਕੱਲ ਫੋਨ ਕਰਕੇ ਟਾਈਮ ਲਿਆ ਸੀ। ਫੋਨ ਕਰਕੇ ਟਾਈਮ ਲਿਆ ਸੀ। ਆ ਫੋਨ ਤਾਂ ਮੇਰੇ ਕੋਲ ਨਹੀਂ ਹੈਗਾ, ਕਾਹ ਨੂੰ ਫੋਨ ਕਰਦੀ ਹੋ? ਬਹੁਤ ਜ਼ਰੂਰੀ ਆ। ਮਰੀਜ਼ਾਂ ਦੇ ਨੰਬਰ ਲੱਗੇ ਹੋਏ ਨੇ, ਬੈਠ ਜਾਓ ਤੇ ਨਾਮ ਦੱਸੋ। ਮੈਂ ਦਵਾਈ ਲੈਣ ਨਹੀਂ ਆਇਆ ਜੀ, ਤੇ ਹੱਥ ਲਾਉਣ ਆਇਆ। ਤੁਹਾਡੇ ਅੱਗੇ ਹੱਥ ਜੋੜਦਾ, 2 ਮਿੰਟ ਲੱਗਣੇ ਆ, ਬਸ ਡਾਕਟਰ ਨੂੰ ਮਿਲਾ ਦਿਓ। ਚੱਲ ਠੀਕ ਹੈ, ਜਾ ਅੰਦਰ, ਪਰ ਟਾਈਮ ਜ਼ਿਆਦਾ ਨਹੀਂ ਲਾਉਣਾ। ਜਾ। ਸਤਿ ਸ੍ਰੀ ਅਕਾਲ ਜੀ, ਮੈਂ ਬਿੱਕਰ ਸਿੰਘ ਹਾਂਜੀ ਦੱਸੋ। ਜੀ। ਬਹੁਤ ਦੁਖੀ ਆ, ਇੱਥੇ ਹਰ ਕੋਈ ਦੁਖੀ ਹੈ, ਨਾਨਕ ਦੁਖੀਆ ਸਭ ਸੰਸਾਰ। ਪਰ ਮੈਂ ਸੱਚੀ ਬਹੁਤ ਦੁਖੀ ਆ। ਗਰੀਬ ਬੰਦੇ ਦੀ ਕੋਈ ਫਰਿਆਦ ਹੀ ਨਹੀਂ ਸੁਣਦਾ। ਇਹ ਕਿਹੜਾ ਕੋਈ ਨਵੀਂ ਗੱਲ ਹੈ? ਮੁੱਢ ਕਦੀਮੋਂ ਇਦਾਂ ਹੀ ਚੱਲਦਾ ਆ ਰਿਹਾ। ਤੂੰ ਇਹ ਦੱਸ ਵੀ ਤਕਲੀਫ ਕੀ ਹੈ ਤੈਨੂੰ? ਜੀ ਮੇਰੀਆਂ ਬੱਕਰੀਆਂ ਚੋਰੀ ਹੋ ਗਈਆਂ। ਬੱਕਰੀਆਂ? ਹਾਂਜੀ, 10 ਬੱਕਰੀਆਂ। ਰਾਤ ਕੋਈ ਵਾੜੇ ਚੋਂ ਖੋਲ ਕੇ ਲੈ ਗਿਆ। ਮੇਰੀ ਤਾਂ ਗਰੀਬ ਮਾਰ ਹੋ ਗਈ। ਘਰ ਦਾ ਗੁਜ਼ਾਰਾ ਇਹਨਾਂ ਬੱਕਰੀਆਂ ਨਾਲ ਹੀ ਚੱਲਦਾ ਸੀ। ਜੇ ਬੱਕਰੀਆਂ ਚੋਰੀ ਹੋ ਗਈਆਂ ਤਾਂ ਪੁਲਿਸ ਥਾਣੇ ਜਾ, ਰਿਪੋਰਟ ਲਿਖਾ। ਜੀ ਕਿਹਾ ਸੀ, ਪਰ ਉੱਥੇ ਕੌਣ ਸੁਣਦਾ ਗਰੀਬ ਦੀ। ਜਦ ਮੈਂ ਦੱਸਿਆ ਕਿ ਮੇਰੀਆਂ ਬੱਕਰੀਆਂ ਚੋਰੀ ਹੋ ਗਈਆਂ ਤਾਂ ਰਿਪੋਰਟ ਤਾਂ ਕੀ ਲਿਖਣੀ ਸੀ, ਉਲਟਾ ਸਾਰੇ ਹੱਸਣ ਲੱਗ ਪਏ। ਕਹਿੰਦੇ ਕੋਈ ਖਾ ਗਿਆ ਹੋਣਾ, ਹੁਣ ਕਿੱਥੋਂ ਲੱਭੀਏ। ਚੇਡਾ ਕਰਦੇ ਨੇ। ਇਹਨਾਂ ਨੂੰ ਕੋਈ ਪੁੱਛੇ ਵੀ ਜੇ ਤੁਹਾਡੀ ਕੋਈ ਨੌਕਰੀ ਖੋਲੇ ਫਿਰ ਤੁਹਾਡਾ ਕੀ ਹਾਲ ਹੋਊ, ਫਿਰ ਤੁਹਾਡਾ ਦਿਲ ਪੁੱਛਿਆ ਜਾਣੀਏ। ਗਰੀਬ ਬੰਦੇ ਦਾ ਵੀ ਕੀ ਜਿਉਣਾ ਡਾਕਟਰ ਸਾਹਿਬ। ਮੈਂ ਸਮਝ ਸਕਦਾ ਤੇਰੀ ਤਕਲੀਫ। ਅਮੀਰ ਦਾ ਇੱਥੇ ਇੱਕ ਤੂਰਾ ਵੀ ਖੋਜੇ ਨਾ, ਸਾਰੇ ਸ਼ਹਿਰ ਦੀ ਕਿਹੜਾ ਦਾ ਨਾਕਾਬੰਦੀ ਕਰ ਦੇਣ। ਇੱਥੇ ਗਰੀਬ ਦਾ ਸਾਰਾ ਰੁਜ਼ਗਾਰ ਹੀ ਡੁੱਬ ਗਿਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹੀ ਤਾਂ ਸਿਆਪਾ ਬਿੱਕਰ ਸਿਆ। ਬਥੇਰਾ ਲੋਕਾਂ ਨੂੰ ਸਮਝਾਉਣਾ ਵੀ ਦਿਮਾਗ ਵਰਤੋ, ਜ਼ਿੰਮੇਵਾਰੀ ਸਮਝੋ, ਇਕਜੁੱਟ ਹੋਵੋ। ਇੱਕ ਵਿੱਚ ਬੜੀ ਤਾਕਤ ਹੁੰਦੀ ਹੈ, ਪਰ ਕਿੱਥੇ? ਹਰ ਕੋਈ ਆਪਣੀਆਂ ਗਰਜਾਂ ਨਾਲ ਮਾਰਿਆ ਹੋਇਆ, ਦੂਜੇ ਦੇ ਦੁੱਖ 'ਚ ਕੋਈ ਨਾਲ ਨਹੀਂ ਖੜਦਾ। ਮੈਨੂੰ ਤਾਂ ਸਾਡੇ ਪਿੰਡ ਵਾਲੇ ਜੈਬੇ ਨੇ ਤੁਹਾਡੀ ਦੱਸ ਪਾਈ ਸੀ, ਆਉਂਦਾ ਰਹਿੰਦਾ ਤੁਹਾਡੇ ਕੋਲ ਦਵਾਈ ਬੂਟੀ ਲੈਣ। ਕਹਿੰਦਾ ਵਾਲੇ ਵਧੀਆ ਨੇ ਡਾਕਟਰ ਸਾਹਿਬ, ਦਵਾਈ ਵੀ ਦਿੰਦੇ ਨੇ ਤੇ ਤੁਹਾਡਾ ਦੁੱਖ ਦਰਦ ਵੀ ਸਮਝਦੇ ਨੇ। ਮੈਂ ਸੋਚਿਆ ਵੀ ਥਾਣੇ 'ਚ ਤਾਂ ਮੇਰੀ ਕਿਸੇ ਨੇ ਸੁਣੀ ਨਹੀਂ, ਚਲੋ ਤੁਹਾਡੇ ਕੋਲ ਹੀ ਜਾ ਕੇ ਫਰਿਆਦ ਕਰ ਲਾਂ। ਚੰਗਾ ਕੀਤਾ ਤੂੰ ਇੱਥੇ ਆ ਗਿਆ। ਬਹਿ ਜਾ, ਚਾਹ ਪੀਏਗਾ? ਹਾਂ ਜੀ, ਜਿਹੜਾ ਕੰਮ ਥਾਣੇ ਵਾਲਿਆਂ ਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਕਰ ਰਹੇ ਹੋ ਜੀ। ਮੇਰੀਆਂ ਬੱਕਰੀਆਂ ਮਿਲ ਜਾਣਗੀਆਂ। ਇਹ ਦੱਸ, ਰਿਪੋਰਟ ਲਿਖੀ ਜਾਂ ਨਹੀਂ, ਜਾਂ ਮੈਂ ਕਰਾਂ ਐਸਐਚਓ ਨਾਲ ਗੱਲ?
ਰਿਪੋਰਟ ਤਾਂ ਲਿਖ ਲਈ ਜੀ ਮਰਦਿਆਂ ਕੱਪੜਿਆਂ ਨੇ। ਕਹਿੰਦੇ ਜਦੋਂ ਪਤਾ ਲੱਗੂਗਾ ਦੱਸਾਂਗੇ। ਮੇਰੀਆਂ ਬੱਕਰੀਆਂ ਮੈਂ ਕਰਦਾ ਕੁਝ। ਬੀਮਾ ਕਰਾਇਆ ਸੀ? ਉਹ ਕੀ ਹੁੰਦਾ ਜੀ? ਕੁਝ ਨਹੀਂ ਹੁੰਦਾ। ਮੈਂ ਦਵਾਈ ਲਿਖ ਰਿਹਾ, ਬਾਹਰੋਂ ਲੈ ਲਈ। ਮੈਂ ਤਾਂ ਠੀਕ ਆ ਜੀ। ਦਵਾਈ ਕਾਹਦੇ ਲਈ? ਹੁਣ ਲੋੜ ਪਏਗੀ। ਸਿਸਟਮ ਨੇ ਤੇਰੇ ਦਿਮਾਗ ਤੇ ਸਟ੍ਰੈਸ ਪਾ ਦਿੱਤਾ ਹੈ। ਜੀ ਮੈਂ ਕੁਝ ਸਮਝਿਆ ਨਹੀਂ। ਤੇਰੇ ਸਮਝ ਆਉਣਾ ਵੀ ਨਹੀਂ। ਬਸ ਜਦੋਂ ਤਕਲੀਫ ਹੋਵੇ ਦਵਾਈ ਲੈ ਲਈ। ਵਿਕਟਰ ਸਿੰਘ, ਆ ਕੁਝ ਪੈਸੇ ਨੇ, ਓਏ ਰੱਖ ਲੈ, ਕੰਮ ਆਉਣਗੇ। ਸਿਸਟਮ ਤੇ ਸਟ੍ਰੈਸ ਦੀ ਥਿਊਰੀ ਤੈਨੂੰ ਕਿਵੇਂ ਸਮਝਾਵਾਂ ਬਿੱਕਰ ਸਿਆ? ਕਿਵੇਂ ਸਮਝਾਵਾਂ? ਕਾਕਾ ਮੈਨੂੰ ਸਿੱਧੀ ਤਰ੍ਹਾਂ ਦੱਸ ਦੇ, ਮੇਰਾ ਨੰਬਰ ਕਾ ਦਊਗਾ? ਸੋਮਰੀ ਚ ਧੱਕੇ ਦਾ ਦਵਾਈ ਲੈ ਕੇ ਮੁੜ ਗਿਆ ਨਾ, ਅਸੀਂ ਬੰਦੇ ਨਹੀਂ ਹੈਗੇ। ਜਾਓ ਹੁਣ, ਤੁਹਾਡਾ ਹੀ ਨੰਬਰ ਹੈ। ਜਾਵਾਂ ਜੀ? ਹਾਂਜੀ ਜਾਓ, ਇਸ ਤੋਂ ਪਹਿਲਾਂ ਕੋਈ ਹੋਰ ਆ ਜੇ। ਆ ਕੌਣ ਹੈ ਹੁਣ? ਸਿੱਧਾ ਹੀ ਗਿਆ। ਬੈਠੋ ਹੁਣ ਆਰਾਮ ਨਾਲ, ਇਹ ਵੀ ਡਾਕਟਰ ਨੇ, 5 ਮਿੰਟ ਤੋਂ ਵੱਧ ਨਹੀਂ ਲੱਗਣੇ। ਬੜਾ ਬੁਰਾ ਫਸਿਆ ਯਾਰ, ਮੈਂ ਜਾ ਕੇ ਸਰੋਂ ਵਿਚਣੀ। ਡਾਕਟਰ ਵਿਕਰਾਂਤ ਵੀ ਅੱਜ ਕਿਵੇਂ ਰਾਹ ਭੁੱਲ ਗਏ? ਦੇਖੋ ਡਾਕਟਰ ਚੇਤਨ, ਸ਼ਹਿਰ ਦੇ ਸਾਰੇ ਹਾਰਟ ਪੇਸ਼ੈਂਟ ਤਾਂ ਤੁਹਾਡੇ ਕਲੀਨਿਕ ਵੱਲ ਦੌੜੇ ਆਉਂਦੇ ਨੇ। ਪਹਿਲੇ ਹੀ ਸੋਚਿਆ ਡਾਕਟਰ ਸਾਹਿਬ ਨੂੰ ਮਿਲ ਚਲੀਏ। ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਸ਼ਹਿਰ ਦੇ ਪੇਸ਼ੈਂਟ ਤੁਹਾਡੇ ਕੋਲ ਹੀ ਆਉਂਦੇ ਨੇ। ਮੇਰੇ ਕੋਲ ਤਾਂ ਪਿੰਡਾਂ ਦੇ ਗਰੀਬ ਬੰਦੇ ਆਉਂਦੇ ਨੇ। ਕਮਾਲ ਕਰਦੇ ਹੋ ਡਾਕਟਰ ਸਾਹਿਬ, ਹੁਣ ਤਾਂ ਸਾਰੇ ਇਲਾਕੇ ਤੁਹਾਡੇ ਹੀ ਚਰਚੇ ਨੇ। ਸ਼ਹਿਰ ਦੇ ਵੀ ਅੱਧੇ ਤੋਂ ਵੱਧ ਪੇਸ਼ੈਂਟ ਤੁਹਾਡੇ ਤੋਂ ਟ੍ਰੀਟਮੈਂਟ ਲੈਂਦੇ ਨੇ, ਸਸਤਾ ਤੇ ਟਿਕਾਊ। ਬਈ ਜੇ ਚਾਹੋ ਤਾਂ ਤੁਸੀਂ ਵੀ ਸਸਤਾ ਤੇ ਟਿਕਾਊ ਟ੍ਰੀਟਮੈਂਟ ਕਰ ਸਕਦੇ ਹੋ। ਉਹ ਗੱਲ ਵੱਖਰੀ ਹੈ ਵੀ ਤੁਸੀਂ ਕਰਨਾ ਨਹੀਂ ਚਾਹੁੰਦੇ। ਯਾਰ ਦੱਸੋ ਕੀ ਸੇਵਾ ਕਰ ਸਕਦਾ? ਚਾਹ ਲਓਗੇ? ਨੋ ਨੋ, ਆਈ ਡੋਨਟ ਲਾਈਕ ਟੀ। ਮੈਂ ਹੁਣੇ ਜੂਸ ਪੀ ਕੇ ਆਇਆ। ਮੈਂ ਤਾਂ ਇਹ ਦੱਸਣ ਆਇਆ ਸੀ ਕਿ ਕੱਲ ਸ਼ਹਿਰ ਦੇ ਸਾਰੇ ਹਾਰਟ ਸਪੈਸ਼ਲਿਸਟ ਮੀਟਿੰਗ ਕਰ ਰਹੇ ਹਨ, ਸੋ ਤੁਸੀਂ ਵੀ ਕੱਲ 10 ਵਜੇ ਪਹੁੰਚ ਜਾਣਾ। ਯਾਰ ਸਵੇਰੇ ਤੁਹਾਡਾ ਆਉਣਾ ਜ਼ਰੂਰੀ ਹੈ। ਯਾਰ ਸਵੇਰੇ ਕਿਉਂ ਰੱਖੀ ਹੈ ਮੀਟਿੰਗ? ਸ਼ਾਮ ਨੂੰ ਰੱਖਦੇ, ਮੈਂ ਜ਼ਰੂਰ ਆਉਂਦਾ। ਸਵੇਰੇ 10 ਵਜੇ ਤਾਂ ਇੱਥੇ ਤਿਲ ਸੱਟਣ ਨੂੰ ਥਾਂ ਨਹੀਂ ਹੁੰਦੀ। ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਏ ਹੁੰਦੇ ਨੇ, ਉਹਨਾਂ ਦਾ ਕੀ ਬਣੂ? ਬਈ ਟਾਈਮ ਸਿਰ ਦਵਾਈ ਲੈ ਕੇ ਵਾਪਸ ਮੁੜਨਾ ਹੁੰਦਾ ਵਿਚਾਰਿਆਂ ਨੇ। ਸੋ ਸਵੇਰੇ ਤਾਂ ਮੈਂ ਨਹੀਂ ਆ ਸਕਦਾ, ਸੌਰੀ। ਡਾਕਟਰ ਚੇਤਨ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ? ਮੈਨੂੰ ਮਸੀਹਾ ਬਣਨ ਦਾ ਕੋਈ ਸ਼ੌਕ ਨਹੀਂ। ਮੈਂ ਇੱਕ ਡਾਕਟਰ ਹਾਂ ਤੇ ਆਖਰੀ ਸਾਹ ਤੱਕ ਡਾਕਟਰ ਬਣਿਆ ਰਹਾ, ਮੇਰੇ ਲਈ ਇਹੀ ਕਾਫੀ ਹੈ। ਡਾਕਟਰ ਚੇਤਨ, ਤੁਸੀਂ ਤਾਂ ਖਾਮ ਖਾਨ ਨਾਰਾਜ਼ ਹੋ ਰਹੇ ਹੋ। ਅੱਧੇ ਦਿਨ ਨਾਲ ਕੀ ਫਰਕ ਪੈ ਚੱਲੇ? ਵੀ ਤੁਹਾਡੇ ਲਈ ਅੱਧਾ ਦਿਨ ਕੋਈ ਮਾਇਨੇ ਨਹੀਂ ਰੱਖਦਾ ਡਾਕਟਰ ਸਾਹਿਬ। ਇੱਕ ਮਜ਼ਦੂਰ ਨੂੰ ਪੁੱਛ ਕੇ ਦੇਖੋ ਇੱਕ ਦਿਨ ਦਿਹਾੜੀ ਨਾ ਕਰਨ ਦਾ ਕੀ ਨੁਕਸਾਨ ਹੁੰਦਾ ਹੈ। ਇੱਕ ਕਿਸਾਨ ਨੂੰ ਪੁੱਛ ਕੇ ਦੇਖੋ ਅੱਧੇ ਦਿਨ ਦੀ ਕੀ ਕੀਮਤ ਹੁੰਦੀ ਹੈ ਤੇ ਅੱਧੇ ਦਿਨ 'ਚ ਕੀ ਕੀ ਕਰਦੇ ਨੇ। ਹੁਣ ਇਹ ਡਾਕਟਰ ਕਦੋਂ ਜਾਊਗਾ? ਪਹਿਲਾਂ ਤਾਂ ਇੱਥੇ ਹੋ ਗਿਆ, ਮੈਂ ਜਾ ਕੇ ਸਰੋਂ ਬੀਜਣੀ ਹੈ ਨਾ, ਕਿਹੜੇ ਵੇਲੇ ਬੀਜੂਗਾ? ਹਾਲੇ ਪਸ਼ੂ ਕਿਲਿਆਂ ਦੇ ਭੁੱਖੇ ਖੜੇ ਹੋਣੇ ਆ, ਉਹਨਾਂ ਨੂੰ ਪੱਠੇ ਪਾਉਣੇ ਆ, ਫਿਰ ਦੁੱਧ ਚੋਣਾ, ਖੇਤ ਪਾਣੀ ਦੀ ਵਾਰੀ ਹੈ। ਬੰਦੇ ਨੂੰ 100 ਕੰਮ ਹੁੰਦੇ ਨੇ, ਇਹ ਤਾਂ ਵਿਹਲੇ ਨੇ। ਮਤਲਬ ਤੁਸੀਂ ਨਹੀਂ ਆਉਂਗੇ? ਜੇ ਮੇਰੇ ਕੋਲ ਵਕਤ ਹੁੰਦਾ ਤਾਂ ਜ਼ਰੂਰ ਆਉਂਦਾ, ਮੈਂ ਮਜਬੂਰ ਹਾਂ। ਠੀਕ ਹੈ ਡਾਕਟਰ ਚੇਤਨ, ਮੈਂ ਚੱਲਦਾ। ਤੁਸੀਂ ਕਰੋ ਸਮਾਜ ਸੇਵਾ। ਮੈਂ ਕੋਈ ਸਮਾਜ ਸੇਵਾ ਨਹੀਂ ਕਰਦਾ, ਸਿਰਫ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ। ਜਿਸ ਦਿਨ ਦੇਸ਼ ਦਾ ਹਰ ਬੰਦਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲੱਗ ਗਿਆ, ਸਾਨੂੰ ਸਮਾਜ ਸੇਵਾ ਦੀ ਲੋੜ ਨਹੀਂ ਪੈਣੀ। ਮੇਰਾ ਨੰਬਰ ਲੱਗ ਗਿਆ, ਛੋਟੇ ਨੰਬਰ ਹੈ, ਬਹਿ ਜਾਓ। ਰਾਮ ਨੇ ਕਿੱਥੇ ਬਹਿ ਜਾ, ਸਵੇਰ ਦਾ ਸੁਪਨੇ ਪਾਲ ਕੇ ਮੈਂ ਜਾ ਕੇ ਸਰੋਂ ਖਿੱਚਣੀ ਹੈ। ਹੁਣ ਜਦੋਂ ਮੇਰੀ ਵਾਰੀ ਆਈ, ਅੱਜ ਇਹ ਕੱਪੜੀ ਇਹਦੇ ਅੰਦਰ ਆ ਕੇ ਬਹਿ ਗਿਆ। ਨਹੀਂ ਕੌਣ ਸੀ? ਇਹ ਵੀ ਡਾਕਟਰ ਸੀ, ਕੰਮ ਆਇਆ ਸੀ। ਇਹੋ ਜਿਹੇ ਬੰਦੇ ਨੂੰ ਬਾਹਲਾ ਮੂੰਹ ਨਹੀਂ ਲਾਈਦਾ ਡਾਕਟਰ ਸਾਹਿਬ, ਇਹ ਤਾਂ ਵਿਹਲੇ ਹੁੰਦੇ ਨੇ, ਜਿਹਦਾ ਟਾਈਮ ਖਰਾਬ ਕਰਨ ਨੂੰ ਆ ਜਾਂਦੇ ਨੇ ਇੱਥੇ। ਪਾਣੀ ਪੀਓਗੇ? ਹੁਣੇ ਚਾਹ ਪੀਤੀ ਹੈ। ਅੱਛਾ ਦੱਸੋ ਕੀ ਤਕਲੀਫ? ਡਾਕਟਰ ਸਾਹਿਬ, ਇੱਕ ਤਾਂ ਮੇਰੇ ਪੈਰ ਬੜੇ ਮੱਚਦੇ ਆ, ਆਏ ਲੱਗਦਾ ਵੀ ਜਿਵੇਂ ਰੱਖ ਤੇ ਰੱਖੇ ਹੋਣ। ਆ ਗੋਡੇ ਬੜੇ ਦੁਖਦੇ ਆ, ਆ ਢੂਹੀ ਦਾ ਤਾਂ ਪੁੱਛੋ ਨਾ, ਮੋਰਾਂ ਤੇ ਹੱਥ ਨਹੀਂ ਲੱਗਦਾ, ਪੈਰਾਂ ਭਾਰ 2 ਮਿੰਟ ਨਹੀਂ ਬੈਠ ਸਕਦਾ। ਖੱਟੇ ਢਕਾਰ ਬੜੇ ਆਉਂਦੇ ਆ ਜੀ, ਨਾਲੇ ਖੱਟਾ ਖਾਂਦੇ ਕੁਝ ਨਹੀਂ, ਖਾਂਦੇ ਆ ਮਿੱਠਾ, ਢਕਾਰ ਆਉਂਦਾ ਖੱਟਾ। ਉਲਟਾ ਹੋਇਆ ਪਿਆ, ਕਦੇ ਕਦੇ ਢਿੱਡ 'ਚ ਇਹੋ ਜਿਹਾ ਕਿਹੜਾ ਉੱਠਦਾ ਵੀ ਬਸ ਜਾਣ ਤੱਕ ਇਹ ਕੱਖ ਦੀ ਲਿੰਗ ਪਵਾਇਆ ਸੀ, ਪਰ ਗੱਲ ਬਣੀ ਨਹੀਂ। ਪਾਣੀ ਜਿਹਾ ਡਿੱਗਦਾ ਰਹਿੰਦਾ ਅੱਖੋਂ ਪੈ। ਪਹਿਲਾਂ ਖੰਘ ਭੋਰਾ ਨਹੀਂ ਸੀ ਹੁੰਦੀ, ਹੁਣ ਉਹ ਵੀ ਰਹਿੰਦੀ ਆ। ਪਿੰਡ ਵਾਲਾ ਡਾਕਟਰ ਕਹਿੰਦਾ ਵੀ ਤੇਰੇ ਅੰਦਰ ਨਜ਼ਲਾ ਡਿੱਗਦਾ। ਮੈਂ ਕਿਹਾ ਮੈਨੂੰ ਤਾਂ ਡਿੱਗਦਾ ਮਨੂਮ ਨਹੀਂ ਹੁੰਦਾ। ਕੰਨਾਂ 'ਚੋਂ 3 ਵਾਰ ਮੈਲ ਕਢਾਤੀ, ਭੋਰਾ ਫਰਕ ਨਹੀਂ ਪਿਆ। ਇੱਕ ਕੰਨ 'ਚੋਂ ਹਾਲੇ ਵੀ ਘੱਟ ਸੁਣਦਾ। ਆ ਸਿੱਧੇ ਪੈਰ ਤੇ ਬੈਠ ਕੇ ਲਿਖਣ ਨੂੰ ਮੇਰੇ ਪੈਰ ਧਰਤਾ। ਮਾੜਾ ਜਿਹਾ ਜ਼ਖਮ ਸੀ, ਮੁੜ ਕੇ ਠੀਕ ਨਹੀਂ ਹੋਇਆ। ਪਿੰਡ ਵਾਲਾ ਡਾਕਟਰ ਕਹਿੰਦਾ ਵੀ ਟੈਸਟ ਕਰਾ, ਹਾਰ ਕੇ ਟੈਸਟ ਕਰਾਏ। ਉਹੀ ਗੱਲ, ਟੈਸਟ ਵਾਲਾ ਮੁੰਡਾ ਕਹਿੰਦਾ ਬਾਬਾ ਤੇਰੀ ਤਾਂ ਸ਼ੂਗਰ ਵਧੀ ਹੋਈ ਹੈ। ਬਾਬਾ ਬਿਮਾਰੀਆਂ ਨੂੰ ਤੂੰ ਨਹੀਂ ਲੱਗਦਾ, ਬਿਮਾਰੀਆਂ ਤੇ ਵੀ ਚੱਕੀ ਫਿਰਦੀਆਂ ਨੇ। ਮੈਂ ਇਹਦੀਆਂ ਬਿਮਾਰੀਆਂ ਦਾ ਇਕੱਠਾ ਇਲਾਜ ਨਹੀਂ ਕਰ ਸਕਦਾ, ਪਰ ਕਰਾਂਗੇ ਕੁਝ ਹੋਰ ਵੀ ਆ। ਮੇਰੇ ਗੋਡਿਆਂ 'ਚ ਦਰਦ ਬੜਾ ਰਹਿੰਦਾ ਹੈ, ਭਲਾ ਤੇਲ ਮਲਿਆ, ਫਰਕ ਹੀ ਨਹੀਂ ਪਿਆ ਕੋਈ। ਆ ਪਿੰਡ ਵਾਲੇ ਡਾਕਟਰ ਨੇ ਬੜੀਆਂ ਹਰੇ ਪੱਤੇ ਵਾਲੀਆਂ ਗੋਲੀਆਂ ਦਿੱਤੀਆਂ, ਪੂਰਾ ਫਰਕ ਨਹੀਂ ਪਿਆ। ਕਹਿੰਦਾ ਚਾਚਾ ਇੱਕ ਵਾਰ ਫੇਰ ਟੈਸਟ ਕਰਾ ਲੈ। ਟੈਸਟ ਕਰਾਉਣ ਗਏ, ਐਡਾ ਸੁਗਾ ਲਹੂ ਦਾ ਕੱਢ ਲਿਆ। ਘੰਟਾ ਬਿਠਾਇਆ
ਫਿਰ ਇੱਕ ਕੁੜੀ ਜੀ ਆ ਕੇ ਕਹਿੰਦੀ ਬਾਬਾ ਤੇਰਾ ਤਾਂ ਯੂਰੀਆ ਵਧਿਆ ਹੋਇਆ ਹੈ। ਮੈਂ ਕਿਹਾ ਭਾਈ ਕਿਵੇਂ ਨਿਕਲੂ? ਕਹਿੰਦੀ ਇਹਦਾ ਡਾਕਟਰ ਸਾਹਿਬ ਦੱਸਣਗੇ। ਡਾਕਟਰ ਨੇ ਆ ਥੱਬਾ ਗੋਲੀਆਂ ਦਾ ਫੜਾਤਾ, ਖਾਈ ਜਾਂਦਾ ਦਿਨ ਰਾਤ। ਕੋਈ ਫਰਕ ਪਿਆ? ਕਿੱਥੇ? ਕੱਲ ਦੀ ਛੱਤ ਚੀਜ਼ ਪਈ ਜਾਂਦੀ ਹੈ। ਕੀ ਦੱਸੀਏ ਜੀ, ਕੱਲ ਰਾਤ ਸਾਡੇ ਵੱਲ ਮੋਟੇ ਮੋਟੇ ਗੜੇ ਪਏ ਨੇ, ਬੜੀ ਜ਼ੋਰ ਦੀ ਹਨੇਰੀ ਆਈ, ਆਏ ਲੱਗੇ ਵੀ ਬਿਜਲੀ ਦਾ ਧਰਤੀ ਤੇ ਪੱਕਾ ਡਿੱਗੂ। ਸਾਰੀ ਰਾਤ ਨੀਂਦ ਨਹੀਂ ਆਈ, ਛਾਤੀ 'ਚ ਦਰਦ ਹੋਈ ਗਿਆ। ਸਿੱਖ ਬੋਲਦੇ ਸਾਰ ਮੈਂ ਖੇਤ ਵੱਜਿਆ, ਫਸਲ ਬੰਨੀ ਦੇਖਿਆ ਨਾ ਜਾਵੇ, ਰੁੱਖ ਭਰ ਬਾਹਰ ਨੂੰ ਆਵੇ, ਪੁੱਤਾਂ ਵਾਂਗੂ ਪਾਣੀ ਫਸਲ ਦਵਾ। ਪਤਾ ਨਹੀਂ ਕਿਹਦੀ ਮਾੜੀ ਨਜ਼ਰ ਲੱਗ ਗਈ, ਮੇਰੇ ਤੋਂ ਦੇਖਿਆ ਨਹੀਂ ਗਿਆ। ਦਿਲ 'ਚ ਚੀਜ਼ ਸੁੱਟੀ, ਮੈਂ ਉੱਥੇ ਹੀ ਧੜਮ ਡੇ ਗਿਆ। ਨਾਲ ਸਾਡਾ ਪਾਲੀ ਸੀ, ਉਹਨੇ 2 ਬੰਦੇ ਬੁਲਾਏ ਤੇ ਮਸਾ ਮੈਨੂੰ ਚੱਕਿਆ। ਉਹ ਪਿੰਡ ਵਾਲਾ ਜੱਟ ਮੈਨੂੰ ਕਹਿੰਦਾ ਛੇਤੀ ਛੇਤੀ ਡਾਕਟਰ ਸੇਤੇ ਕੋਲੇ ਚਲਾ ਜਾ, ਪਿੰਡ ਦਾ ਡਾਕਟਰ ਹੈ, ਆਪਣੇ ਵਰਗਾ ਹੀ ਹੈ। ਪਹਿਲੀ ਬੱਸ ਫੜੀ, ਉੱਪੜ ਗਿਆ ਇੱਥੇ। ਘਰ 'ਚ ਪਹਿਲਾਂ ਕਦੇ ਕਿਸੇ ਨੂੰ ਦਿਲ ਦਾ ਦੌਰਾ ਪਿਆ? ਨਾ ਜੀ, ਉਹੀ ਤਾਂ ਮੈਂ ਸੋਚਾਂ ਵੀ ਮੈਨੂੰ ਕਿਵੇਂ ਪੈ ਗਿਆ। ਇਹਦਾ ਕਾਰਨ ਸਟ੍ਰੈਸ ਹੈ। ਸਿਸਟਮ ਤੇ ਸਟ੍ਰੈਸ ਨੂੰ ਸਮਝਣਾ ਪਊ ਵੀ ਫਸਲ ਦਾ ਨੁਕਸਾਨ ਹੋ ਗਿਆ, ਮੁਆਵਜ਼ਾ ਮਿਲਣਾ ਕੋਈ ਨਹੀਂ। ਸਾਨੂੰ ਤਾਂ ਪਿਛਲੇ ਸਾਲ ਵਾਲਾ ਨਹੀਂ ਮਿਲਿਆ ਹਲੇ। ਖਰਚਾ ਕਿੱਥੋਂ ਮੁੜੂ? ਬਸ ਮਨ ਤੇ ਟੈਨਸ਼ਨ ਵੱਧ ਗਈ, ਚੱਕਰ ਆ ਗਿਆ। ਕੀ ਵੱਲ ਗਿਆ ਜੀ? ਇੱਥੇ ਹੀ ਮਾਰ ਖਾਣੇ ਹੋ। ਜਿੱਦਣ ਤੁਹਾਨੂੰ ਸਮਝ ਆ ਗਈ ਉਦੋਂ ਸਭ ਕੁਝ ਠੀਕ ਹੋ ਜੂ। ਆ ਸਾਰੀਆਂ ਗੋਲੀਆਂ ਬੰਦ ਕਰ ਦੇ, ਬਸ ਆ 2 ਹੀ ਗੋਲੀਆਂ ਖਾਣੀਆਂ ਨੇ ਸਵੇਰੇ ਸ਼ਾਮ। ਇਹ ਰੋਟੀ ਖਾਣ ਤੋਂ ਪਹਿਲਾਂ ਲੈਣੀਆਂ ਨੇ ਜਾਂ ਬਾਅਦ 'ਚ ਜੀ? ਰੋਟੀ ਖਾ ਕੇ ਲੈਣੀ ਹੈ, ਪਾਣੀ ਨਾਲ। ਚੰਗਾ ਚੰਗਾ, ਧਿਆਨ ਨਾਲ ਨਹੀਂ। ਧਿਆਨ ਕੇ ਨਹੀਂ ਆਏ ਹੋਏ ਨੇ ਨਾ ਜੀ, ਬੰਦੇ ਵਾਲੇ ਜਾਉਂ ਮੈਂ ਤਾਂ। ਉਹ ਬਾਹਰ ਹੀ ਖੜੇ, ਧਿਆਨ ਕਿਆ ਨਾਲ ਤਾਂ ਪਿਛਲੇ ਸਾਲ ਪਾਣੀ ਦੀ ਬਾਰੀ ਪਿੱਛੇ ਲੜਾਈ ਹੋਈ ਸੀ। ਸਾਨੂੰ ਫੇਰ ਮਾਰ ਕੇ ਆਏ ਤਾਂ ਕਿਵੇਂ ਕਿਸੇ ਨਾਲ ਚਲੇ ਜਾਈਏ, ਧਿਆਨ ਨਾਲ ਹੀ ਜਾਉਂ। ਮੇਰੀ ਗੱਲ ਤੇ ਧਿਆਨ ਨਾਲ ਸੁਣਨਾ। ਦੇਖ, ਜੇ ਗ੍ਰੀਨ ਕਲਰ ਦੀ ਸਾੜੀ ਹੈ ਤਾਂ ਤੂੰ ਰੈੱਡ ਕਲਰ ਦੀ ਨੇਲ ਪਾਲਿਸ਼ ਲਗਾ। ਤੂੰ ਸਮਝੀ ਨਹੀਂ ਯਾਰ, ਹਾਈਲਾਈਟ ਹੋਵੇਗੀ ਨਾ। ਲਿਪਸਟਿਕ, ਤੂੰ ਲਿਪਸਟਿਕ ਵੀ ਰੈੱਡ ਕਲਰ ਦੀ ਲਗਾ, ਗ੍ਰੀਨ ਦੇ ਨਾਲ ਅੱਛੀ ਮੈਚਿੰਗ ਹੋਵੇਗੀ। ਉੱਥੇ ਢਿੱਲੋਂ ਦੀ ਬਸ ਪਤਾ ਵੀ ਤਾਂ ਲੱਗਣਾ ਚਾਹੀਦਾ ਕਿ ਮਿਸਿਸ ਗਿੱਲ ਕਿਸੇ ਨਾਲੋਂ ਘੱਟ ਨਹੀਂ। ਚੱਲ ਤੂੰ ਪਾਰਟੀ ਤੋਂ ਮੈਨੂੰ ਫੋਨ ਜ਼ਰੂਰ ਕਰੀ ਤੇ ਦੱਸੀ ਕਿ ਕੌਣ ਕੀ ਪਾ ਕੇ ਆਈ ਸੀ। ਹਾਂ, ਫੋਟੋ ਜ਼ਰੂਰ ਕਲਿੱਕ ਕਰ ਲਈ ਤੇ ਮੈਨੂੰ WhatsApp ਕਰ ਦੀ। ਬਾਏ। ਆ ਗਏ। ਮੈਨੂੰ ਤਾਂ ਏਦਾਂ ਲੱਗਦਾ ਮੈਂ ਆ ਗਿਆ, ਬਾਕੀ ਤੂੰ ਦੇਖ ਲੈ ਤੈਨੂੰ ਕੀ ਲੱਗਦਾ। ਓਹੋ, ਮੈਂ ਤਾਂ ਵੈਸੇ ਓਕੇ ਓਕੇ, ਇੱਕ ਕੱਪ ਸਟਰੋਂਗ ਕਾਫੀ ਮਿਲੇਗੀ। ਮਿਲੇਗੀ, ਕਿਉਂ ਨਹੀਂ ਮਿਲੇਗੀ? ਅੰਜਲੀ ਤੈਨੂੰ ਪਤਾ ਮੈਂ ਸਾਰਾ ਦਿਨ ਕਿਸ ਤਰ੍ਹਾਂ ਦੇ ਮਰੀਜ਼ਾਂ ਨਾਲ ਘਿਰਿਆ ਰਹਿਣਾ। ਸਭ ਪਤਾ ਤੇ ਉਹਨਾਂ ਦੀਆਂ ਪ੍ਰੋਬਲਮਸ ਦਾ ਵੀ ਪਤਾ। ਇਸੇ ਲਈ ਮੈਂ ਕਹਿੰਦੀ ਆ ਕਿ ਥੋੜਾ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ। ਹਰ ਵਕਤ ਦੂਜਿਆਂ ਦੀ ਸੋਚੀ ਜਾਣਾ ਤੇ ਆਪਣੇ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦੇ। ਨਹੀਂ ਅੰਜਲੀ ਜੀ, ਭਾਈ ਸਾਹਿਬ, ਅੱਜ ਤੁਹਾਨੂੰ ਸਾਡੀ ਯਾਦ ਕਿਵੇਂ ਆ ਗਈ? ਕਮਾਲ ਕਰਦੇ ਹੋ, ਸਾਨੂੰ ਤੇ ਤੁਹਾਡੀ ਯਾਦ ਆਉਂਦੀ ਰਹਿੰਦੀ ਹੈ। ਤੁਹਾਡੇ ਕੋਲ ਹੀ ਮਿਲਦਾ ਵਕਤ ਨਹੀਂ ਹੁੰਦਾ। ਭਾਬੀ ਜੀ ਤੁਹਾਨੂੰ ਮੈਂ ਯੂਨੀਵਰਸਿਟੀ ਤੇ ਇਨਵਾਈਟ ਕੀਤਾ ਸੀ, ਪਰ ਡਾਕਟਰ ਸਾਹਿਬ ਨੂੰ ਆਪਣੇ ਪਿੰਡੂ ਮਰੀਜ਼ਾਂ ਤੋਂ ਵੇਲ ਹੀ ਨਹੀਂ ਮਿਲਦੀ। ਤੇ ਵੇਲ ਮਿਲਣੀ ਵੀ ਨਹੀਂ ਚਾਹੀਦੀ ਡਾਕਟਰ ਵਿਕਰਾਂਤ। ਤੋਂ ਡਾਕਟਰ ਹੀ ਕਹਦਾ ਜਿਸ ਨੂੰ ਆਪਣੇ ਮਰੀਜ਼ਾਂ ਤੋਂ ਵੇਲ ਮਿਲ ਜੇ। ਦੇਖਿਆ ਭਾਬੀ ਜੀ, ਡਾਕਟਰ ਸਾਹਿਬ ਦੀ ਇਹੀ ਪ੍ਰੋਬਲਮ ਹੈ। ਇੱਕ ਤੇ ਤੰਜ ਬਹੁਤ ਕਰਦੇ ਨੇ, ਗੱਲਾਂ ਵਿੱਚ ਤਾਂ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਤੁਸੀਂ ਬੈਠੋ, ਮੈਂ ਕਾਫੀ ਲੈ ਕੇ ਆਈ। ਵੀ ਅੱਜ ਸ਼ਹਿਰ ਦੇ ਨਾਮੀ ਡਾਕਟਰ, ਕੋਈ ਵੱਡੀ ਗੱਲ ਲੱਗਦੀ ਹੈ। ਹਾਂਜੀ ਡਾਕਟਰ ਵਿਕਰਾਂਤ, ਦੱਸੋ ਕਿਵੇਂ ਆਉਣਾ ਹੋਇਆ? ਡਾਕਟਰ ਚੇਤਨ, ਤੁਹਾਨੂੰ ਪਤਾ ਹੀ ਅਸੀਂ ਕਿਉਂ ਆਏ ਹਾਂ। ਐਕਸਕਿਊਜ਼ ਮੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਉਹ ਹਾਂ, ਕੀ ਹਾਲ ਹੈ ਵੀ ਧੰਨਾ ਸਿਆ? ਹਾਂ, ਫਰਕ ਪੈ ਗਿਆ? ਵੈਰੀ ਗੁੱਡ। ਹਾਂ ਹਾਂ, ਕੱਲ ਹਸਪਤਾਲ ਖੁੱਲ੍ਹਾ ਹੀ ਹੈ। ਆ ਜਾਓ। ਠੀਕ ਹੈ ਜੀ। ਹਾਂਜੀ ਦੱਸੋ ਕੀ ਕਹਿ ਰਹੇ ਸੀ? ਡਾਕਟਰ ਚੇਤਨ ਆਪਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਡਾਕਟਰ ਚੇਤਨ, ਮੈਂ ਸਿੱਧਾ ਕੰਮ ਦੀ ਗੱਲ ਕਰਦਾ। ਇੱਕ ਤਾਂ ਤੁਸੀਂ ਆਪਣੀ ਫੀਸ 50 ਰੁਪਏ ਕੋ ਰੱਖੀ ਹੋਈ ਹੈ। ਤੁਹਾਨੂੰ ਪਤਾ ਐਡੇ ਵੱਡੇ ਵੱਡੇ ਹਸਪੀਟਲ ਨੇ, ਇਹਨਾਂ ਵਿੱਚ ਲੱਖਾਂ ਦੇ ਇਕਵਿਪਮੈਂਟਸ ਨੇ, ਸਟਾਫ ਹੈ, ਮਸ਼ੀਨਾਂ ਨੇ। ਤੁਸੀਂ ਇਹ ਸਾਰੇ ਖਰਚੇ 50 ਰੁਪਏ ਵਿੱਚ ਨਹੀਂ ਪੂਰੇ ਕਰ ਸਕਦੇ। ਡਾਕਟਰ ਚੇਤਨ, ਤੁਹਾਨੂੰ ਵੀ ਪਤਾ ਹੈ ਕਿ ਅਸੀਂ ਦਿਨ ਰਾਤ ਇੱਕ ਕਰਕੇ ਲੱਖਾਂ ਰੁਪਇਆ ਖਰਚ ਕੇ ਤਾਂ ਕਿਤੇ ਜਾ ਕੇ ਹਾਰਟ ਸਪੈਸ਼ਲਿਸਟ ਬਣੇ ਆ। ਸਾਡੇ ਵੀ ਪਰਿਵਾਰ ਨੇ, ਨੀਡਸ ਨੇ। ਤੁਸੀਂ ਆਪ ਹੀ ਦੱਸੋ 50 ਰੁਪਏ ਨਾਲ ਕੀ ਹੁੰਦਾ ਹੈ? ਜਦੋਂ 1 ਸਾਲ ਦਾ ਆ ਕੇ ਤੁਸੀਂ ਇੱਥੇ ਕਲੀਨਿਕ ਖੋਲਿਆ, ਸਭ ਕੁਝ ਉਲਟਾ ਹੋਇਆ ਪਿਆ। ਸਾਡੇ ਪੇਸ਼ੈਂਟ 20% ਰਹਿ ਗਏ ਨੇ ਤੇ ਤੁਹਾਡੇ ਕਲੀਨਿਕ ਵਿੱਚ ਪੈਰ ਧਰਨ ਨੂੰ ਥਾਂ ਨਹੀਂ। ਇਹ ਧੱਕਾ ਨਹੀਂ ਤਾਂ ਹੋਰ ਕੀ ਹੈ? ਡਾਕਟਰ ਓਮੀ, ਕੱਲ ਮੇਰੇ ਕੋਲ ਇੱਕ ਪੇਸ਼ੈਂਟ ਆ ਕੇ ਕਹਿੰਦਾ ਕਿ ਤੁਸੀਂ ਆਪਣੀ ਫੀਸ 500 ਕਿਉਂ ਰੱਖੀ ਹੈ, ਜਦ ਕਿ ਡਾਕਟਰ ਚੇਤਾ ਤਾਂ 50 ਰੁਪਏ ਲੈਂਦਾ ਹੈ। ਦੱਸੋ ਉਸ ਨੂੰ ਮੈਂ ਕੀ ਜਵਾਬ ਦਿੰਦਾ? ਇਹ ਕਹਿੰਦਾ ਕਿ ਅਸੀਂ ਵਧੀਆ ਡਾਕਟਰ ਹਾਂ ਤੇ ਇਹ ਘਟੀਆ ਡਾਕਟਰ ਨੇ। ਦੱਸੋ। ਦੇਖੋ, ਅਸੀਂ ਬਸ ਇੰਨਾ ਚਾਹੁੰਦੇ ਹਾਂ, ਤੁਸੀਂ ਆਪਣੀ ਫੀਸ ਸਾਡੇ ਬਰਾਬਰ ਕਰ ਲਓ, ਗੱਲ ਖਤਮ। ਅਸੀਂ ਵੀ ਤਾਂ ਚਾਹੁੰਦੇ ਹਾਂ ਗਰੀਬਾਂ ਦਾ ਭਲਾ ਹੋਵੇ, ਇਲਾਜ 'ਚ ਇਹਨਾਂ ਦੀ ਹੈਲਪ ਕੀਤੀ ਜਾਵੇ, ਪਰ ਆਪਾਂ ਵੀ ਤਾਂ ਆਪਣਾ ਬਿਜ਼ਨਸ ਚਲਾਉਣਾ ਹੈ। ਵੈਰੀ ਗੁੱਡ ਡਾਕਟਰ ਸਾਹਿਬ, ਕੀ ਬਾਤ ਹੈ। ਆਪਾਂ ਵੀ ਤਾਂ ਆਪਣਾ ਬਿਜ਼ਨਸ ਚਲਾਉਣਾ ਹੈ। ਆਖਰ ਦਿਲ ਦੀ ਗੱਲ ਜ਼ੁਬਾਨ ਤੇ ਆ ਹੀ ਗਈ। ਡਾਕਟਰ ਉਮੀਦ ਤੁਹਾਡੇ ਲਈ ਪ੍ਰੋਫੈਸ਼ਨ ਬਿਜ਼ਨਸ ਹੋਵੇਗਾ और मेरे लिए सेवा है, निष्काम सेवा। मैं डॉक्टर पैसे कमाने ਲਈ ਨਹੀਂ ਬਣਿਆ, ਗਰੀਬ ਲੋਕਾਂ ਦਾ ਇਲਾਜ ਕਰਨ ਲਈ ਬਣਿਆ। ਡਾਕਟਰ ਉਮੀ ਕਿ ਡਾਕਟਰ ਤੇ ਬਿਜ਼ਨਸਮੈਨ ਵਿੱਚ ਫਰਕ ਹੁੰਦਾ ਹੈ। ਮੇਰਾ ਇਹ ਮਤਲਬ ਨਹੀਂ ਸੀ। ਯਾਰ ਦੇਖੋ, ਮੈਂ ਇੱਕ ਸਾਧਾਰਨ ਆਦਮੀ ਹਾਂ ਜਿਸ ਦੀਆਂ ਬੇਸਿਕ ਜ਼ਰੂਰਤਾਂ 50 ਰੁਪਏ ਫੀਸ ਵਿੱਚ ਪੂਰੀਆਂ ਹੋ ਜਾਂਦੀਆਂ ਨੇ।
ਸੋ ਮੈਂ ਆਪਣੀ ਫੀਸ ਤਾਂ ਨਹੀਂ ਵਧਾਵਾਂਗਾ। ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ, ਮੇਰੇ ਮਦਰ ਦੀ ਡੈਥ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਇਲਾਜ ਮਹਿੰਗਾ ਹੋਣ ਕਾਰਨ ਅਸੀਂ ਸਰਜਰੀ ਨਹੀਂ ਸੀ ਕਰਵਾ ਸਕੇ। ਮੇਰੇ ਪਿਤਾ ਜੀ ਦੀ ਬੇਵਸੀ ਤੇ ਉਦਾਸ ਚਿਹਰਾ ਮੈਨੂੰ ਅੱਜ ਵੀ ਯਾਦ ਹੈ। ਸੋ ਮੈਂ ਨਹੀਂ ਚਾਹੁੰਦਾ ਮੇਰੇ ਹੁੰਦਿਆਂ ਮੇਰਾ ਕੋਈ ਗਰੀਬ ਭਾਈ ਭੈਣ ਦਿਲ ਦੇ ਇਲਾਜ ਕੋਲੋਂ ਮਰੇ। ਡਾਕਟਰ ਚੇਤਨ, ਮੈਂ ਸੁਣਿਆ ਕਿ ਤੁਸੀਂ ਇਲਾਜ ਕਰਨ ਦੇ ਨਾਲ ਨਾਲ ਲੋਕਾਂ ਨੂੰ ਰਾਜਨੀਤੀ ਦਾ ਪਾਠ ਵੀ ਪੜਾਉਂਦੇ ਹੋ ਤੇ ਸਿਸਟਮ ਦੇ ਵਿਰੁੱਧ ਉਕਸਾਉਂਦੇ ਵੀ ਹੋ। ਇਹ ਪਾਠ ਸਾਰੇ ਮਰੀਜ਼ਾਂ ਨੂੰ ਪੜਾਉਂਦੇ ਹੋ ਜਾਂ ਕੁਝ ਖਾਸ ਕੈਟਾਗਰੀ ਦੇ ਲੋਕਾਂ ਨੂੰ? ਡਾਕਟਰ ਵਿਕਰਾਂਤ, ਤੁਸੀਂ ਭਾਈ ਕਨਈਆ ਜੀ ਨੂੰ ਤਾਂ ਜਾਣਦੇ ਹੀ ਹੋਵੋਗੇ। ਜੀ ਜਾਣਦਾ। ਮੈਂ ਉਹਨਾਂ ਕੋਲ ਸਿੱਖਿਆ ਕਿ ਇੱਕ ਡਾਕਟਰ ਲਈ ਸਾਰੇ ਮਰੀਜ਼ ਬਰਾਬਰ ਹੁੰਦੇ ਨੇ। ਸੋ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਇੱਕੋ ਤਰ੍ਹਾਂ ਟ੍ਰੀਟ ਕਰਦਾ। ਬਾਕੀ ਰਾਜਨੀਤੀ ਨਾਲ ਤਾਂ ਅਸੀਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਾਂ। ਬਈ ਮੈਂ ਸੁਣਿਆ ਤੁਸੀਂ ਸਰਬਹਿਤ ਪਾਰਟੀ ਦੇ ਸਦਰਮ ਮੈਂਬਰ ਹੋ। ਤੁਸੀਂ ਬਿਲਕੁਲ ਸਹੀ ਸੁਣਿਆ, ਪਰ ਮੈਂ ਸਿਸਟਮ ਦੇ ਖਿਲਾਫ ਕੰਮ ਨਹੀਂ ਕਰਦਾ। ਡਾਕਟਰ ਸਾਹਿਬ, ਸਿਸਟਮ ਦੇ ਖਿਲਾਫ ਕੰਮ ਕਰਨ ਤੇ ਸਿਸਟਮ ਨੂੰ ਚੰਗਾ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ। ਡਾਕਟਰ ਹੋਣ ਦੇ ਨਾਲ ਮੈਂ ਇੱਕ ਜਾਗਰੂਕ ਨਾਗਰਿਕ ਵੀ ਹਾਂ। ਆਪਣੇ ਲੋਕਾਂ ਨੂੰ ਸੋਹਣਾ ਜੀਵਨ ਜਿਉਣ ਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਮੇਰੀ ਜ਼ਿੰਮੇਵਾਰੀ ਹੈ। ਕੀ ਹੋ ਗਿਆ ਬਈ, ਬੜਾ ਉੱਚੀ ਉੱਚੀ ਬੋਲਿਆ ਜਾ ਰਿਹਾ ਹੈ। ਆਰਾਮ ਨਾਲ ਗੱਲ ਕਰੋ ਤੇ ਕਾਫੀ ਪੀਓ। ਅੰਜਲੀ, ਹੁਣ ਸ਼ਾਇਦ ਇਹਨਾਂ ਨੂੰ ਕਾਫੀ ਦੀ ਲੋੜ ਨਹੀਂ ਰਹੀ। ਤੂੰ ਕਾਫੀ ਅੰਦਰ ਲੈ ਜਾ। ਚੇਤਨ, ਕੀ ਕਹਿ ਰਹੇ ਹੋ? ਕੀ ਹੋਇਆ? ਕੁਝ ਨਹੀਂ ਹੋਇਆ, ਬਸ ਚੱਲਦੇ ਆ। ਡਾਕਟਰ ਚੇਤਨ, ਚੰਗਾ ਸਮਾਂ ਮਾੜੇ ਸਮੇਂ 'ਚ ਬਦਲ ਲੱਗਿਆ, ਬਹੁਤੀ ਦੇਰ ਨਹੀਂ ਲੱਗਦੀ, ਧਿਆਨ ਰੱਖਿਓ। ਸ਼ੁਕਰੀਆ। ਚੇਤਨ, ਕੀ ਹੋਇਆ? ਕੁਝ ਦੱਸੋਗੇ ਵੀ? ਹੋਣਾ ਕੀ ਹੈ, ਮੈਨੂੰ ਆਪਣੀ ਲੁੱਟ 'ਚ ਸ਼ਾਮਲ ਕਰਨਾ ਚਾਹੁੰਦੇ ਸੀ, ਮੈਂ ਨਾ ਕਰ ਦਿੱਤੀ, ਬਸ ਚਲੇ ਗਏ। ਚੱਲ ਆਪਾਂ ਕਾਫੀ ਪੀਨੇ ਆ। ਉਹ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਕੁਝ ਨਾ ਕੁਝ ਤਾਂ ਕਰਨਾ ਪਊ। ਉਹ ਗੱਲ ਹੀ ਨਹੀਂ ਸੁਣਨੀ ਚਾਹੁੰਦਾ। ਜੇ ਹੀ ਹਾਲ ਰਿਹਾ ਆਪਣਾ ਹਸਪੀਟਲ ਬੰਦ ਹੋ ਜਾਣਗੇ। ਵੱਡਾ ਮਸੀਹਾ ਬੰਦਾ। ਮੈਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਆਖਰ ਇਸ ਦਾ ਤੋੜ ਕਿਵੇਂ ਉਹ ਲੱਭੀਏ। ਯਾਰ ਜੋ ਵੀ ਕਰਨਾ ਜਲਦੀ ਕਰੋ। ਮੈਂ ਆਲਰੇਡੀ ਕਲਿਨਿਕ ਤੇ ਬਹੁਤ ਖਰਚ ਕਰ ਚੁੱਕਿਆ, ਇੰਨਾ ਲੋਨ ਲਿਆ ਹੋਇਆ। ਪੇਸ਼ੈਂਟ ਕੋਈ ਟਾਮਾ ਆਉਂਦਾ, ਉਹ ਮੇਰੀਆਂ ਤਾਂ ਜੁੱਲੀਆਂ ਵਿਕ ਜਾਣਗੀਆਂ। ਮੈਂ ਸੋਚ ਰਿਹਾ ਕਿ ਇਸ ਦਾ ਕੋਈ ਪਰਮਾਨੈਂਟ ਸੋਲੂਸ਼ਨ ਕੀਤਾ ਜਾਵੇ, ਜਦ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰ ਲੈਣੀ ਚਾਹੀਦੀ ਹੈ। ਮੈਂ ਕੁਝ ਸਮਝਿਆ ਨਹੀਂ। ਸਿਸਟਮ ਤੇ ਸਟ੍ਰੈਸ, ਮਤਲਬ ਕਿ ਇਸ ਤੋਂ ਪਹਿਲਾਂ ਇਹ ਸਭ ਸਾਨੂੰ ਡੰਗ ਮਾਰੇ, ਉਸ ਤੋਂ ਪਹਿਲਾਂ ਆਪਾਂ ਇਸ ਦਾ ਸਿਰ ਕੁਚਲ ਦਿਆਂਗੇ। ਉੱਪਰ ਪਾਰਟੀ ਦੇ ਕੰਥਾਈ ਇਹ ਗੱਲ ਕੱਢਣੀ ਪਏਗੀ ਕਿ ਡਾਕਟਰ ਸਿਰਫ ਡਾਕਟਰੀ ਨਹੀਂ ਕਰਦਾ, ਬਲਕਿ ਹਾਂ ਕੌਣ? ਕੀ? ਮੈਂ ਸੂਫੀ ਕੀਰਤਾ ਕੱਟੀ ਸ਼ੋਕਰਾ ਸਿਰ ਚ ਬੂਲਾ ਪੂੰਛ ਵੀ ਗੱਲੋਂ ਚਿੱਟੀ ਆ। ਦੇਖਿਆ ਬਈ, ਮੈਂ ਤਾਂ ਤੈਨੂੰ ਪਹਿਲੀ ਕਿਹਾ ਸੀ ਵੀ ਇਸ ਵਾਰ 5 ਕਿੱਲੇ ਨਹੀਂ ਕੱਟੀ ਦਿਓ। ਮੈਂ ਤਾਂ ਹਲੇ ਡਾਕਟਰ ਦੇ ਪਹੁੰਚੀ ਆ, ਟਾਈਮ ਲੱਗ ਜੂ। ਡਾਕਟਰ ਵੀ ਨਹੀਂ ਆਏ ਹਲੇ ਤਾਂ। ਐਂ ਕਰੋ, ਕੱਟਰੂ ਦੇ ਨਹੁੰ ਤੋੜੋ ਪਹਿਲਾਂ ਤਾਂ, ਮੈਂ ਉਸ ਨੂੰ ਗੁੜ ਚਾਰ ਦਿਓ ਭੰਨ ਕੇ। ਚੱਲ ਚੰਗਾ। ਹਾਂ ਸੱਚ, ਧਿਆਨ ਰੱਖਿਓ, ਆ ਜਦੋਂ ਤੱਕ ਜੇਰ ਨਹੀਂ ਪਈ ਜਾਂਦੀ ਕਤੀੜ ਨੂੰ ਲਵੇ ਨਹੀਂ ਲੱਗਣ ਦੇਣਾ। ਚੱਲ ਚੰਗਾ। ਮੈਂ ਸਹੀ ਹੈ। ਕੀ ਦਿੱਤਾ? ਕੱਟੀ ਦਿੱਤੀ ਆ। ਵਧੀਆ। ਸਤਿ ਸ਼੍ਰੀ ਅਕਾਲ ਸਾਹਿਬ। ਬਲਵੀਰ ਸਿੰਘ। ਹਾਂਜੀ। ਲੰਬਾ ਲੰਬਾ ਸਾਹ ਲਓ ਨੱਕ ਰਾਹੀਂ। ਇੱਥੇ ਦਰਦ ਹੁੰਦਾ? ਜ਼ਿਆਦਾ ਹੁੰਦਾ? ਕੀ ਗੱਲ, ਕੋਈ ਸੱਟ ਵੱਜੀ ਹੋਈ ਹੈ? ਨਾ ਜੀ, ਫੱਟ ਤਾਂ ਨਹੀਂ ਵੱਜੀ, ਉਹ ਵੈਸੇ ਦਰਦ ਹੁੰਦਾ। ਕੁੜਤੇ ਦੇ ਬਟਨ ਖੋਲ, ਲੈ ਦੇਖਾਂ ਤਾਂ ਸਹੀ। ਆ ਕੀ ਹੋਇਆ? ਕੀ ਵੱਜਿਆ? ਡਾਕਟਰ ਸਾਹਿਬ, ਤੁਹਾਡੇ ਤੋਂ ਕੀ ਲਕੋ, ਮਾੜੀ ਲਾਗ ਨੇ ਤੰਗ ਕੀਤਾ ਹੋਇਆ ਜੀ। ਕਿਉਂ, ਕੀ ਹੋਇਆ? ਮੁੰਡਾ ਮੇਰਾ ਜੀ ਚੰਗਾ ਭਲਾ ਪੜ੍ਹਦਾ ਸੀ, 12ਵੀਂ ਪਾਸ ਕਰ ਗਿਆ। ਮੈਂ ਕਿਹਾ ਵੀ ਬਹੁਤ ਹੋ ਗਈਆਂ 12 ਜਮਾਤਾਂ, ਹੁਣ ਰਹਿਣ ਦੇ ਪੜ੍ਹਾਈ, ਖੇਤ ਕੰਮ ਕਰਿਆ ਕਰ। ਇਹਦੀ ਮਾਂ ਕਹਿੰਦੀ ਮੈਂ ਨਹੀਂ ਮੇਰੇ ਪੁੱਤ ਨੂੰ ਖੇਤੀ ਚਲਾਉਣਾ, ਨੌਕਰੀ ਕਰਾਉਣੀ ਹੈ। ਮੈਂ ਬਥੇਰਾ ਸਮਝਾਇਆ ਵੀ ਖੇਤੀ ਕਿਹੜਾ ਨੌਕਰੀ ਤੋਂ ਘੱਟ ਹੈ। ਨਹੀਂ ਮੰਨੇ ਦੋਵੇਂ ਮਾਂ ਪੁੱਤ। ਕਾਲਜ ਦਾਖਲਾ ਲੈ ਲਿਆ। ਜਿੱਦਾਂ ਦਾ ਕਾਲਜ ਜਾਣ ਲੱਗਾ, ਅੱਧਾ ਅੱਧਾ ਘੰਟਾ ਸੀਫੇ ਮਰੂਣਾ ਹੱਲਿਆ ਕਰੇ, ਅੱਧੀ ਰਾਤ ਨੂੰ ਘਰੇ ਵੜਿਆ ਕਰੇ, ਪੁੱਛੇ ਨੇ ਸਿੱਧੇ ਮੂੰਹ ਗੱਲ ਨਾ ਕਰਿਆ ਕਰੇ। ਦੱਸ ਕੀ ਜੀ, ਲੱਗੀ ਸ਼ਹਿਰ ਦੀ ਹਵਾ, ਪਤਾ ਨਹੀਂ ਕਿੱਡੇ ਧੱਕੇ ਚੜਿਆ, ਲੱਗ ਗਿਆ ਨਸ਼ੇ ਕਰਨ। ਕਿਹੜਾ ਨਸ਼ਾ ਕਰਦਾ ਹੈ? ਸਾਨੂੰ ਅਨਪੜਾਂ ਨੂੰ ਤਾਂ ਨਾਮ ਨਹੀਂ ਲੈਣਾ ਆਉਂਦਾ। ਚਿੱਟਾ ਚਿੱਟਾ ਕਹਿੰਦੇ ਆ ਭੈਣ ਦਣੀ ਦੇ। 6 ਮਹੀਨੇ ਤਾਂ ਫਰੀ ਕਰ ਲਿਆ ਆਪਣੇ ਕੰਜਰ ਨੇ, ਕਾਲਜੋਂ ਢਾਲਿਆ, ਫਿਰ ਘਰੇ ਵੀ ਨਾ ਡਿੱਗਿਆ ਕਰੇ। ਨਸ਼ੇ ਦੀ ਲੱਤ ਇੱਕ ਵਾਰ ਲੱਗ ਜੇ ਕਿੱਥੇ ਡਿੱਗਣ ਦਿੰਦੀ ਆ ਜੀ। ਘਰੋਂ ਚੋਰੀ ਕਰਨ ਲੱਗਿਆ,
ਅਸੋਂ ਅੱਗ ਕੇ ਡਾਂਗ ਚੱਕ ਲਈ ਮਾਰੀਆਂ 3-4 ਮੋਰਾਂ 'ਚ ਅੱਗੋਂ ਕੰਜਰ ਨੇ ਗੜੀ ਚੱਕ ਕੇ ਵਗਾ ਕੇ ਮਾਰੀ ਮੇਰੇ ਸਿੱਧੀ ਮੇਰੀ ਹਿੱਕ 'ਚ ਵੱਜੀ ਕੇਰਾ ਤਾਂ ਮੈਂ ਉੱਥੇ ਹੀ ਡਿੱਗ ਗਿਆ 5-6 ਮਿੰਟਾਂ ਬਾਅਦ ਹੋਸ਼ ਆਈ ਉਦੋਂ ਦਾ ਕਾਫਾ ਦਰਦ ਹੋਈ ਜਾਂਦਾ ਜੀ। ਦੇਖ ਬਲਵੀਰ, ਕੁੱਟਮਾਰ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਪਿਆਰ ਨਾਲ ਸਮਝਾ ਉਹਨੂੰ, ਨਹੀਂ ਤਾਂ ਮੇਰੇ ਕੋਲ ਲੈ ਆਈ ਕਿਸੇ ਦਿਨ। ਐਡੀ ਚੰਗੀ ਲਾਲ ਕਿੱਥੇ ਆ ਜੀ? ਬਹਿ ਕੇ ਟਕਾਈ ਨਾ ਗੱਲ ਸੁਣ ਲੈ। ਉਹ ਤਲਿੰਗਾ ਜਿਹਾ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ। ਹੁਣ ਇੱਥੇ ਪੈਰ ਬੰਦਾ ਨਜ਼ਰ ਨਹੀਂ ਰੱਖ ਸਕਦਾ। ਖੇਤ ਜਾਣਾ ਪੈਂਦਾ ਹੈ, ਮਗਰੋਂ ਫੇਰ ਟਿਪ ਜਾਂਦਾ ਹੈ। ਸਾਡੇ ਪਿੰਡ ਦਾ ਡਾਕਟਰ ਸਾਹਿਬ ਆਵਾ ਹੀ ਉੱਤਿਆ ਪਿਆ। ਅੱਧੀ ਤੋਂ ਵੱਧ ਜਵਾਨੀ ਨਸ਼ਿਆਂ ਨੇ ਖਾ ਲਈ ਜੀ। ਹਰ ਪਿੰਡ ਦਾ ਇਹੀ ਹਾਲ ਆ ਬਲਵੀਰ ਸਿਆਂ। ਨਸ਼ੇ ਕਰਕੇ ਸਭ ਤੋਂ ਵੱਧ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਨੇ। ਉੱਤੋਂ ਪੈਸੇ ਦੀ ਬਰਬਾਦੀ, ਘਰ ਦੀ ਬਰਬਾਦੀ। ਦੇਖੋ ਡਾਕਟਰ ਸਾਹਿਬ, ਜਵਾਨੀ ਬਾਰੇ ਅਸੀਂ ਵੀ ਨਸ਼ਾ ਕਰਦੇ ਸੀ, ਭੁੱਕੀ ਖਾਂਦੇ ਸੀ, ਪਰ ਕੰਮ ਤਾਂ ਕਰਦੇ ਸੀ। ਦਿਨ ਰਾਤ ਖੇਤਾਂ 'ਚ ਘੱਟਾ ਢੋਂਦੇ ਰਹਿੰਦੇ, ਰਾਤ ਨੂੰ ਦਾਰੂ ਵੀ ਪੀਂਦੇ, ਪਰ ਖੁਰਾਕ ਦੁੱਧ ਘਿਓ ਰੱਜ ਕੇ ਖਾਂਦੇ ਸੀ। ਸਰੀਰ ਨੂੰ ਭੋਰਾ ਪਤਾ ਨਹੀਂ ਸੀ ਲੱਗਦਾ ਨਸ਼ਾ ਅੰਦਰ ਗਿਆ ਹੈ। ਸਾਰਾ ਮੁੜ ਕੇ ਤਾਂ ਨਹੀਂ ਬਾਹਰ ਨਿਕਲ ਆਉਂਦਾ। ਰੱਜ ਦੇ ਪਾੜੂਏ ਨਾ ਦਾ ਕੰਮ ਕਰਨਾ ਕੁਛ ਹੋਰ, ਬਾਸਾ ਮਲੈਲ ਜਾ ਫੜ ਕੇ ਕਦੀ ਇੱਧਰ ਕਦੀ ਉੱਧਰ, ਕੰਮ ਨੂੰ ਕਦੋਂ ਸੱਪ ਲੜ ਜਾਂਦਾ। ਹੁਣ ਛੱਡ ਗਿਆ ਕਿ ਨਹੀਂ? ਕਿੱਥੇ ਛੱਡਿਆ? ਨਾਲੇ ਪੈਸੇ ਕਮਾਉਣੇ ਹੁੰਦੇ ਨੇ, ਕਿੱਥੇ ਛੱਡਣ ਦਿੰਦੇ ਨੇ? ਕਾਲਜ ਦੀਆਂ ਯਾਰੀਆਂ ਲਾਈਆਂ ਹੋਈਆਂ ਨੇ ਜੀ। ਹੁਣ ਵਾਲੇ ਸਕੂਟਰ ਤੇ ਚੜ ਕੇ ਪਿੰਡ ਆ ਕੇ ਫੜਾ ਦਿੰਦੇ ਨੇ ਕੁੜੀਆਂ ਦੀਆਂ। ਨਸਲ ਹੀ ਬਰਬਾਦ ਹੋ ਗਈ ਜੀ। ਇੰਨਾ ਸਾਰਿਆਂ ਤੋਂ ਜਵਾਕ ਨਹੀਂ ਜੰਮੇ ਜਾਣੇ। ਯਾਰ ਪਿੰਡ ਦੇ ਸਿਆਣੇ ਬੰਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਕੋਲ ਜਾਓ। ਉਹ ਜੇ ਪੁਲਿਸ ਕਿਸੇ ਕਾਰੀ ਹੁੰਦੀ ਤਾਂ ਗੱਲ ਹੀ ਕੀ? ਸਭ ਮਿਲੇ ਹੋਏ ਨੇ। ਜੇ ਪੁਲਿਸ ਕਰੀ ਦੀ ਨਹੀਂ ਤਾਂ ਆਪ ਇਕੱਠੇ ਹੋਵੋ। ਪਿੰਡ ਠੀਕਰੀ ਪੈਰਾ ਲਾਓ। ਕਿਸੇ ਦੀ ਕੀ ਮਜਾਲਾ ਵੀ ਨਸ਼ਾ ਵੇਚ ਲਈ ਪਿੰਡ ਬਣ ਜੇ। ਇਹ ਕਿਉਂ ਬੜੀ ਤਾਕਤ ਹੁੰਦੀ ਹੈ ਬਲਵੀਰ ਸਿਆਂ। ਠੀਕ ਹੈ ਡਾਕਟਰ ਸਾਹਿਬ, ਤੁਹਾਡੀ ਗੱਲ ਥੋੜੀ ਥੋੜੀ ਪੱਲੇ ਪੈ ਗਈ। ਮੈਂ ਕਰਦਾ ਜਾ ਕੇ ਪਿੰਡ ਵਾਲਿਆਂ ਨਾਲ ਗੱਲ। ਚਲੋ ਬਹੁਤੀ ਨਹੀਂ ਤੇ ਥੋੜੀ ਸਹੀ, ਕੁਝ ਤਾਂ ਫਰਕ ਪਏਗਾ। ਮੈਂ ਦਵਾਈ ਲਿਖ ਰਿਹਾ, 3 ਦਿਨ ਖਾਣੀ ਹੈ, ਦਰਦ ਠੀਕ ਹੋ ਜੂ। ਆਹ ਟਿਊਬ ਵੀ ਲਿਖੀ ਹੈ, ਜਿੱਥੇ ਸੱਟ ਲੱਗੀ ਹੋਈ ਹੈ ਰਾਤ ਨੂੰ ਸੌਣ ਵੇਲੇ ਲਾ ਲਿਆ ਕਰੋ। ਚੰਗਾ ਜੀ, ਸਤਿ ਸ੍ਰੀ ਅਕਾਲ। ਸੁਖੀ, ਮੈਂ ਖਾਣਾ ਖਾ ਕੇ ਆਇਆ। ਹੈਲੋ, ਹਾਂ ਬੋਲ ਕੌਣ? ਦਰਸ਼ਨ। ਹਾਂ ਦਰਸ਼ਨ ਬੋਲ। ਮੈਂ ਠੀਕ ਆ, ਬਸ ਦਵਾਈ ਜੀ ਲੈਣ ਆਇਆ ਸੀ ਡਾਕਟਰ ਜੇਤੇ ਕੋਲ। ਹੌਲ ਜੇ ਪੈਂਦੇ ਨੇ 2-3 ਦਿਨਾਂ ਦੇ ਦਿਨ ਚ। ਔਰ ਕਣਕ ਬੀਜ ਲਈ ਕਿੱਥੇ ਯਾਰ? ਸਾਡੇ ਵਾਲੀ ਐਕਟੀ ਕਰੰਟ ਹੋ ਗਈ। ਹੱਥ ਨੇ ਬੀਜ ਕੇ ਰਾਤ ਨੂੰ ਛਿੜਕਾ ਜਿਹਾ ਕਰ ਗਿਆ ਮੇਰੀ। 3-4 ਦਿਨ ਤਾਂ ਦੇਖਦੇ ਰਹੇ, ਫਿਰ ਹਾਰ ਕੇ ਦੁਬਾਰੇ ਬੀਜੀ। ਹੁਣ ਹੋਰ ਪੰਗਾ ਪੈ ਗਿਆ, ਸੰਗੜੀ ਵਾਲੀ ਹੋ ਗਈ। ਉਹ ਪਹਿਲਾਂ ਵਾਲੀ ਵੀ ਨਾਲੇ ਨਿਕਲ ਆਈ। ਚੱਲ ਚੰਗਾ, ਮਾਰੀ ਕਿਤੇ ਗੇੜਾ, ਬਹਿ ਕੇ ਕਰਾਈ ਕਬੀਲਦਾਰੀ ਦੀਆਂ ਗੱਲਾਂ। ਮੇਰੇ ਮਾਮੇ ਹੁਰੀ 3 ਭਾਈ, ਸਭ ਤੋਂ ਛੋਟਾ ਸੀ ਦੁੱਲਾ। ਉਹ ਛੋਟੇ ਹੁੰਦੇ ਆਪਣੇ ਨਾਨਕੀ ਰਹਿੰਦਾ ਸੀ, ਉੱਥੇ ਉਹਦਾ ਵਿਆਹ ਕਰਤਾ ਜੀ। ਮੈਂ ਆਪਣੇ ਨਾਨਕੇ ਜਾਂਦਾ, ਫਿਰ ਅਸੀਂ ਦੁੱਲੇ ਮਾਮੇ ਦੇ ਨਾਨਕੇ ਚਲੇ ਜਾਂਦੇ। ਬੜਾ ਨਾਂ ਹੈ ਜੀ ਉੱਥੇ ਟੋਬੇ 'ਚ। ਦੁੱਲੇ ਮਾਮੇ ਦਾ ਇੱਕ ਮਲਾਜੇਦਾਰ ਹੁੰਦਾ ਸੀ। ਮੈਂ ਤਾਂ ਖਰਨਿਆਣੀ ਹੁੰਦਾ ਸੀ, ਪਰ ਸਮਝ ਮੈਨੂੰ ਸਾਰੀ ਸੀ। ਉਹ ਇੱਕ ਦਿਨ ਸਾਨੂੰ ਆਪਣੇ ਖੇਤ ਲੈ ਗਿਆ। ਬੜੇ ਅੰਬ ਖਾਦੇ ਜੀ ਉੱਥੇ। ਅੰਬ ਦਾ ਡਾਣਾ ਟੁੱਟ ਕੇ ਮੇਰੇ ਲੱਗਿਆ, ਮੇਰੀ ਬਾਹ ਟੁੱਟ ਗਈ। ਮੈਂ ਕੱਢਾਂ ਲੈ ਲੜੀਆਂ। ਜਿਹੜਾ ਦੁੱਲੇ ਮਾਮੇ ਦਾ ਮਲਾਜੇਦਾਰ ਸੀ, ਉਹ ਗੱਡੇ 'ਚ ਪਾ ਕੇ ਪਿੰਡ ਲੈ ਆਇਆ। ਉੱਥੇ ਇੱਕ ਲੱਤਾਂ ਬਾਹਾਂ ਚਾੜਦਾ ਹੁੰਦਾ ਸੀ, ਖਬਰੇ ਉਹਦਾ ਨਾਂ ਪਤਾ ਨਹੀਂ, ਗਰਮੇਲ ਸੀ ਜਾਂ ਹਰਮੇਲ। ਚਲੋ ਛੱਡੋ, ਆਪਾਂ ਕੀ ਲੈਣਾ। ਉਹਦੇ ਕੋਲ ਲੈ ਗਏ ਮੈਨੂੰ, ਉਹਨੇ ਮੇਰੀ ਬਾਹ ਚਾੜਤੀ। ਉੱਥੇ ਹੀ ਮਿਲਿਆ ਸੀ ਮੈਨੂੰ ਦਰਸ਼ਨ। ਐਵੇਂ ਸਰਸਰੀ ਜਿਹੀਆਂ ਗੱਲਾਂ ਕਰਨ ਲੱਗ ਪਏ। ਹਫਤਾ ਮੈਂ ਵੀ ਉੱਥੇ ਜਾਂਦਾ ਰਿਹਾ, ਦਰਸ਼ਨ ਵੀ ਆ ਜਾਂਦਾ। ਵਧੀਆ ਜਾਣ ਪਛਾਣ ਜੀ ਬਣ ਗਈ। ਹੌਲੀ ਹੌਲੀ ਦੁੱਖ ਸੁੱਖ 'ਚ ਵੀ ਆਉਣ ਜਾਣ ਲੱਗ ਪਏ। ਹੁਣ ਤਾਂ ਵਧੀਆ ਰਿਸ਼ਤੇਦਾਰੀ ਵਾਲਾ ਕੰਮ ਹੈ ਜੀ। ਉਸੇ ਦਰਸ਼ਨ ਦਾ ਫੋਨ ਸੀ। ਚੰਨਣ ਸਿੰਘ ਜੀ, ਇਹ ਘਰ ਨਹੀਂ ਹਸਪਤਾਲ ਹੈ। ਇੱਥੇ ਫੋਨ ਸੁਣਨਾ ਮਨਾ ਕੀਤਾ ਹੋਇਆ। ਉਹ ਤਾਂ ਆ ਗਿਆ ਜੀ, ਤਾਂ ਚੱਕਣਾ ਪੈ ਗਿਆ ਜੀ। ਨਾ ਫਿਰ ਇੰਨੀ ਬਿੰਗ ਬੜੇਵੇਂ ਵਾਲੀ ਰਿਸ਼ਤੇਦਾਰੀ ਇਹਨਾਂ ਨੂੰ ਦੱਸਣੀ ਜ਼ਰੂਰੀ ਸੀ। ਚੱਲ ਜਾ ਅੰਦਰ, ਡਾਕਟਰ ਸਾਹਿਬ ਆ ਗਏ। ਡਾਕਟਰ ਸਾਹਿਬ, ਬੜੀ ਕਾਹਲ ਆ ਜੀ ਜਾਣ ਦੀ। ਮੈਂ ਸੁਈ ਹੈ ਜੀ। ਵਿੱਚ ਕਾਲੀ ਤਾਂ ਚਲੇ ਜਾ, ਭਾਈ ਰਹਿਣ ਦਿੰਦੇ ਆ। ਨਾ ਜੀ, ਫੇਰ ਹੁਣ ਆਪੂ ਦਵਾਈ ਤਾਂ ਦੇ ਹੀ ਦਿਓ। ਤਕਲੀਫ ਕੀ ਹੈ? ਹਾਂ ਚੜਦਾ ਜੀ, ਫਿਰ ਛਾਤੀ 'ਚ ਡੰਗ ਜੇ ਵੱਜਣ ਲੱਗ ਜਾਂਦੇ ਨੇ। 7-8 ਦਿਨਾਂ ਤੋਂ ਬਾਹਲੀ ਦਰਦ ਹੋ ਰਿਹਾ। ਆ ਟੈਸਟ ਜੇ ਕਰਾਏ ਸੀ, ਇੱਕ ਡਾਕਟਰ ਕਹਿੰਦਾ ਹਾਂ ਬਾਈ ਤੇਰਾ ਖੂਨ ਗਾੜਾ ਬਹੁਤ ਹੋ ਗਿਆ। ਮੈਂ ਕਿਹਾ ਬਾਈ ਜੇ ਗਾੜਾ ਹੋ ਗਿਆ ਤਾਂ ਪਤਲਾ ਕਰ ਦਿਓ। ਅੱਗੋਂ ਹੱਸਣ ਲੱਗ ਪਿਆ। ਮੇਰੇ ਚਾਚੇ ਦਾ ਮੁੰਡਾ ਕਹਿੰਦਾ ਬਾਈ ਤੂੰ ਡਾਕਟਰ ਚੇਤੇ ਕੋਲ ਜਾ ਕੇ ਆ, ਨਾਲੇ ਆ ਪੁੱਠੀਆਂ ਸਿੱਧੀਆਂ ਲੈਣ ਵਾਲਾ ਟੈਸਟ ਜਿਹਾ ਕੀਤਾ ਸੀ। ਇਹਨੂੰ ECG ਕਹਿੰਦੇ ਨੇ। ਸ਼ਰਾਬ ਤਾਂ ਨਹੀਂ ਪੀਂਦਾ? ਵਿਆਹ ਸ਼ਾਦੀ ਤਾਂ ਪੀ ਲਈ ਜੀ, ਉਹ ਨਹੀਂ ਕਦੇ ਪੀਤੀ। ਦੱਸੋ ਕੋਈ ਖਰਾਬੀ ਹੈ ਜੀ? ਖਰਾਬੀ ਤੇ ਕੋਈ ਨਹੀਂ, ਪਰ ਅੱਗੇ ਤੋਂ ਮਿੱਠਾ ਬਿਲਕੁਲ ਹੀ ਬੰਦ ਕਰ ਦੇ। ਤੇਲ ਘਿਓ ਵੀ ਘੱਟ। ਤੇਰਾ ਕੋਲੇਸਟ੍ਰੋਲ ਬਹੁਤ ਵਧਿਆ ਹੋਇਆ। ਉਹ ਕੀ ਹੁੰਦਾ ਜੀ? ਤੇਰੀ ਸਮਝ ਤੋਂ ਬਾਹਰ ਹੈ। ਵੈਸੇ ਖੂਨ ਕਦੇ ਗਾੜਾ ਨਹੀਂ ਹੁੰਦਾ, ਐਵੇਂ ਡਰਾ ਦਿੱਤਾ ਤੈਨੂੰ। ਲੈ, ਮੈਂ ਤਾਂ ਉਹਦਾ ਪਾਣੀ ਬਹੁਤ ਪੀਣ ਲੱਗ ਗਿਆ ਜੀ। ਮੈਂ ਕਿਹਾ ਸ਼ਾਇਦ ਖੂਨ ਪਤਲੀ ਹੋ ਜੂ। ਚਲੇ ਤਾਂ ਚੰਗਾ ਹੈ, ਇਸੇ ਬਹਾਨੇ ਤੂੰ ਪਾਣੀ ਤਾਂ ਪੀਣ ਲੱਗ ਗਿਆ। ਆ ਦਵਾਈ ਸਾਰੀ ਖਾਣੀ ਹੈ ਜਿਵੇਂ ਲਿਖੀ ਹੈ।
ਠੀਕ ਹੈ ਜੀ। ਉਹਨਾਂ ਨੇ ਹਾਂ ਫੋਨ ਤੇ ਨਾ ਉੱਚੀ ਨਾ ਬੋਲਿਆ ਕਰ, ਇੰਨਾ ਉੱਚੀ ਬੋਲਣਾ ਦਿਲ ਲਈ ਚੰਗਾ ਨਹੀਂ ਹੁੰਦਾ। ਚੰਗਾ ਜੀ। ਡਾਕਟਰ ਸਾਹਿਬ ਗੋਲੀ ਖਾ ਲਵਾਂ ਜੀ? ਕੁਛ ਨਹੀਂ ਖਾਣਾ। ਲੈ ਫਿਰ ਮੈਂ ਸੂਈ ਦਾ ਫਾਇਦਾ ਕੀ ਹੋਇਆ? ਸਾਡਾ ਘਰ ਥੋੜਾ ਜਲਦੀ ਜਾਣੀ, ਪੇਸ਼ੈਂਟ ਵੀ ਲਾਸਟ ਹੀ ਰਹਿ ਗਿਆ। ਭੇਜੋ। ਠੀਕ ਹੈ ਸਰ। ਇੰਦਰਾ ਜੀ ਅੰਦਰ ਜਾਓ। हेलो सर। हेलो, बैठो। जी शुक्रिया। हाँ जी दसो। सर मेरी चेस्ट में पहले भी कई बार पेन हुआ, पर कुछ समय से बहुत ज्यादा हुआ। किस वक्त तुंदा पेन? जी रात को सोते वक्त काफी होता है। जब ज्यादा सोचती हूँ तो कभी कभी सांस लेने में भी तकलीफ होती है। काम की करते हो? जी मैं स्कूल अध्यापक हूँ और एक साहित्यकार भी। ओ साहित्यकार, इस समाज का शीशा। फिर सोचना तो ਤੁਹਾਡੀ मजबूरी है। वो साहित्यकार कहता जो सोचे ना। वैसे तुम लिखते की हो? कहानियाँ लिखती हूँ सर, और साथ साथ कविताएं भी। सर दरअसल मुझसे किसी की तकलीफ नहीं देखी जाती। जब भी मैं किसी आदमी या किसी जानवर को तकलीफ में देखती हूँ तो मेरे अंदर एक टीस सी उठती है जो मुझे झंझोड़ कर रख देती है। ਤੁਹਾਡੇ ਜ਼ਿੰਦਾ ਹੋਣ ਦਾ ਸਬੂਤ ਇਹ ਹੈ ਕਿ ਤੁਹਾਡੇ ਅੰਦਰ ਚੀਸ ਉੱਠਦੀ ਹੈ। ਜਿਸ ਦਿਨ ਇਹ ਚੀਸ ਉੱਠਣੀ ਬੰਦ ਹੋਊਗੀ ਉਸੇ ਦਿਨ ਤੁਸੀਂ ਮਰ ਜਾਓਗੇ। ਦੁਨੀਆ ਵਿੱਚ 10% ਲੋਕ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਨੇ। ਜੀਵਾਂ ਦਾ ਦੁੱਖ ਦਰਦ ਦੇਖ ਕੇ ਉਹਨਾਂ ਦਾ ਮਨ ਪਸੀਜ ਜਾਂਦਾ ਹੈ। ਇਹੀ ਸੰਵੇਦਨਾ ਸਾਹਿਤ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆ ਜਾਂਦੀ ਹੈ। सर जिनको इस तरह की तकलीफ नहीं होती वो ਉਹ ਸਰੀਰਕ ਤੌਰ ਤੇ ਜ਼ਿੰਦਾ ਜ਼ਰੂਰ ਦਿਖਾਈ ਦਿੰਦੇ ਨੇ ਪਰ ਚੇਤਨਾ ਦੇ ਪੱਧਰ ਤੇ ਇੱਕ ਤਰ੍ਹਾਂ ਨਾਲ ਡੈਡ ਹੀ ਹੁੰਦੇ ਨੇ। ਬਾਕੀ ਇੰਦਰਾ ਜੀ ਥਿਊਰੀ ਹੈ ਸਿਸਟਮ ਤੇ ਸਟ੍ਰੈਸ ਦੀ। ਸਾਡਾ ਸੋਸ਼ੋ ਪੋਲੀਟੀਕਲ ਸਿਸਟਮ ਲੋਕਾਂ ਦੀ ਸਟ੍ਰੈਸ ਦਾ ਮੇਨ ਕਾਰਨ ਹੈ। 90% ਲੋਕ ਇਸ ਦਾ ਸ਼ਿਕਾਰ ਨੇ। ਇਹੀ ਸਟ੍ਰੈਸ ਅੱਗੇ ਚੱਲ ਕੇ ਬਿਮਾਰੀ ਦਾ ਰੂਪ ਧਾਰ ਲੈਂਦਾ ਹੈ। ਇਸ ਲਈ ਦੇਸ਼ ਦਾ ਇੰਨਾ ਬੁਰਾ ਹਾਲ ਹੈ। सर देश का इतना बुरा हाल हो जाएगा कभी सोचा नहीं। हर रोज बलात्कार हो रहे हैं। कोई भी दिन ऐसा नहीं होता जिस दिन कोई किसान या मजदूर खुदकुशी नहीं करता। गरीब दिनों दिन गरीब होता जा रहा है और अमीर होता जा रहा है। इस पूंजीवादी व्यवस्था ने आदमी को चीजें खरीदने और बेचने तक सीमित कर दिया है और ये टेक्नोलॉजी इसने तो आदमी को आदमी से ही अलग कर दिया। ਇਸ ਦਾ ਕਾਰਨ ਹੈ ਸਾਡਾ ਮਾੜਾ ਸਿੱਖਿਆ ਪ੍ਰਬੰਧ ਜਿਸ ਨੇ ਮਨੁੱਖ ਨੂੰ ਸਾਖਰਤਾ ਕੀਤਾ ਪਰ ਜੀਵਨ ਦ੍ਰਿਸ਼ਟੀ ਨਹੀਂ ਦਿੱਤੀ। ਇੰਦਰਾ ਜੀ ਬਾਣੀ ਵਿੱਚ ਲਿਖਿਆ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਅਵਿਦਿਆ ਨੇ ਮਨੁੱਖ ਨੂੰ ਜੀਵਨ ਦ੍ਰਿਸ਼ਟੀ ਦੇਣੀ ਹੁੰਦੀ ਹੈ। ਉਹ ਦ੍ਰਿਸ਼ਟੀ ਜਿਹੜੀ ਉਸ ਨੂੰ ਇਸ ਬ੍ਰਹਿਮੰਡ ਨੂੰ ਸੋਹਣਾ ਬਣਾਉਣ ਤੇ ਸਮਝਣ ਲਈ ਪ੍ਰੇਰਿਤ ਕਰੇ। ਪਰ ਮਾਡਰਨ ਐਜੂਕੇਸ਼ਨ ਨੇ ਮਨੁੱਖ ਨੂੰ ਆਸ ਖਾਇਆ ਕਿ ਪੈਸਾ ਕਮਾਉਣਾ ਤੇ ਜਮ੍ਹਾਂ ਕਰਨਾ ਹੀ ਜੀਵਨ ਦਾ ਇੱਕਮਾਤਰ ਮੰਤਵ ਹੈ। ਇਸੇ ਮੰਤਵ ਨੇ ਆਰਥਿਕ ਲੁੱਟ ਨੂੰ ਜਨਮ ਦਿੱਤਾ। जी सर मुझे लगता है हम विकास के नाम पर विनाश की ओर जा रहे हैं। ये धरती, हवा, पानी, अनाज, ये सब कुछ हमने दूषित कर दिया है। जंगल खत्म हो रहे हैं। पशु प्लास्टिक की थैलियां खाने को मजबूर है। इश्तिहारबाजी और दिखावेबाजी के कल्चर ने आदमी को बाजार में व्यस्त कर दिया है और उन्हीं बाजारों से हम कूड़ा करकट खरीद कर अपने घर भरे जा रहे हैं। सही कहा। और सर अध्यापकों के बीच कपड़े और कारों के मुकाबले चल रहे। कल मुझे एक प्रोफेसर मिले, कहने लगे इंदिरा यूनिवर्सिटी में सिर्फ 2 ही लोग स्कॉडा में आते हैं। मैंने कहा कौन? एक तो मेरी पत्नी, दूजा वाइस चांसलर। अब आप ही बताइए सर ऐसे अध्यापक बच्चों को क्या दृष्टि दें? ਉਹੀ ਤਾਂ ਮੈਂ ਕਿਹਾ ਮਾਡਰਨ ਐਜੂਕੇਸ਼ਨ ਚੋਂ ਆਤਮਿਕ ਉન્નਤੀ ਤੇ ਗਿਆਨ ਪੂਰੀ ਤਰ੍ਹਾਂ ਗਾਇਬ ਹੈ। ਵੀ ਜਾਣਕਾਰੀ ਤੇ ਗਿਆਨ ਵਿੱਚ ਅੰਤਰ ਸਮਝਣ ਚ ਅਸੀਂ ਪੂਰੀ ਤਰ੍ਹਾਂ ਨਾਕਾਮ ਰਹੇ ਹਾਂ। ਮਨੁੱਖ ਨੂੰ ਗਿਆਨ ਤੋਂ ਦੂਰ ਰੱਖਣਾ ਸਰਮਾਏਦਾਰੀ ਦੀ ਸਾਜ਼ਿਸ਼ ਹੈ। ਸੋ ਇੰਦਰਾ ਜੀ ਡਟੇ ਰਹੋ ਇਸ ਸਰਮਾਏਦਾਰੀ ਸਿਸਟਮ ਦੇ ਖਿਲਾਫ। ਹੋਣ ਦੇ ਤਕਲੀਫ ਇਹੀ ਤਕਲੀਫ ਹੈ ਜਿਹੜੀ ਸਰਮਾਏਦਾਰੀ ਦਾ ਖਾਤਮਾ ਕਰੇਗੀ। ਬਾਕੀ ਮੈਂ ਦਵਾਈ ਲਿਖ ਰਿਹਾ ਕੋਈ ਦਿਨ ਸਵੇਰੇ ਉੱਠ ਕੇ ਸਾਹ ਦੀ ਐਕਸਰਸਾਈਜ਼ ਕਰਨੀ ਹੈ। जी सर। ਤੇ ਤੁਹਾਡੇ ਕੋਲ ਤੁਹਾਡੀ ਲਿਖੀ ਕੋਈ ਕਿਤਾਬ ਹੈ ਤਾਂ ਮੈਨੂੰ ਜ਼ਰੂਰ ਦਿਓ। जी सर। ये सर मेरी नई किताब। अमलतास उदास है। जी नमस्कार सर। सर ये सिस्टम और स्ट्रेस की थ्योरी किसने लिखी? उसना चीज ਨੂੰ ਡਾਕਟਰ ਚੇਤਨ ਕਹਿੰਦੇ ਨੇ। फिर तो आप भी लेखक हुए। कमाल कर दिया सर। ਕਮਾਲ ਤਾਂ ਉਸ ਦਿਨ ਹੋਵੇਗੀ ਜਿਸ ਦਿਨ ਸਿਸਟਮ ਤੇ ਸਟ੍ਰੈਸ ਦੀ ਥਿਊਰੀ ਲੋਕਾਂ ਦੇ ਸਰਮਾਏਦਾਰੀ ਪ੍ਰਬੰਧ ਨੂੰ ਤਹਿਸ ਨਹਿਸ ਕਰ ਦੇਣਗੇ। ਸਾਹ ਥਿਊਰੀ ਤਾਂ ਲੋਕਾਂ ਦੇ ਖਾਣੇ 'ਚ ਪੈਗੀ ਜੀ। ਉਹ ਕੀ ਵਗ ਰਹੇ ਹੈ? ਆਪ ਵਕਤ ਨਹੀਂ ਰਿਹਾ ਜੀ, ਸੱਚ ਕਹਿ ਰਿਹਾ। ਆਪਣੇ ਡਾਕਟਰ ਵਿਕਰਾਂਤ ਹੋਰਾਂ ਨੇ ਖਬਰ ਦਿੱਤੀ ਆ, ਝੂਠ ਹੋ ਹੀ ਨਹੀਂ ਸਕਦੀ। ਬਾਰੇ ਡਾਕਟਰ ਹੈ ਕੌਣ? ਸਾਹਿਬ ਜੀ ਨਾਮ ਹੈ ਡਾਕਟਰ ਚੇਤਨ, ਸ਼ਹਿਰ 'ਚ ਨਵਾਂ ਆਇਆ।
ਪੇਸ਼ੇ ਤੋਂ ਤਾਂ ਹਾਰਟ ਸਪੈਸ਼ਲਿਸਟ ਆ ਪਰ ਲੋਕਾਂ ਨੂੰ ਸਿਸਟਮ ਖਿਲਾਫ ਦਿਖਾਉਂਦਾ ਜੀ। ਉਹ ਭੜਕਾਈ ਜਾਣ ਦੇ, ਕੁਝ ਨਹੀਂ ਹੁੰਦਾ। ਆਪ ਗੱਲ ਨੂੰ ਸਮਝੋ, ਡਾਕਟਰ ਬੜਾ ਖਤਰਨਾਕ ਸਿੱਧ ਹੋ ਸਕਦਾ, ਲੋਕਾਂ ਦਾ ਮਸੀਹਾ ਬਣਦਾ ਜਾਂਦਾ। ਸ਼ਹਿਰ ਦੇ ਦਿਲ ਦੇ ਸਾਰੇ ਹਸਪਤਾਲ ਤਾਂ ਖਾਲੀ ਹੋ ਗਏ, ਸਾਰੇ ਮਰੀਜ਼ ਇਸੇ ਡਾਕਟਰ ਕੋਲ ਜਾਂਦੇ ਨੇ। ਉਹ ਫੇਰ ਤਾਂ ਚੰਗਾ ਡਾਕਟਰ ਹੋਣਾ, ਤਾਂ ਹੀ ਤਾਂ ਲੋਕ ਉਹਦੇ ਕੋਲ ਇਲਾਜ ਕਰਾਉਣ ਜਾਂਦੇ ਨੇ। ਹਾਂ ਤੁਸੀਂ ਪਿਛਲੀ ਗੱਲ ਨਹੀਂ ਸਮਝਿਆ ਜੀ, ਡਾਕਟਰ ਤਾਂ ਕਮਾਲ ਦੇ ਵਿੱਚ ਕੋਈ ਸ਼ੱਕ ਨਹੀਂ, ਪਿੰਡਾਂ ਦੇ ਸਾਰੇ ਮਰੀਜ਼ ਉਹਦੇ ਕੋਲ ਜਾਂਦੇ ਨੇ, ਸ਼ਹਿਰ ਦੇ ਸਾਰੇ ਗਰੀਬ ਬੰਦੇ ਉੱਥੇ ਜਾਂਦੇ ਨੇ। ਫੀਸ ਤੇ ਰੱਖੇ ਹੋਏ ਨੇ 50 ਰੁਪਏ, ਉਲਟਾ ਕਈ ਵਾਰ ਉਹ ਵੀ ਨਹੀਂ ਲੈਂਦਾ, ਦਵਾਈ ਮੁਫਤ ਦੇ ਦਿੰਦਾ ਜੀ। ਓਏ ਤਾਂ ਬੜੀ ਖੁਸ਼ੀ ਦੀ ਗੱਲ ਆ। ਕਿਉਂ ਕਰੋ, ਉਹਦੇ ਸ਼ਹਿਰ ਵਿੱਚ ਇੱਕ ਵੱਡਾ ਸਾਰਾ ਪ੍ਰੋਗਰਾਮ ਰੱਖੋ, ਉਸ ਨੂੰ ਸਨਮਾਨਿਤ ਕਰੋ, ਪਾਰਟੀ ਦੀ ਬੱਲੇ ਬੱਲੇ ਹੋ ਜੂ। ਆਹ ਪਿਛਲੀ ਗੱਲ ਤੁਸੀਂ ਹਾਲੇ ਵੀ ਨਹੀਂ ਸਮਝੇ। ਉਹ ਮਰੀਜ਼ਾਂ ਨੂੰ ਕਹਿੰਦਾ ਕਿ ਤੁਹਾਡੀਆਂ ਬਿਮਾਰੀਆਂ ਦਾ ਕਾਰਨ ਸਟ੍ਰੈਸ, ਤੇ ਸਟ੍ਰੈਸ ਹੁੰਦਾ ਸਿਸਟਮ ਤੋਂ, ਸਿਸਟਮ ਮਤਲਬ ਸਰਕਾਰ। ਕਮਾਲ ਹੈ ਯਾਰ, ਆ ਲੋਕਾਂ ਦੀਆਂ ਬਿਮਾਰੀਆਂ ਦਾ ਸਰਕਾਰ ਨਾਲ ਕੀ ਸੰਬੰਧ? ਇਹੀ ਤਾਂ ਸੋਚਣ ਵਾਲੀ ਗੱਲ ਹੈ ਸਾਹਿਬ, ਪਰ ਉਹ ਡਾਕਟਰ ਤਾਂ ਇਹੀ ਸਾਬਿਤ ਕਰ ਰਿਹਾ ਨਾ ਸਾਹਿਬ। ਉਹ ਤਾਂ ਇਹ ਵੀ ਕਹਿੰਦਾ ਕਿ ਬਿਮਾਰੀਆਂ ਦਾ ਅਸਲ ਕਾਰਨ ਨੇਤਾ ਲੋਕ ਨੇ। ਮਤਲਬ ਕਿ ਲੋਕ ਸਾਡੇ ਕਰਕੇ ਬਿਮਾਰ ਹੁੰਦੇ ਨੇ? ਜੀ ਸਾਹਿਬ, ਉਹ ਤਾਂ ਇਹੀ ਕਹਿੰਦਾ। ਉਹ ਕਿਵੇਂ? ਸਾਹਿਬ ਉਹ ਲੋਕਾਂ ਨੂੰ ਕਹਿੰਦਾ ਕਿ ਵੋਟਾਂ ਪਾ ਕੇ ਇਮਾਨਦਾਰ ਬੰਦੇ ਨੂੰ ਚੁਣੋ, ਜੇ ਨੇਤਾ ਲੋਕ ਇਮਾਨਦਾਰ ਹੋਣਗੇ ਤਾਂ ਸਿਸਟਮ ਆਪਣੇ ਆਪ ਸਹੀ ਹੋ ਜਾਵੇਗਾ, ਜੇ ਸਿਸਟਮ ਸਹੀ ਹੋ ਗਿਆ ਤਾਂ ਲੋਕਾਂ ਤੇ ਕੋਈ ਸਟ੍ਰੈਸ ਨਹੀਂ ਪਵੇਗਾ, ਜਦ ਸਟ੍ਰੈਸ ਨਹੀਂ ਪਵੇਗਾ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਇਹ ਤਾਂ ਬੜਾ ਸੀਰੀਅਸ ਮੈਟਰ ਹੈ, ਮਤਲਬ ਕਿ ਸੀਰੀਅਸ ਕਿਸਮ ਦਾ ਸਟ੍ਰੈਸ। ਆ ਲੋਕਾਂ ਦਾ ਕੀ ਖਿਆਲ ਹੈ ਇਸ ਬਾਰੇ? ਸਾਹਿਬ ਲੋਕਾਂ ਨੂੰ ਹੌਲੀ ਹੌਲੀ ਉਹਦੀ ਗੱਲ ਸਮਝਾਉਣ ਲੱਗ ਪਈ ਹੈ, ਤੇ ਲੋਕ ਵੀ ਕੌਣ ਨੇ? ਅਨਪੜ੍ਹ, ਦਿਹਾਤੀ ਤੇ ਗਰੀਬ। ਮੁੱਕਦੀ ਗੱਲ ਇਹ ਸਾਹਿਬ, ਜਦੋਂ ਅਨਪੜ੍ਹ, ਦਿਹਾਤੀ ਤੇ ਗਰੀਬ ਬੰਦੇ ਨੂੰ ਗੱਲ ਸਮਝਾਉਣ ਲੱਗ ਪਵੇ ਤਾਂ ਸਮਝੋ ਤੁਹਾਡਾ ਬਿਸਤਰਾ ਗੋਲ, ਖੇਡ ਖਤਮ। ਉਹ ਤੂੰ ਡਰਾ ਰਿਹਾ ਜਾਂ ਸਮਝਾ ਰਿਹਾ? ਹਾਂ ਬਸ ਦੱਸ ਰਿਹਾ ਜੀ। ਇਹ ਬੰਦਾ ਬੜਾ ਖਤਰਨਾਕ ਸਾਬਤ ਹੋ ਸਕਦਾ, ਇਹਦਾ ਕੋਈ ਨਾ ਕੋਈ ਹੱਲ ਕਰਨਾ ਪਊ। ਸਾਹਿਬ ਇਸੇ ਲਈ ਤਾਂ ਤੁਹਾਨੂੰ ਹਾਲਾਤ ਤੋਂ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਕਿ ਇਹ ਮੂਰਖ ਜਨਤਾ ਜਾਗੇ, ਇਸ ਦਾ ਇੰਤਜ਼ਾਮ ਕਰ ਦਿਓ। ਸਭ ਤੋਂ ਪਹਿਲਾਂ ਇਹਦਾ ਉਹ ਕਲੀਨਿਕ ਜੋ ਵੀ ਹੈ ਉਹ ਬੰਦ ਕਰਵਾ ਦਿਓ, ਤਾਲਾ ਲੱਗਿਆ ਹੋਣਾ ਚਾਹੀਦਾ ਕੱਲ ਤੱਕ ਬਸ। ਸਾਹਿਬ ਕੋਈ ਬਹਾਨਾ ਵੀ ਤਾਂ ਚਾਹੀਦਾ ਕਲੀਨਿਕ ਬੰਦ ਕਰਵਾਉਣ ਲਈ। ਪੀਏ, ਕਲੀਨਿਕ ਬੰਦ ਕਰਾਉਣ ਲਈ ਸਰਕਾਰਾਂ ਨੂੰ ਬਹਾਨੇ ਦੀ ਲੋੜ ਕਦੋਂ ਤੋਂ ਪਹਿਲਾਂ ਲੱਗ ਪਈ? ਸਰਕਾਰਾਂ ਕੋਲ ਕੰਮ ਖੋਲਣ ਦੇ 100 ਤਰੀਕੇ ਤੇ ਉਹਨੂੰ ਬੰਦ ਕਰਾਉਣ ਦੇ ਹਜ਼ਾਰਾਂ ਤਰੀਕੇ ਹੁੰਦੇ ਨੇ। ਮੈਨੂੰ ਨਹੀਂ ਪਤਾ, ਬਸ ਇਹ ਕਲੀਨਿਕ ਕੱਲ ਤੱਕ ਬੰਦ ਹੋ ਜਾਣਾ ਚਾਹੀਦਾ। ਸਾਹਿਬ ਉਹਦੇ ਪਿੱਛੇ ਜਨਤਾ ਬੜੀ ਹੈ ਜੀ, ਐਵੇਂ ਕਿਤੇ ਮਾਹੌਲ ਨਾ ਖਰਾਬ ਹੋ ਜੇ। ਯਾਰ ਜਦੋਂ ਤੁਸੀਂ ਪੁੱਠੇ ਸਿੱਧੇ ਪ੍ਰੋਜੈਕਟ ਪਾਸ ਕਰਾਉਣੇ ਹੁੰਦੇ ਆ, ਮੈਥੋਂ ਕਾਗਜ਼ ਤੇ ਕੱਲੀ ਘੁੱਗੀ ਮਰਵਾ ਲੈਂਦੇ ਹੋ, ਬਾਕੀ ਕੰਮ ਆਪ ਦੇਖ ਲਓਗੇ ਨਹੀਂ ਹੈ? ਬਸ ਉਸੇ ਤਰ੍ਹਾਂ ਹੀ ਇਸ ਕੰਮ ਵਾਸਤੇ ਵੀ ਮੇਰੀ ਸਿਰਫ ਹਾਂ ਹੈ, ਬਾਕੀ ਤੁਸੀਂ ਜਾਣੋ ਜਾਂ ਤੁਹਾਡਾ ਕੰਮ। ਸਮਝ ਗਿਆ ਸਾਹਿਬ। ਯਾਰ ਸਮਾਜ ਵਿੱਚ ਰਾਜਕਤਾ ਫੈਲਾਉਣ ਦਾ ਦੋਸ਼ ਲਾਓ, ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਓ, ਹਸਪਤਾਲ ਵਿੱਚ ਗੈਰ ਕਾਨੂੰਨੀ ਧੰਦੇ ਚਲਾਉਣ ਦਾ ਦੋਸ਼ ਲਾਓ, ਕਿਸੇ ਮਰੀਜ਼ ਦਾ ਗਲਤ ਦਵਾਈ ਨਾ ਮਰਨ ਦਾ ਦੋਸ਼ ਲਾਓ, ਟੈਕਸ ਚੋਰੀ ਦਾ ਦੋਸ਼ ਲਾਓ। ਸਰਕਾਰਾਂ ਕੋਲ ਦੋਸ਼ਾਂ ਦੀ ਕਮੀ ਕਦੋਂ ਤੋਂ ਹੋਗੀ? ਪੀਏ ਸਾਹਿਬ ਦੱਸੋ ਮੈਨੂੰ। ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰਾਜਦੀਪ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ, ਬੈਠੋ। ਹਾਂਜੀ ਦੱਸੋ। ਸਰ ਚੈਸਟ ਪੇਨ ਹੋ ਰਹੀ ਆ। ਕਦੋਂ ਤੋਂ ਹੋ ਰਹੀ ਹੈ? 1 ਮਹੀਨੇ ਤੋਂ। ਤੂੰ ਤਾਂ ਮੈਨੂੰ ਪੜਿਆ ਲਿਖਿਆ ਲੱਗਦਾ। ਇੱਕ ਮਹੀਨੇ ਤੋਂ ਦਰਦ ਹੋ ਰਹੀ ਹੈ ਤੇ ਦਵਾਈ ਚੈੱਕਅਪ ਕਰਵਾਉਣਾ ਹੈ? ਲੱਗਿਆ ਐਵੇਂ ਠੀਕ ਹੋ ਜੂ ਪਰ ਫਰਕ ਨਹੀਂ ਪਿਆ। ਉਹ ਘਰ ਸਭ ਠੀਕ ਹੈ? ਹਾਂਜੀ ਤੇ ਪਰੇਸ਼ਾਨ ਲੱਗਦਾ, ਕੀ ਹੋਇਆ? ਜੀ ਉਹ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ, ਕਿੱਥੇ ਮਿਲੀ ਸੀ? ਨਾਲ ਪੜ੍ਹਦੀ ਸੀ। ਮੈਨੂੰ ਕਹਿੰਦੀ ਆਪਾਂ ਦੋਵੇਂ ਕੈਨੇਡਾ ਜਾਵਾਂਗੇ। ਆਈਲੈਟਸ ਦੀ ਕੋਚਿੰਗ ਲੈਂਦੀ ਸੀ, ਸਕੂਟਰ ਤੇ ਛੱਡਣ ਜਾਂਦਾ ਲੈ ਕੇ ਆਉਂਦਾ, ਆਪਣੀ ਫੀਸ ਵਿੱਚ ਉਹਨੂੰ ਆਈਫੋਨ ਵੀ ਲੈ ਕੇ ਦਿੱਤਾ। ਟੈਸਟ ਪਾਸ ਕੀਤਾ ਤੇ ਮੈਨੂੰ ਬਿਨਾਂ ਦੱਸੇ ਕੈਨੇਡਾ ਚਲੀ ਗਈ। ਉਹ ਵੀ ਚੱਕੀ WhatsApp ਤੇ Facebook ਆਈਡੀ ਵੀ ਬੰਦ ਆ। ਬਹੁਤ ਪਰੇਸ਼ਾਨ ਆ, ਲੱਗਦਾ ਸਭ ਕੁਝ ਖਤਮ ਹੋ ਗਿਆ। ਦਿਲ ਕਰਦਾ ਕੁਝ ਖਾ ਕੇ ਮਰ ਜਾ। ਅੱਛਾ, ਤੇਰੇ ਘਰ ਵਿੱਚ ਕੌਣ ਕੌਣ ਹੈ? ਜੀ ਮੰਮੀ ਡੈਡੀ ਤੇ ਭੈਣ ਤੈਨੂੰ ਸਭ ਤੋਂ ਵੱਧ ਪਿਆਰ ਕੌਣ ਕਰਦਾ? ਜੀ ਸਾਰੇ। ਤੇ ਜਿਹੜੀ ਕੁੜੀ ਤੈਨੂੰ 4 ਮਹੀਨੇ ਪਹਿਲਾਂ ਮਿਲੀ ਉਹਦੇ ਵਾਸਤੇ ਤੂੰ ਮਰਨ ਨੂੰ ਫਿਰਦਾ ਹੈ? ਇਹਨਾਂ ਰਿਸ਼ਤਿਆਂ ਨੇ ਤੈਨੂੰ ਜਨਮ ਦਿੱਤਾ, ਇਹਨਾਂ ਰਿਸ਼ਤਿਆਂ ਨੇ ਤੈਨੂੰ ਜਨਮ ਦਿੱਤਾ, ਪਾਲ ਪੋਸ ਕੇ ਬੜਾ ਕੀਤਾ, ਪੜ੍ਹਾ ਲਿਖਾ ਰਹੇ ਨੇ, ਉਹਨਾਂ ਦੀ ਤੇਰੇ ਦਿਲ 'ਚ ਕੋਈ ਥਾਂ ਨਹੀਂ। ਇਹੀ ਪੜਿਆ ਤੂੰ? ਯਾਰ ਤੁਹਾਨੂੰ ਪੰਜਾਬ ਦੇ ਮੁੰਡਿਆਂ ਕੁੜੀਆਂ ਨੂੰ ਹੋ ਕੀ ਗਿਆ? ਜਿਹੜਾ ਦੇਖੋ ਕੈਨੇਡਾ ਜਾ ਰਿਹਾ ਨਾ, ਜੇ ਤੁਸੀਂ ਅੰਗਰੇਜ਼ਾਂ ਲਈ ਕੰਮ ਕਰਨਾ ਸੀ ਤਾਂ ਦੇਸ਼ ਦਾ ਕਰਾਉਣ ਦਾ ਕੀ ਫਾਇਦਾ ਹੋਇਆ? ਸਰ ਨੌਕਰੀ ਤਾਂ ਮਿਲਦੀ ਨਹੀਂ ਇੱਥੇ, ਫਿਰ ਬੰਦਾ ਕੀ ਕਰੇ? ਘਰ ਦੇ ਕੀ ਕਰਦੇ ਨੇ? ਜੀ ਖੇਤੀ ਕਰਦੇ ਨੇ। ਕਿੰਨੀ ਜ਼ਮੀਨ ਹੈ? ਜੀ 8 ਕਿੱਲੇ। ਨਾ 8 ਕਿੱਲੇ ਤੇਰੀ ਜ਼ਮੀਨ ਹੈ, ਤੈਨੂੰ ਨੌਕਰੀ ਦੀ ਕੀ ਲੋੜ? ਜੇ ਖੇਤੀ ਅਕਲ ਨਾਲ ਕੀਤੀ ਜਾਵੇ ਤਾਂ ਪੈਸਾ ਇੱਥੇ ਵੀ ਕਮਾਇਆ ਜਾ ਸਕਦਾ ਹੈ। ਪਰ ਸਾਨੂੰ ਸਾਡੀ ਦਿਖਾਵੇਬਾਜ਼ੀ ਨੇ ਮਾਰ ਲਿਆ। ਬਾਕੀ ਜੇ ਤੈਨੂੰ ਲੱਗਦਾ ਤੂੰ ਮਰ ਕੇ ਕਿਸੇ ਤੇ ਆਸਾਨ ਕਰੇਗਾ ਤਾਂ ਤੇਰੀ ਗਲਤਫਹਿਮੀ ਹੈ। ਦੁੱਖ ਤੇਰੇ ਮਾਂ-ਪਿਓ ਨੂੰ ਹੋਣਾ ਹੈ, ਉਹ ਵੀ ਕੁਝ ਸਮੇਂ ਲਈ। ਉਸ ਕੁੜੀ ਨੂੰ ਕੋਈ ਫਰਕ ਨਹੀਂ ਪੈਣਾ। ਜੀ ਹਾਂ, ਇਹੀ ਸੱਚ ਹੈ। ਇਸ ਲਈ ਆਪਣੇ ਜੀਵਨ ਤੇ ਦੂਜੇ ਦੀ ਨਾਂ ਦੀ ਕਦਰ ਕਰਨਾ ਸਿੱਖੋ। ਸਰ ਮੇਰਾ ਤਾਂ ਸੁਪਨਾ ਸੀ PCS ਦਾ ਟੈਸਟ ਪਾਸ ਕਰਨਾ,
ਮੈਂ ਉਸ ਕੁੜੀ ਦੀਆਂ ਗੱਲਾਂ ਵਿੱਚ ਆ ਕੇ ਇਸ ਰਸਤੇ ਪੈ ਗਿਆ। ਫਿਰ ਆਪਣੇ ਸੁਪਨੇ ਨੂੰ ਪੂਰਾ ਕਰ। ਬਾਕੀ ਮੈਂ ਦਵਾਈ ਲਿਖ ਦਿੰਦਾ, ਖਾ ਲਈ। ਸਰ ਹੁਣ ਮੈਨੂੰ ਦਵਾਈ ਦੀ ਕੋਈ ਲੋੜ ਨਹੀਂ, ਮੈਂ ਤੁਹਾਡੀਆਂ ਗੱਲਾਂ ਨਾਲ ਹੀ ਠੀਕ ਹੋ ਗਿਆ। ਚੰਗਾ ਚੱਲ ਜਾ। ਅੱਜ ਜਦੋਂ ਟੈਸਟ ਕਲੀਅਰ ਹੋ ਜਾਏ ਮੈਨੂੰ ਜ਼ਰੂਰ ਦੱਸੀ। ਨਾਲੇ ਅਫਸਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਹੈ, ਪੈਸੇ ਨਹੀਂ ਇਕੱਠੇ ਕਰਨੇ। ਸਰ ਤੁਹਾਡੇ ਵਰਗਾ ਬਣਾਂਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਚੇਤਨ ਨੂੰ ਮਿਲਣਾ ਸੀ ਸਰ। ਹੈਲੋ ਡਾਕਟਰ ਚੇਤਨ। ਡਾਕਟਰ ਚੇਤਨ, ਸਾਨੂੰ ਤੁਹਾਡੇ ਕਲੀਨਿਕ ਨੂੰ ਤਾਲਾ ਲਗਾਉਣ ਲਈ ਆਰਡਰ ਆਏ ਨੇ। ਇਹ ਲੈਟਰ ਦੇਖ ਲਓ। ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਲੋਕਾਂ ਨੂੰ ਸਿਸਟਮ ਵਿਰੁੱਧ ਭੜਕਾ ਰਹੇ ਹੋ। ਕਲੀਨਿਕ ਵਿੱਚ ਬਹੁਤ ਸਾਰੇ ਗੈਰ ਕਾਨੂੰਨੀ ਧੰਦੇ ਚਲਾਏ ਜਾ ਰਹੇ ਨੇ। ਤੁਹਾਡੀ ਇਨਕੁਆਇਰੀ ਹੋਵੇਗੀ। ਉਦੋਂ ਤੱਕ ਕਲੀਨਿਕ ਬੰਦ ਰਹੇਗਾ। ਤੁਸੀਂ ਕਲੀਨਿਕ ਇਸ ਤਰ੍ਹਾਂ ਬੰਦ ਨਹੀਂ ਕਰ ਸਕਦੇ। ਦੇਖੋ ਸਰ, ਸਾਨੂੰ ਉੱਪਰ ਆਰਡਰ ਮਿਲਿਆ, ਅਸੀਂ ਸਿਰਫ ਉਸੇ ਨੂੰ ਫੋਲੋ ਕਰ ਰਹੇ ਹਾਂ। ਬਾਕੀ ਇਹ ਲੈਟਰ ਤੁਸੀਂ ਦੇਖ ਹੀ ਲਿਆ। ਇਹ ਸਭ ਤਾਂ ਠੀਕ ਹੈ, ਪਰ ਕਿਹੜੇ ਗੈਰ ਕਾਨੂੰਨੀ ਧੰਦੇ ਕੋਈ ਦੱਸੋਗੇ ਵੀ? ਡਾਕਟਰ ਚੇਤਨ, ਇਹ ਤਾਂ ਤੁਸੀਂ ਇਨਕੁਆਰੀ ਵਾਲਿਆਂ ਨੂੰ ਪੁੱਛਿਓ। ਅਸੀਂ ਬਾਹਰ ਕੁਝ ਪੁਲਿਸ ਵਾਲੇ ਤਾਇਨਾਤ ਤੇ ਕੀਤੇ। ਬਾਹਰ ਇੱਕ ਨੋਟਿਸ ਵੀ ਲਾਇਆ, ਕਲੀਨਿਕ ਹੁਣ ਬੰਦ ਰਹੇਗਾ। ਬਿਨਾਂ ਕਿਸੇ ਨੋਟਿਸ ਤੋਂ ਕਲੀਨਿਕ ਬੰਦ, ਇਹ ਕਿਹੜਾ ਸਿਸਟਮ ਹੈ? ਸਿਸਟਮ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਹਾਂ, ਉਹ ਤਾਂ ਮੈਂ ਜਾਣਦਾ ਹਾਂ, ਪਰ ਸਿਸਟਮ ਇੰਨਾ ਗਿਰ ਜਾਏਗਾ ਇਹ ਨਹੀਂ ਸੀ ਪਤਾ। ਡਾਕਟਰ ਚੇਤਨ, ਪਲੀਜ਼ ਤੁਸੀਂ ਬਾਹਰ ਆਓਗੇ, ਅਸੀਂ ਤਾਲਾ ਲਗਾ ਰਹੇ ਹਾਂ, ਪਲੀਜ਼। ਸਰ ਹੁਣ ਮਰੀਜ਼ਾਂ ਦਾ ਕੀ ਕਰਨਾ ਜੀ? ਐਂ ਕਰ, ਦੇਖ ਚੈੱਕਅਪ ਵਾਲੇ ਮਰੀਜ਼ਾਂ ਨੂੰ ਵਾਪਸ ਘਰੇ ਭੇਜ ਦੇ, ਪਰ ਜੇ ਕੋਈ ਸੀਰੀਅਸ ਹੈ ਮੈਂ ਉਸ ਨੂੰ ਘਰੇ ਦੇਖ ਲੂੰ। ਤੂੰ ਇੱਥੇ ਚਰਨ ਦੀ ਦੁਕਾਨ ਤੇ ਬੈਠ ਤੇ ਐਡਰੈਸ ਦੱਸ ਕੇ ਘਰ ਭੇਜਦਾ ਰਹੀ। ਠੀਕ ਹੈ ਸਰ। ਸਰ ਮੈਂ 6 ਵਜ ਗਏ, ਮੈਂ ਘਰ ਜਾ ਰਿਹਾ। ਜੇ ਕੋਈ ਪੇਸ਼ੈਂਟ ਆਵੇ ਤਾਂ ਉਸਨੂੰ ਮੇਰਾ ਨੰਬਰ ਦੇ ਦਿਓ। ਠੀਕ ਹੈ ਬਾਈ। ਚੇਤਨ, ਕੀ ਸੋਚ ਰਹੇ ਹੋ? ਮੈਂ ਸੋਚ ਰਿਹਾ ਕਿ ਸਾਡੇ ਗੁਰੂਆਂ ਪੀਰਾਂ ਦੇਸ਼ ਭਗਤਾਂ ਸਾਹਮਣੇ ਸਾਡੀਆਂ ਤਕਲੀਫਾਂ ਦਾ ਕੁਝ ਵੀ ਨਹੀਂ, ਕਿ ਜੇ ਉਹ ਆਪਣੀ ਜ਼ਿੰਦਗੀ ਸਾਡੇ ਲੇਖੇ ਲਾ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ? ਚੇਤਨ, ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਤੂੰ ਕਰ ਰਿਹਾ ਹੈ ਉਸ ਵਿੱਚ ਤੇਰੀ ਜਾਨ ਨੂੰ ਵੀ ਖਤਰਾ। ਸਮਾਜ ਦਾ ਭਲਾ ਕਰਨ ਲਈ ਹੋਰ ਦੁਨੀਆ ਬਥੇਰੀ ਹੈ। ਮੈਨੂੰ ਨਹੀਂ ਪਤਾ, ਆਪਾਂ ਬਸ ਉਹਨੇ ਸ਼ਹਿਰ 'ਚ ਰਹਿਣਾ ਹੀ ਨਹੀਂ। ਮੈਨੂੰ ਇੱਥੇ ਸੇਫ ਫੀਲ ਨਹੀਂ ਹੋ ਰਿਹਾ। ਆਪਾਂ ਦਿੱਲੀ ਚੱਲਦੇ ਹਾਂ। ਤੈਨੂੰ ਕੀ ਲੱਗਦਾ ਉੱਥੇ ਆਪਾਂ ਬਹੁਤ ਸੇਫ ਹੋਵਾਂਗੇ? ਦੁਸ਼ਮਣ ਇੱਥੇ ਨਾਲੋਂ ਵੀ ਵੱਧ ਹੋਣਗੇ। ਜੇ ਇਹ ਤਲਾਬ ਹੈ ਉਹ ਸਮੁੰਦਰ ਹੈ, ਕੰਮ ਤਾਂ ਮੈਂ ਉੱਥੇ ਵੀ ਇਹੀ ਕਰਨਾ ਹੈ। ਖਤਰਾ ਤਾਂ ਹਰ ਥਾਂ ਤੇ ਬਣਿਆ ਰਹੇਗਾ। ਸੋ ਬੈਟਰ ਹੈ ਮੈਂ ਇੱਥੇ ਰਹਿ ਕੇ ਆਪਣੀ ਡਿਊਟੀ ਕਰਾਂ। ਨਾਲੇ ਮੈਨੂੰ ਇੱਥੋਂ ਜਾਣ ਦੀ ਲੋੜ ਵੀ ਕੀ ਹੈ? ਮੈਂ ਕੋਈ ਗੁਨਾਹ ਥੋੜੇ ਕੀਤਾ ਹੈ। ਜੇ ਮੈਂ ਇੱਥੋਂ ਚਲਾ ਗਿਆ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਮੈਂ ਕੁਝ ਗਲਤ ਕੀਤਾ ਸੀ ਤਾਂ ਮੈਂ ਸ਼ਹਿਰ ਛੱਡ ਕੇ ਦੌੜ ਗਿਆ। ਮੈਂ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦਾ ਰਿਹਾ ਤੇ ਕਰਾਂਗਾ। ਲੋਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੇ ਉਹਨਾਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਜਾਗਰੂਕ ਵੀ ਕਰਾਂਗਾ ਤਾਂ ਕਿ ਦੇਸ਼ ਨੂੰ ਸੋਹਣਾ ਬਣਾਉਣ ਲਈ ਕੰਮ ਕਰਨ। ਜੇ ਇਹ ਸਭ ਕਰਨਾ ਗੁਨਾਹ ਹੈ ਤਾਂ ਇਹ ਗੁਨਾਹ ਮੈਂ ਕਰਦਾ ਰਹਾਂਗਾ। ਚੇਤਨ, ਮੈਂ ਨਹੀਂ ਕਹਿ ਰਹੀ ਕਿ ਤੂੰ ਗਲਤ ਹੈ, ਪਰ ਬਿਨਾਂ ਵਜ੍ਹਾ ਆਪਣੀ ਜਾਨ ਜੋਖਮ ਵਿੱਚ ਪਾਉਣਾ ਵੀ ਕੋਈ ਸਿਆਣਪ ਤੇ ਨਹੀਂ। ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਮਰੀਜ਼ਾਂ ਦੀ ਫਿਕਰ ਹੈ। ਉਹਨਾਂ ਨਾਲ ਮੇਰਾ ਰਿਸ਼ਤਾ ਸਿਰਫ ਡਾਕਟਰ ਮਰੀਜ਼ ਦਾ ਨਹੀਂ ਬਲਕਿ ਇਸ ਤੋਂ ਕਿਤੇ ਉੱਪਰ ਹੈ। ਅਸੀਂ ਪੜ੍ਹੇ ਲਿਖੇ ਲੋਕਾਂ ਨੇ ਆਪਣੇ ਲੋਕਾਂ ਨੂੰ ਦਿਮਾਗੀ ਕੰਗਾਲੀ ਚੋਂ ਬਾਹਰ ਕੱਢਣ ਦਾ ਯਤਨ ਹੀ ਨਹੀਂ ਕੀਤਾ। ਇਸੇ ਲਈ ਉਹ ਆਜ਼ਾਦੀ ਦੇ 75 ਸਾਲ ਬਾਅਦ ਵੀ ਹਨੇਰ ਢੋਰੇ ਨੇ ਤੇ ਮੈਂ ਉਹਨਾਂ ਨੇ ਸਾਥ ਨਹੀਂ ਦੇਖ ਸਕਦਾ। ਬਾਕੀ ਸਿਸਟਮ ਮੇਰਾ ਕਲੀਨਿਕ ਬੰਦ ਕਰਵਾ ਸਕਦਾ, ਮੈਨੂੰ ਘਰ ਵਿੱਚੋਂ ਤਾਂ ਨਹੀਂ ਕੱਢ ਸਕਦਾ। ਕੀ ਮਤਲਬ? ਮਤਲਬ ਇਹ ਕਿ ਮੈਂ ਹੁਣ ਘਰ ਵਿੱਚ ਹੀ ਮਰੀਜ਼ਾਂ ਦਾ ਇਲਾਜ ਕਰਾਂਗਾ। ਚੇਤਨ ਪਲੀਜ਼, ਘਰ ਨੂੰ ਘਰ ਰਹਿਣ ਦਿਓ। ਕੋਰਟ ਦੇ ਫੈਸਲੇ ਦੀ ਵੇਟ ਕਰ ਲਓ। ਜੇ ਸਾਡੇ ਦੇਸ਼ 'ਚ ਫੈਸਲੇ ਇੰਨੀ ਜਲਦੀ ਹੁੰਦੇ ਤਾਂ ਦੁੱਖ ਹੀ ਕੀ ਸੀ? ਵਿਚਾਰੇ ਕਿੱਥੇ ਜਾਣਗੇ ਉਹਨਾਂ ਕੋਲ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਹੈ? ਉਹ ਸਭ ਤਾਂ ਠੀਕ ਹੈ, ਪਰ ਘਰ ਇਹਨਾਂ ਕੰਮਾਂ ਵਾਸਤੇ ਥੋੜਾ ਬਣਿਆ। ਪਹਿਲੀ ਵਾਰ ਤਾਂ ਘਰ ਦੀ ਸਹੀ ਵਰਤੋਂ ਹੋਣ ਲੱਗੀ ਹੈ। ਜਿਸ ਕੰਮ ਲਈ ਘਰ ਬਣਾਇਆ ਜਾਂਦਾ ਅੱਜ ਉਹ ਕੰਮ ਕਰਨ ਦਾ ਵਕਤ ਆ ਗਿਆ। ਉਹ ਨਾਲੇ ਤੇਰਾ ਵੀ ਤਾਂ ਮੇਰੇ ਨਾਲ ਇਹੀ ਸ਼ਿਕਵਾ ਹੁੰਦਾ ਸੀ ਕਿ ਮੈਂ ਤੈਨੂੰ ਵਕਤ ਨਹੀਂ ਦਿੰਦਾ, 24 ਘੰਟੇ ਮਰੀਜ਼ਾਂ ਨਾਲ ਘਿਰਿਆ ਰਹਿਣਾ। ਸੋ ਤੇਰਾ ਇਹ ਲਾਂਭਾ ਵੀ ਲਾ ਦਿੰਦੇ ਆ, ਤੂੰ ਹੀ ਮੇਰੇ ਨਾਲ ਕੰਮ ਕਰਾਈ। ਉੱਚਾ ਬੋਲਣਾ ਹੱਟ ਵੀ ਚੰਗਾ ਨਹੀਂ ਹੁੰਦਾ। ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਤੇਰਾ ਸਿਸਟਮ ਤੇ ਸਟ੍ਰੈਸ। ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਹਾਂ ਸੁਖੀ, ਇਹ ਸਾਰੇ ਪੇਸ਼ੈਂਟਸ ਨੂੰ ਫੋਨ ਕਰਕੇ ਘਰ ਦਾ ਐਡਰੈਸ ਦੇ ਦੇ ਵੀ ਕੱਲ ਤੋਂ ਸਾਡਾ ਘਰ ਹੀ ਕਲੀਨਿਕ ਹੈ। ਹਾਂ ਚਰਨ ਨੂੰ ਕਿਹਾ ਉੱਥੇ ਕਲੀਨਿਕ ਤੇ ਹੀ ਰਹੇ ਤੇ ਜਿਹੜਾ ਵੀ ਪੇਸ਼ੈਂਟ ਆਉਂਦਾ ਉਸ ਨੂੰ ਐਡਰੈਸ ਦੱਸ ਕੇ ਘਰ ਭੇਜਦਾ ਰਹੇ। ਤੂੰ ਵੀ ਸਵੇਰੇ 9 ਵਜੇ ਘਰ ਆ ਜਾਈਂ, ਠੀਕ ਹੈ? ਹੈਲੋ, ਹਾਂਜੀ ਬੋਲ ਰਿਹਾ ਹਾਂ। ਹਾਂ ਇਦਾਂ ਕਰਨਾ, ਸਵੇਰੇ ਮੇਰੇ ਘਰ ਹੀ ਆ ਜਾਣਾ, ਘਰ ਹੀ ਦਵਾਈ ਦਿਆਂਗਾ। ਨਹੀਂ ਉਹ ਸੁੱਖੀ ਨੂੰ ਫੋਨ ਕਰਕੇ ਘਰ ਦਾ ਐਡਰੈਸ ਲੈ ਲਓ। ਪਿੰਡਾਂ 'ਚ ਅਨਾਉਂਸਮੈਂਟ ਕਰਵਾ ਦਿਓ ਵੀ ਕੱਲ ਤੋਂ ਮਰੀਜ਼ ਮੇਰੇ ਘਰ ਹੀ ਆਉਣ, ਠੀਕ ਹੈ ਜੀ?
नमस्कार सर। ਸਤਿ ਸ੍ਰੀ ਅਕਾਲ ਜੀ। सत श्री अकाल जी, की नाम है जी? ਭਾਨ ਸਿੰਘ ਜੀ। नमस्ते जी। नमस्ते जी, की नाम है जी? धनवती। ਆ ਡਾਕਟਰ ਸਾਹਿਬ ਤੁਹਾਡਾ ਘਰ ਤੱਕ ਟਰੱਕ ਤਾਂ ਨਹੀਂ ਆ ਸਕਦਾ। ਵੀ ਮੇਰੇ ਘਰ ਟਰੱਕ ਨੇ ਕੀ ਕਰਨਾ ਹੋਣਾ? ਉਹ ਤੁਸੀਂ ਸਮਝੇ ਨਹੀਂ ਜੀ। ਉਹ ਮੈਂ ਤਾਂ ਇਸ ਕਰਕੇ ਪੁੱਛ ਰਿਹਾ। ਉਹ ਤੁਹਾਡੀਆਂ ਤਾਂ ਬੀਹੇ ਦੀਆਂ ਪੀੜੇ ਨੇ। ਉਹ ਇੱਥੋਂ ਤਾਂ ਛੋਟਾ ਹਾਥੀ ਲੰਘ ਜਾਂਦਾ। 10 ਟਾਇਰਾਂ ਦਾ ਕਿੱਥੋਂ ਲੰਘ ਜੂ? ਯਾਰ ਤੂੰ 10 ਟਾਇਰ ਨੂੰ ਛੱਡ, ਤਕਲੀਫ ਦੱਸ ਕੀ ਹੈ? ਮੇਰੇ ਨਾਲ ਛਾਤੀ 'ਚ ਚੀਜ਼ ਪੈਂਦੀ ਆ। ਪਹਿਲਾਂ ਮੈਂ ਦਵਾਈ ਵੀ ਲੈ ਕੇ ਗਿਆ ਸੀ ਸਰਕਾਰੀ ਹਸਪਤਾਲ 'ਚ। ਉਹਦੇ ਨਾਲ ਜਮਾਂ ਠੀਕ ਵੀ ਹੋ ਗਏ ਸੀ। 6 ਮਹੀਨੇ ਤੋਂ ਤਕਲੀਫ ਨਹੀਂ ਹੋਈ। ਹੁਣ ਹਫ਼ਤੇ ਦੀ ਫੇਰ ਚੀਜ਼ ਪੈਣ ਲੱਗੀ। ਕੰਮ ਕੀ ਕਰਦਾ? ਆ ਟਰੱਕ ਚਲਾਉਣਾ ਜੀ। ਮੇਰਾ ਕਲੀਨਰ ਕਹਿੰਦਾ ਡਾਕਟਰ ਚੇਤਨ ਦਿਖਾ। ਅੱਛਾ ਤਾਂ ਹੀ ਹਿਸਾਬ ਲਾ ਰਿਹਾ ਸੀ ਵੀ ਇੱਥੇ ਟਰੱਕ ਤਾਂ ਨਹੀਂ ਆ ਸਕਦਾ। ਉਹ ਤਾਂ ਐਵੇਂ ਸਰਸਰੀ ਪੁੱਛਿਆ ਸੀ ਜੀ। ਮੈਂ ਸੋਚਿਆ ਕਿ ਕਿਤੇ ਦਵਾਈਆਂ ਦਵਾਈਆਂ ਦਾ ਵਰਕੀ ਲੈਣਾ ਪੈਸਾ। ਉਹ ਦਵਾਈਆਂ ਟਰੱਕਾਂ ਵਿੱਚ ਲਿਆਉਣ ਦੀ ਨੌਬਤ ਨਾ ਹੀ ਪਵੇ। ਤੂੰ ਇੱਕ ਗੱਲ ਦੱਸ, ਨਸ਼ਾ ਕਿੰਨਾ ਕਰਦਾ? ਫੀਮ ਖਾਣੀ ਪੈਂਦੀ ਹੈ ਜੀ। ਟਰੱਕ ਨਹੀਂ ਚੱਲਦਾ ਇਹਦੇ ਬਿਨਾ। 5-5 ਰਾਤਾਂ ਜਾਗਣਾ ਪੈਂਦਾ। ਕੀ ਕਰੀਏ, ਮਜਬੂਰੀ ਆ। ਘਰ ਕੌਣ ਹੈ? ਵਿਆਹ ਹੋ ਗਿਆ? ਐਡੀ ਕਿਸਮਤ ਕਿੱਥੇ ਚੰਗੀ। 3 ਭਾਈਆਂ ਸੀ, ਜ਼ਮੀਨ ਦਾ 1 ਕਿੱਲਾ। ਹੁਣ ਬੰਦਾ ਕਿੱਲੇ ਚੋਂ ਕੀ ਖਾਵੇ ਤੇ ਕੀ ਬਚਾਵੇ। ਹਾਰ ਕੇ ਮੈਂ ਡਰਾਈਵਰੀ ਕਰਨ ਲੱਗ ਪਿਆ। ਮਹੀਨੇ 'ਚ 20 ਦਿਨ ਬਾਹਰੀ ਦਾ। ਬੁੜਾ ਬੁੜੀ ਮੰਜੇ ਤੇ ਬਹਿ ਕੇ। ਵੱਡਾ ਭਾਈ ਕੰਜਰ ਦਾ ਡੇਰੇ 'ਚ ਸਾਧ ਬਣ ਕੇ ਬਹਿ ਗਿਆ। ਵਿਆਹ ਸਾਡੇ ਜੋ ਕਿਸੇ ਦਾ ਹੋਇਆ ਨਹੀਂ। ਹੁਣ ਤਾਂ ਛੋਟਾ ਹੀ ਬੁੜਾ ਬੁੜੀ ਨੂੰ ਸਾਂਭਦਾ। ਮੈਂ ਵੱਡੇ ਬੂਬਨੇ ਨੂੰ ਬਥੇਰਾ ਗਿਆ। ਓ ਕੰਜਰਾ, ਓ ਇਹਨਾਂ ਸਾਧਾਂ ਦੇ ਡੇਰੇ ਨੇ ਕੀ ਦੇਣਾ ਤੈਨੂੰ? ਮਾਂ ਪਿਓ ਨੂੰ ਸਾਂਭ ਜਾ ਕੇ ਜਵਾਕ ਨੂੰ ਪੜ ਲੈਣ ਦੇ। ਕੀ ਪਤਾ ਕਿ ਤਨ ਪਤਨ ਲੱਗ ਜੇ। ਅੱਗੋਂ ਕੰਜਰ ਪਤਾ ਕੀ ਕਹਿੰਦਾ? ਮੈਂ ਇਹ ਦੀਨ ਦੁਨੀਆ ਤੋਂ ਕੁਝ ਨਹੀਂ ਲੈਣਾ। ਵੱਡਾ ਬਣਦਾ ਗੋਰਖਨਾਥ। ਸੋ ਡਾਕਟਰ ਸਾਹਿਬ, ਆਪਾਂ ਤਾਂ ਜੀ ਮਨ ਮਾਰ ਕੇ ਸਾਰਾ ਗੁੱਸਾ ਟਰੱਕ ਦੇ ਸਟੀਅਰਿੰਗ ਤੇ ਗੱਡੀ ਇਹਦਾ ਘੁੰਮੀ ਜਾਂਦੇ ਸਾਰੇ ਇੰਡੀਆ। ਹੁਣ ਤਾਂ ਟਰੱਕ ਦਾ ਹਾਲ ਵੀ ਪੰਜਾਬ ਵਰਗਾ ਹੋਇਆ ਪਿਆ। ਮਤਲਬ ਹਟ ਗਿਆ ਪਿਆ ਜੀ। ਮੇਰੀ ਸਿਆਸਤ ਪੰਜਾਬ ਲੈ ਕੇ ਬਹਿ ਗਈ। ਕਿਉਂ? ਇਹਦੇ ਲਈ ਲੋਕ ਵੀ ਉਹਨੇ ਜ਼ਿੰਮੇਵਾਰ ਨੇ। ਵੋਟਾਂ ਵੇਲੇ ਏਕਾ ਕਰਕੇ ਕਿਸੇ ਚੰਗੇ ਬੰਦੇ ਨੂੰ ਚੁਣੋ। ਤੇ ਚੰਗੇ ਬੰਦੇ ਸਿਆਸਤ 'ਚ ਆਉਣਗੇ ਤਾਂ ਸਿਆਸਤ ਆਪੇ ਠੀਕ ਹੋ ਜੂ। ਉਹ ਭਾਂਸਿਆਂ ਸਿਆਸਤ ਨੂੰ ਲੋਕਾਂ ਨੇ ਠੀਕ ਕਰਨਾ ਹੁੰਦਾ। ਆ ਸਾਰੇ ਆਹੀ ਕਹਿੰਦੇ ਨੇ ਚੰਗੇ ਬੰਦਾ ਚੁਣ, ਚੰਗਾ ਬੰਦਾ ਚੁਣ। ਚੰਗਾ ਬੰਦਾ ਖੜਾ ਵੀ ਤਾਂ ਹੋਵੇ। ਚੰਗੇ ਬੰਦੇ ਲੱਭੋ, ਆਪਣੇ ਆਲੇ ਦੁਆਲੇ ਝਾਤ ਮਾਰੋ ਤੇ ਜੇ ਕੋਈ ਚੰਗਾ ਬੰਦਾ ਨਜ਼ਰ ਆਉਂਦਾ ਉਹਨੂੰ ਚੋਣਾਂ 'ਚ ਖੜਾ ਕਰੋ ਤੇ ਜਿਤਾਓ। ਆ ਸਾਡੇ ਪਿੰਡ ਇੱਕ ਵਾਰ ਯੂਨੀਵਰਸਿਟੀ ਪ੍ਰੋਫੈਸਰ ਬਣਿਆ। ਸੰਗ ਪੜ ਕੇ ਕਹੂ ਪੜ੍ਹੇ ਲਿਖੇ ਤਾਂ ਇਮਾਨਦਾਰ ਬੰਦੇ ਨੂੰ ਵੋਟਾਂ ਪਾਓ। ਮੈਂ ਕਿਹਾ ਬਾਈ ਜੀ ਤੂੰ ਖੜ ਜਾ। ਤੇ ਤੋਂ ਵੱਧ ਪੜ੍ਹੇ ਲਿਖੇ ਤੇ ਇਮਾਨਦਾਰ ਹੋਰ ਬਣੂ। ਅੱਗੋਂ ਪਤਾ ਕੀ ਕਹਿੰਦਾ? ਆਪਾਂ ਨਹੀਂ ਪੈਂਦੇ ਆਹ ਕੁੱਤੇ ਕੇ ਮੱਝ। ਸਭ ਗੱਲਾਂ ਨੇ ਜੀ। ਆ ਕੋਈ ਨਹੀਂ ਖੜਦਾ ਖੜਦਾ। ਇੱਕ ਭਗਤ ਸਿੰਘ ਕੀ ਕਰੂ? ਹੁਣ ਤਾਂ ਸਭ ਨੂੰ ਭਗਤ ਸਿੰਘ ਬਣਨਾ ਪਊ। ਮੇਰਾ ਮਤਲਬ ਹੈ ਭਗਤ ਸਿੰਘ ਵਾਂਗੂ ਪੜ੍ਹਨਾ ਲਿਖਣਾ ਪਊ। ਦੇਸ਼ ਪ੍ਰਤੀ ਜ਼ਿੰਮੇਵਾਰੀ ਸਮਝਣੀ ਪਊ। ਸਮਝਿਆ? ਆ ਤਾਂ ਹੀ ਛੋਟੇ ਨੂੰ ਪੜਾ ਰਿਹਾ। ਚੱਲ ਦਵਾਈ 15 ਦਿਨ ਖਾਣੀ ਹੈ ਤੇ ਹਾਂ ਹੁਣ ਕੋਈ ਨਸ਼ਾ ਨਹੀਂ ਕਰਨਾ। ਇੰਨੀ ਫੀਮ ਤਾਂ ਪਾ ਸਕਦਾ। ਮਰਨਾ ਚਾਹੁੰਦਾ? ਆਨਾ ਜੀ ਹੱਥਾ ਵਿਆਹ ਵੀ ਕਰਵਾਉਣਾ ਜੀ। ਬਸ ਮੇਰਾ ਸ਼ਰਾਬ ਤੇ ਫੀਮ ਛੱਡ ਦੇ। ਠੀਕ ਆ ਜੀ। ਸਤਿ ਸ੍ਰੀ ਅਕਾਲ ਜੀ। ਚੰਗਾ ਬਾਈ ਜੀ। दमनती अंदर जाओ। हाँ भाई। अपने रिपोर्टा भी दिखा दे डॉक्टर साहब नु। नमस्ते डॉक्टर साहब। ਹਾਂਜੀ ਮਾਤਾ ਜੀ, ਆ ਜਾ ਬਹਿ ਜਾ। माता पंजाबी समझ लेंगी या हिंदी में बात करूं? समझ लूंगी भाई। घने साल हो गए पंजाब में रहते। माता रिपोर्टां ते तेरियां ठीक ने, बस थोड़ी शुगर वधी हुई है। डॉक्टर साहब कई बारी दम सा घुट जाए जी, फिर मुड़का हटता नहीं। कदे कदे तो ऐसा लगे है कि प्राण तो गए, फिर आपका महसूस और सारा शरीर ठंडा हो जाए जी। माता घर च सब सुख सां है? और तो सब ठीक से, बस एक बात का दुख है जी बना कि मेरे घर पोता ना है। मेरी बहू के पास तो छोरिए बड़े साधु संता के पास गए, बतेरे धागे सरित बंधाए, पर कोई असर ना होया जी। पता ना कि मोड़े काम कर काई कलप छड़ी। मेरा तो पोते का मुंह देखने नहीं जान अटकी पड़ी तो जी। जे मरण तो पहला रब ने पोते का मुंह ना दिखाया तो मेरी कतरी होनी जी। मैं तो ऐसी भटकती फिरागी। ओ माता, ਇਹਦਾ ਮਤਲਬ ਤੇਰੇ ਘਰ ਹੁਣ ਤੱਕ ਪੋਤਾ ਨਹੀਂ ਹੋਇਆ, ਬਸ ਇਸੇ ਕਰਕੇ ਤੂੰ ਬਿਮਾਰ ਰਹਿਣੀ ਹੈ। ऐसा ही लगे जी। आप बताओ, जी पोता ना होया तो वंश कैसे आगे बढ़ेगा? और ये शरीर, ये दिन रात यही प्रार्थना करते हैं जी कि इनके घर पोता ना हो। और सारी जमीन जायदाद तो ये छोरियां ले जाएंगी जी। हमारा तो नामो निशान ही मिट जाएगा डॉक्टर साहब। जे आप पे समझदार हो जी, आप भी कोई दवा बूटी दे दो, बड़ी मेहरबानी होगी। ਉਹ ਮਾਤਾ ਹੁਣ ਤੈਨੂੰ ਕੀ ਕਹਾਂ? आप मेरी बात नहीं समझे।
जी जे मेरा पोता ना होया तो मेरे जीने का कोई मकसद नहीं जी। और ये शरीक जीने नहीं देंगे। पर बस उसे मेरी जिठानी शकुंतला जी रोज तड़के आजा लस्सी ले। लस्सी तो बनना होवे जी आके खवा ए धनवती ए तेरा घर तो पोते बिना कथिए सुनना पड़ा। पर कोई बात ना तेरे जमाई संभाल लेंगे सारा कुछ है। छोरिया तो मौज करेगी 2 हिस्सा में बांट कर ले जाएंगे जबी। अरे बांट कर ले जाएंगे जबी। और तो आपने क्या बताओ वह मेरी ननद एक बात का रट्टा लगा के रखे जी। ए भाभी बुढ़ापे में कोई संभालने वाला भी तो चाहिए। ये मेरे छोरा रख ले मेरा छोरा रख ले। छोरा ना हो या कोयले की खदान का हीरा हो गया। मैं क्यों रखूं जी मेरे भी तो पोता होगा होगा ना। भाभी समझ ले बुढ़ापा में संभाल लेगा। अरे डॉक्टर साहब जमीन के नाम पर मेरा कालजा बैठ जाए तब मैं तो दिल में चीज उठे जाती। ਉਹ ਮਾਤਾ ਕਿਹੜੀ ਦੁਨੀਆ ਵਿੱਚ ਰਹਿਣੀ ਹੈ ਕੁੜੀਆਂ ਚੰਨ ਤੇ ਪਹੁੰਚ ਗਈਆਂ ਨੇ ਅੱਜ ਕੁੜੀਆਂ ਮੁੰਡਿਆਂ ਨਾਲ ਵੀ ਅੱਗੇ ਨੇ ਉਹ ਕਿਹੜਾ ਕੰਮ ਹੈ ਉਹ ਖੇਤੀ ਵੀ ਕਰ ਸਕਦੀਆਂ ਨੇ ਟਰੈਕਟਰ ਵੀ ਚਲਾ ਸਕਦੀਆਂ ਨੇ ਤੂੰ ਇਹ ਸੋਚ ਵੀ ਤੇਰੇ ਘਰ 'ਚ 2 ਲੈਕ ਪੋਤੀਆਂ ਨੇ ਜੋ ਸਾਰੇ ਸੁੱਖ ਦੇ ਸਕਦੀਆਂ ਨੇ ਤੂੰ ਆਪਣੇ ਸ਼ਰੀਕਿਆਂ ਨੂੰ ਕਿਹਾ ਕਰ ਵੀ ਮੇਰੀਆਂ ਪੋਤੀਆਂ ਮੇਰੇ ਪੋਤੇ ਨੇ ਉਹ ਨਾਲੇ ਯਾਦ ਰੱਖੀ ਮੇਰੀ ਗੱਲ ਆ ਦੁੱਖ ਵੇਲੇ ਪੋਤਿਆਂ ਨੇ ਕੋਲ ਨਹੀਂ ਖੜਨਾ ਪੋਤੀਆਂ ਹੀ ਮੂੰਹ 'ਚ ਪਾਣੀ ਪਾਉਣਗੀਆਂ ਪੋਤੇ ਤਾਂ ਦੁੱਖ ਹੀ ਪਾਉਣਗੇ। ठीक है पर रब का क्या चला जाता जो एक पोता दे देता। ਮਾਤਾ ਰੱਬ ਦੀਆਂ ਤਾਂ ਰੱਬ ਹੀ ਜਾਣੇ ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਜੇ ਕੁੜੀਆਂ ਜ਼ਮੀਨ ਜਾਇਦਾਦ ਚੋਂ ਹਿੱਸਾ ਵੰਡਾਉਣਾ ਚਾਹਣ ਤਾਂ ਉਹ ਮੁੰਡਾ ਹੋਣ ਦੇ ਬਾਵਜੂਦ ਵੀ ਵੰਡਾ ਸਕਦੀਆਂ ਨੇ ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ ਇਹ ਉਹਨਾਂ ਦਾ ਕਾਨੂੰਨੀ ਹੱਕ ਹੈ। है कानूनी हक। ਹਾਂ यह बात तो पता ही ना थी जी। पर आप बताओ जे कोई छोरी अपने भाई का हिस्सा बंडावे तो नरक में ना जावे। ਉਹ ਮਾਤਾ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਹੁੰਦਾ ਫਰਕ ਸਾਡੀ ਸੋਚ ਵਿੱਚ ਹੈ ਜਿਸ ਕਰਕੇ ਅਸੀਂ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਦੇ ਹਾਂ ਇਸ ਕਰਕੇ ਪੋਤਿਆਂ ਦਾ ਵਹਿਮ ਦਿਲ 'ਚੋਂ ਕੱਢ ਦੇ ਤੇ ਅੱਜ ਤੋਂ ਆਪਣੀਆਂ ਪੋਤੀਆਂ ਨੂੰ ਹੀ ਪੋਤਿਆਂ ਵਾਂਗ ਪਿਆਰ ਕਰਿਆ ਕਰ ਅੱਜ ਜਦੋਂ ਪੋਤੀਆਂ ਨੂੰ ਪਿਆਰ ਕਰੇਂਗੀ ਤੇਰੀਆਂ ਸਾਰੀਆਂ ਚੀਜ਼ਾਂ ਹਟ ਜਾਣਗੀਆਂ ਨਾਲੇ ਆ ਤੇਰੀ ਘਰ ਕੀ ਜ਼ਮੀਨ ਗਰਮਾ ਰਹਿ ਜੂ ਪਰ ਜੇ ਜਾਨ ਪੋਤੇ 'ਚ ਫਸੀ ਰਹੀ ਫਿਰ ਇਸੇ ਚੀਜ਼ ਨੇ ਤੇਰੀ ਜਾਨ ਲੈ ਲੈਣੀ ਹੈ। बात तो सही कह रहे हैं डॉक्टर साहब। घर की जमीन घर रह जाएगी घर जमाई रख लूंगी। ना 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 डॉक्टर साहब मन ने अभी ना मरना जी। जे मैं अपनी पोतिया में हेज करूं फिर तो नहीं मरूंगी छेती। बिल्कुल नहीं मरदी आजमा के देख ले बाकी मैं दवाई लिख दी है 15 दिन खानी है सवेरे शाम फर्क पै जू। ठीक है भाई तन्ने तो मेरी आंखें खोल दी है। ले किसी गरीब की दवाई में काम आ जाएगी। जितना रे दूध दो नार पुत तो फड़े। की फायदा है इन्ना मत्था मारन दा जान दा हल भी दुध पोते च फसी पई है। की बताऊंगी सुसरी शकुंतला ने कि छोरी भी छोरा तक कम ना होती। गरीब का कानूनी हक भी मिल रहा था। घर की जमीन घर रह जाएगी घर जमाई रख लूंगी। ਧੀਏ ਹੁਣ ਕੀ ਨਵਾਂ ਸਿਆਪਾ ਪੈ ਗਿਆ ਕਲੀਨਿਕ ਤਾਂ ਬੰਦ ਕਰਵਾ ਦਿੱਤਾ ਸੀ। ਸਾਹਿਬ ਉਹ ਡਾਕਟਰ ਬੜਾ ਤੇਜ਼ ਖਿਲਾੜੀ ਹੈ ਜੀ ਉਹਨੇ ਤਾਂ ਘਰ ਹੀ ਕਲੀਨਿਕ ਬਣਾ ਲਿਆ ਮਤਲਬ ਪਤਾ ਹਲੇ ਵੀ ਟਲੀ ਨਹੀਂ ਯਾਰ ਹੁਣ ਆਪਾਂ ਅਗਲੇ ਨੂੰ ਘਰੋਂ ਤਾਂ ਬੇਘਰ ਕਰ ਨਹੀਂ ਸਕਦੇ। ਸਭ ਕੀ ਗੱਲ ਕਰਦੇ ਹੋ ਪਹਿਲਾਂ ਆਪਾਂ ਬਥੇਰੇ ਲੋਕਾਂ ਨੂੰ ਬੇਘਰ ਕਰਵਾਇਆ ਕੀ ਮਤਲਬ ਉਹਦਾ ਸਾਹਿਬ ਇਸ ਡਾਕਟਰ ਕੋਲ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਮਤਲਬ ਹੁਣ ਸਿਸਟਮ ਤੇ ਸਟ੍ਰੈਸ ਦੀ ਥਿੰਗ ਦੇ ਜ਼ਿਆਦਾ ਫੈਲਣ ਦਾ ਖਤਰਾ ਜੀ। ਯਾਰ ਬੜਾ ਬੁਰਾ ਫਸਿਆ ਪਹਿਲੇ ਹੀ ਹਜ਼ਾਰਾਂ ਮੁਸੀਬਤਾਂ ਨੇ ਉਤੋਂ ਨਵੀਂ ਬਲਾ ਗੱਲ ਪਈ। ਓਏ ਹੁਣ ਇਹਦਾ ਕੀ ਇਲਾਜ ਕਰਨਾ ਦੱਸ। ਸਾਹਿਬ ਇਹਦਾ ਘਰ ਦਾ ਕਲੀਨਿਕ ਵੀ ਬੰਦ ਕਰਵਾਉਣਾ ਪੈਣਾ ਮਤਲਬ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬੰਸਰੀ। ਕੀ ਗੱਲ ਕਰਦਾ ਹੁਣ ਤਾਂ ਲੋਕ ਬਿਨਾ ਬਾਂਸ ਤੋਂ ਬਾਂਸਰੀਆਂ ਵਜਾਈ ਜਾਂਦੇ ਆ। ਓਏ ਆ ਮੂਰਤ ਜਨਤਾ ਜਾਗਣ ਲੱਗ ਪਈ ਐ। ਆਹੀ ਦਿਨ ਦੇਖਣ ਨੂੰ ਰਹਿ ਗਏ ਸੀ ਆਖੇ ਲੋਕਾਂ ਦੀ ਹਰ ਬਿਮਾਰੀ ਦੇ ਕਾਰਨ ਅਸੀਂ ਆ। ਯਾਰ ਅਸੀਂ ਕਿਹੜਾ ਘਰੇ ਜਾ ਕੇ ਬਿਮਾਰ ਕਰਦੇ ਆ ਆ ਲੋਕ ਬਿਮਾਰ ਹੁੰਦੇ ਆਪਣੀਆਂ ਗਲਤੀਆਂ ਕਰਕੇ ਸਾਡਾ ਕੀ ਕਸੂਰ ਆ। ਸਾਹਿਬ ਡਾਕਟਰ ਦੇ ਘਰੇ ਤਾਂ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ ਦਿਨ 'ਚ ਘੱਟੋ ਘੱਟ 200 ਮਰੀਜ਼ ਤਾਂ ਪੱਕਾ ਦੇਖਦਾ ਹੋਊ। ਤੁਸੀਂ ਹਿਸਾਬ ਲਾਓ ਬਈ ਇੱਕ ਪਿੰਡ ਦਾ ਇੱਕ ਬੰਦਾ ਵੀ ਉਹਦੀ ਗੱਲ ਸਮਝ ਗਿਆ ਤਾਂ ਗੱਲ ਪੂਰੇ ਪਿੰਡ ਤੱਕ ਜਾਊ। ਆਪਣੇ ਤਾਂ ਹਰ ਬੰਦੇ ਨੂੰ ਅੱਗੇ ਗੱਲ ਕਰਨ ਦੀ ਆਦਤ ਆ ਅੱਗੇ ਤੁਸੀਂ ਆਪ ਸਿਆਣੇ ਆ ਉਹ ਤੂੰ ਡਰਾ ਰਿਹਾ ਜਾਂ ਦੱਸ ਰਿਹਾ ਦੇਖ ਇਹਦਾ ਘਰ ਦਾ ਕਲੀਨਿਕ ਵੀ ਬੰਦ ਕਰਾ ਦੇ ਮੈਨੂੰ ਇਹ ਬੰਦਾ ਬੜਾ ਖਤਰਨਾਕ ਲੱਗਦਾ। ਸਾਹਿਬ ਇਸ ਵਾਰ ਕੋਈ ਵੱਡਾ ਰਾਹ ਲੱਭਣਾ ਪੈਣਾ ਜੀ। ਉਹ ਤੈਨੂੰ ਹੋਰ ਕਿਸ ਕੰਮ ਲਈ ਨਾਲ ਰੱਖਿਆ ਹੋਇਆ ਰਾਹ ਲੱਭੋ ਪਹਿਲਾਂ 5-7 ਦੋਸ਼ ਲਾਈ ਸੀ ਹੁਣ 20-25 ਲਾਓ ਐਂ ਕਰੀ ਇੱਕ ਦੋਸ਼ਾਂ ਦੀ ਲਿਸਟ ਬਣਾ ਕੇ ਪਹਿਲਾਂ ਮੈਨੂੰ ਦਿਖਾ ਲਈ 50-100 ਰਾਈਫਲ ਤੇ ਪਿਸਟਲ ਕਰੇ ਛਾਪਾ ਮਾਰ ਕੇ ਫੜੋ ਮੀਡੀਆ ਬੁਲਾਓ ਟੀਵੀ ਤੇ ਨਿਊਜ਼ ਚਲਾਓ ਸਾਰਾ ਮੀਡੀਆ ਸਾਡੇ ਹੱਥ 'ਚ ਆ। ਹੋਰ ਕੀ ਭਾਲਦੇ ਹੋ ਤੁਸੀਂ। ਸਾਹਿਬ ਇੰਨਾ ਸੌਖਾ ਨਹੀਂ ਜਿੰਨਾ ਆਪਾਂ ਸਮਝ ਰਹੇ ਆ ਉਹਦੇ ਨਾਲ ਲੋਕਾਂ ਦੀ ਭੀੜ ਹੈ ਜੇ ਉਹਨਾਂ ਨੂੰ ਪਤਾ ਲੱਗਦਾ ਹਾਲਾਤ ਬੇਕਾਬੂ ਹੋ ਜਾਣਗੇ। ਹੋਣ ਦਿਓ ਇਹੀ ਤਾਂ ਆਪਾਂ ਕਰਨਾ। ਮੈਂ ਚਾਹਣਾ ਕਿ ਭੀੜ ਪੁਲਿਸ ਨਾਲ ਜ਼ੋਰ ਜ਼ਬਰਦਸਤੀ ਕਰੇ ਗੋਲੀ ਚਲਾਓ 2-4 ਬੰਦੇ ਆਪਣੇ ਮਾਰ ਦੋ ਕੀ ਫਰਕ ਪੈਂਦਾ। ਸਭ ਕੁਝ ਚੱਲਦਾ ਫੇਰ ਬਣਾਓ ਮੋਟਾ ਜਿਹਾ ਪਰਚਾ ਖੇਡ ਖਤਮ
2-4 ਦਿਨ ਮੁਰਖ ਜਾਂਦਾ ਰੌਲਾ ਪਾਊਗੀ ਫਿਰ ਸਭ ਸ਼ਾਂਤ ਹੋ ਜਾਣਗੇ। ਸਭ ਸੋਚਿਆ ਤਾਂ ਪਿਛਲੀ ਵਾਰ ਵੀ ਇਹੀ ਸੀ ਜੀ ਕਿ ਉਹ ਕੋਈ ਗਲਤ ਹਰਕਤ ਕਰੂਗਾ ਤੇ ਸਾਨੂੰ ਬਹਾਨਾ ਮਿਲ ਜੂ, ਪਰ ਹੋਇਆ ਸਭ ਕੁਝ ਉਲਟਾ। ਮੈਂ ਅੱਜ ਹੀ ਹੰਗਾਮੀ ਮੀਟਿੰਗ ਬੁਲਾ ਕੇ ਇਸ ਬਾਰੇ ਕੋਈ ਪੁਖਤਾ ਇੰਤਜ਼ਾਮ ਕਰਦਾ। ਤੂੰ ਆਪਣਾ ਦਿਮਾਗ ਲੜਾ, ਇਹ ਕੀ ਕੀਤਾ ਜਾ ਸਕਦਾ? ਕਿੱਥੋਂ ਸਿਆਪਾ ਪਿਆ ਮੇਰੀ ਜਾਨ ਨੂੰ। ਮੈਂ ਤਾਂ ਹੀ ਕਹਿਣਾ ਹੁੰਦਾ ਇਹ ਜ਼ਿਆਦਾ ਨਹੀਂ ਪੜੀਦਾ, ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ। ਉਹ ਆਪ ਤਾਂ ਪਾਗਲ ਹੁੰਦਾ, ਦੂਜਿਆਂ ਨੂੰ ਵੀ ਕਰ ਦਿੰਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਜੀ ਰਾਮਚੰਦ ਜੀ। ਹਾਂਜੀ ਦੱਸੋ। ਜੀ 15 ਕੁ ਦਿਨਾਂ ਤੋਂ ਇਸ ਪਾਸੇ ਬੜਾ ਦਰਦ ਹੋ ਰਿਹਾ ਹੈ। ਵਿੱਚ ਦੀ ਹਟ ਜਾਂਦਾ ਹੈ, ਵਿੱਚ ਦੀ ਫੇਰ ਹੋਣ ਲੱਗ ਜਾਂਦਾ ਹੈ। ਆ ਸਾਡੇ ਸ਼ਹਿਰ ਵਾਲੇ ਡਾਕਟਰ ਨੂੰ ਦਿਖਾਇਆ, ਉਹਨੇ ਆ ਥੱਬਾ ਟੈਸਟਾਂ ਦਾ ਲਿਖਤਾ। 1000 ਰੁਪਇਆ ਲੱਗ ਗਿਆ ਜੀ ਟੈਸਟਾਂ ਤੇ। ਫਰਕ ਰੱਤੀ ਜਿੰਨਾ ਨਹੀਂ ਪਿਆ। ਕੰਮ ਕੀ ਕਰਦਾ? ਜੀ ਮੈਂ ਸੀਰੀ ਲੜਿਆ ਹੋਇਆ। ਕੰਮ ਜ਼ਿਆਦਾ ਕਰਨਾ ਪੈਂਦਾ? ਨਾ ਜੀ, ਹੁਣ ਤਾਂ ਪਿਛਲੇ ਕੁ ਮਹੀਨੇ ਤੋਂ ਕੰਮ ਤੇ ਹੀ ਨਹੀਂ ਗਿਆ। ਕਿਉਂ ਕੰਮ ਤੇ ਕਿਉਂ ਨਹੀਂ ਗਿਆ? ਕੀ ਦੱਸਾਂ ਜੀ, 5 ਸਾਲ ਹੋ ਗਏ ਸੀ ਮੇਰੇ ਵਿਆਹ ਨੂੰ, ਪਰ ਘਰ ਕੋਈ ਜਵਾਕ ਨਹੀਂ ਸੀ ਹੋਇਆ। ਬੜੀਆਂ ਸੁੱਖਾਂ ਸੁੱਖੀਆਂ ਰੱਬ ਨੇ ਮਸਾਂ ਸੁਣੀ। 9ਵਾਂ ਮਹੀਨਾ ਲੱਗਿਆ ਸੀ ਜੀ ਮੇਰੇ ਘਰ ਵਾਲੀ ਨੂੰ। ਅਚਾਨਕ ਦਰਦਾਂ ਹੋਣ ਲੱਗ ਪਈਆਂ। ਪਿੰਡ ਵਾਲੀ ਨਰਸ ਕਹਿੰਦੀ ਇਹਨੂੰ ਸ਼ਹਿਰ ਲੈ ਜਾ, ਨਹੀਂ ਤਾਂ ਕੰਮ ਖਰਾਬ ਹੋ ਜੂ। ਮੈਂ ਭੱਜਿਆ ਆਪਣੇ ਮਾਲਕਾ ਕੋਲ ਗਿਆ। ਉਸਨੇ ਉਸੇ ਵੇਲੇ ਐਂਬੂਲੈਂਸ ਬੁਲਾ ਲਈ। ਘਰ ਵਾਲੀ ਨੂੰ ਗੱਡੀ 'ਚ ਪਾ ਕੇ ਸ਼ਹਿਰ ਨੂੰ ਲੈ ਪਏ। ਮੇਰੀ ਮਾੜੀ ਕਿਸਮਤ, ਲੋਕਾਂ ਨੇ ਪਤਾ ਨਹੀਂ ਸੜਕ ਤੇ ਆ ਕੇ ਕਿੱਧਰੋਂ ਇੱਕਦਮ ਧਰਨਾ ਲਾਤਾ। ਕਹਿੰਦੇ ਸਾਡੇ ਬਾਬੇ ਨੂੰ ਮਾੜਾ ਬੋਲਤਾ ਕਿਸੇ ਨੇ। ਆਖੇ ਮੰਤਰੀ ਨੇ ਪੁਲਿਸ ਨੂੰ ਰਿਪੋਰਟ ਨਿਕਲ ਲਈ ਦੀ ਕਿਹਾ। ਇਸੇ ਗੱਲੋਂ ਸੜਕ ਜਾਮ ਕਰਤੀ। ਬਸ ਜੀ ਵਿਚਾਲੇ ਫਸ ਗਏ, ਨਾ ਗੱਡੀ ਅੱਗੇ ਤੇ ਨਾ ਪਿੱਛੇ ਜਾਵੇ। ਇੱਧਰ ਮੇਰੇ ਘਰ ਵਾਲੀ ਚੀਕਾਂ ਮਾਰੇ। ਮੈਂ ਅੱਧਾ ਮੀਲ ਭੱਜਿਆ ਗਿਆ। ਧਰਨੇ ਤੇ ਬੈਠੇ ਲੋਕਾਂ ਦੇ ਪੈਰੀ ਹੱਥ ਲਾਏ, ਆਪਣਾ ਪਰਨਾ ਲਾ ਕੇ ਉਹਨਾਂ ਦੇ ਪੈਰਾਂ 'ਚ ਰੱਖਿਆ। ਬੜੀਆਂ ਮਿੰਨਤਾਂ ਕੀਤੀਆਂ ਵੀ ਸਾਨੂੰ ਲੰਘਾ ਦਿਓ, ਪਰ ਕਿਸੇ ਕੰਜਰ ਨੇ ਮੇਰੀ ਇੱਕ ਨਾ ਸੁਣੀ। ਕਹਿੰਦੇ ਸਾਡੇ ਬਾਬੇ ਤੋਂ ਉੱਤੇ ਤਾਂ ਨਹੀਂ ਤੇਰੇ ਘਰ ਵਾਲੀ। ਮੈਂ ਬਥੇਰਾ ਪਿੱਟਿਆ ਵੀ ਉਹਨੂੰ ਜਵਾਕ ਆਉਣ ਵਾਲਾ ਹੈ। ਸਾਡੇ ਤੇ ਤਰਸ ਖਾਓ, ਪਰ ਗਰੀਬ ਦੀ ਕੌਣ ਸੁਣਦਾ ਜੀ। ਧੱਕਾ ਕੇ ਉੱਥੇ ਹੀ ਬਹਿ ਗਿਆ। ਜਦ ਮੁੜ ਕੇ ਆ ਕੇ ਦੇਖਿਆ, ਤਾਂ ਮੇਰਾ ਜਵਾਕ ਤੇ ਮੇਰੀ ਘਰ ਵਾਲੀ ਮੇਰੀ ਅੱਖਾਂ ਸਾਹਮਣੇ ਮਰ ਗਏ। ਦੱਸੋ ਜੀ ਮੇਰਾ ਕੀ ਕਸੂਰ ਸੀ? ਮੇਰੀ ਤਾਂ ਕਰਤੀ ਦਾ ਗਰੀਬ ਆ। ਮਾੜਾ ਸਿਸਟਮ ਮੁਸੀਬਤ ਦੀ ਜੜ। ਬਾਬੇ ਦੀਆਂ ਖਬਰਾਂ ਤਾਂ ਸਭ ਨੇ ਲਾਈਆਂ, ਪਰ ਮੇਰੀ ਖਬਰ ਕਿਸੇ ਨੇ ਨਹੀਂ ਲਾਈ ਜੀ। ਹੌਸਲਾ ਰੱਖ, ਮੈਂ ਸਮਝ ਸਕਦਾ ਤੇਰੀ ਤਕਲੀਫ। ਮੈਂ ਦਵਾਈ ਲਿਖ ਦਿੱਤੀ ਹੈ, ਖਾ ਲਈ, ਤੈਨੂੰ ਮੁੜ ਕੇ ਆਉਣ ਦੀ ਲੋੜ ਨਹੀਂ ਪੈਣੀ। ਹਾਂ ਜੇ ਸਿਸਟਮ ਨੇ ਤੇਰੇ ਦਿਮਾਗ ਤੇ ਹੋਰ ਸਟ੍ਰੈਸ ਨਾ ਪਾਇਆ ਤਾਂ। ਮੈਂ ਕੁਝ ਸਮਝਿਆ ਨਹੀਂ ਜੀ। ਸਮਝਣ ਵਾਲੀ ਗੱਲ ਤਾਂ ਸਮਝਦੇ ਨਹੀਂ, ਬਾਕੀ ਸਭ ਤੇ ਮਿੰਟਾਂ ਸਮਝ ਜਾਂਦੀ ਨੇ। ਕੀ ਕਿਹਾ ਜੀ? ਕੁਝ ਨਹੀਂ ਕਿਹਾ। ਆ ਬਾਹਰੋਂ ਦਵਾਈ ਲੈ ਲਾ ਤੇ ਪੈਸੇ ਨਾ ਦੇਈਂ। ਠੀਕ ਹੈ ਜੀ। ਸਰ ਤੁਸੀਂ ਡਾਕਟਰ ਚੇਤਨ, ਤੁਸੀਂ ਉੱਪਰ ਤੱਕ ਪਾਜੜਾ ਪਾਈਆਂ ਪਈਆਂ ਨੇ। ਭਾਜੜਾ? ਮੈਂ ਕੁਝ ਸਮਝਿਆ ਨਹੀਂ। ਲੋਕਾਂ ਨੂੰ ਸਮਝਾਉਣ ਵਾਲਾ ਅੱਜ ਖੁਦ ਹੀ ਨਹੀਂ ਸਮਝ ਪਾ ਰਿਹਾ। ਦੇਖੋ ਸਰ, ਇਹ ਰਹਿਸ਼ੀ ਕਲੋਨੀ ਅਸੀਂ ਕੋਈ ਤਮਾਸ਼ਾ ਨਹੀਂ ਕਰਨਾ ਚਾਹੁੰਦੇ। ਸਾਨੂੰ ਪਤਾ ਤੁਸੀਂ ਸ਼ਹਿਰ ਦੇ ਨਾਮੀ ਡਾਕਟਰ ਹੋ ਤੇ ਖਾਸ ਕਰ ਗਰੀਬ ਲੋਕਾਂ ਦੇ ਹਮਦਰਦ ਵੀ। ਤੁਸੀਂ ਲੋਕ ਸੇਵਾ ਕਰ ਰਹੇ ਹੋ, ਮੁਫਤ ਦਵਾਈਆਂ ਦਿੰਦੇ ਹੋ, ਲਾਈਕ ਇਟ। ਪਰ ਇਸ ਵੇਲੇ ਮੈਂ ਸਰਕਾਰੀ ਅਫਸਰ ਹੋਣ ਦੇ ਨਾਤੇ ਇੱਥੇ ਆਇਆ। ਉੱਪਰੋਂ ਫਿਰ ਆਰਡਰ ਆਏ ਨੇ ਕਿ ਤੁਸੀਂ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸਿਸਟਮ ਆਲਰੇਡੀ ਇੰਨਾ ਕੁ ਖਰਾਬ ਹੋ ਚੁੱਕਿਆ, ਉਸਨੂੰ ਹੋਰ ਕੋਈ ਕਿੰਨਾ ਕੁ ਖਰਾਬ ਕਰ ਸਕਦਾ? ਹਾਂ ਇਹ ਕਹਿ ਸਕਦੇ ਹੋ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ। ਤੁਹਾਡੀਆਂ ਇਹੀ ਗੱਲਾਂ ਸਿਸਟਮ ਦੇ ਵਿਰੁੱਧ ਜਾਂਦੀਆਂ ਨੇ। ਇਸ ਆਰਡਰ ਅਨੁਸਾਰ ਤੁਸੀਂ ਘਰ ਵਿੱਚ ਕਲੀਨਿਕ ਨਹੀਂ ਚਲਾ ਸਕਦੇ। ਇਸ ਵਿੱਚ ਲਿਖਿਆ ਹੈ ਕਿ ਤੁਸੀਂ ਲੋਕਾਂ ਨੂੰ ਸਿਸਟਮ ਖਿਲਾਫ ਹਿੰਸਕ ਕਾਰਵਾਈ ਲਈ ਸਾਰੇ ਹੋ, ਜਿਸ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਸੋ ਉਦੋਂ ਤੱਕ ਤੁਸੀਂ ਆਪਣੇ ਘਰ ਵਿੱਚ ਕਿਸੇ ਮਰੀਜ਼ ਨੂੰ ਦਵਾਈ ਨਹੀਂ ਦੇ ਸਕਦੇ, ਜਦੋਂ ਤੱਕ ਉੱਪਰੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ। ਸਰ ਇਹ ਤਾਂ ਡਿਕਟੇਟਰਸ਼ਿਪ ਹੋ ਗਈ।
ਜ਼ਰੂਰੀ ਫਾਈਲ ਹੈ ਮੈਡਮ, ਉਹ ਤਾਂ ਤੁਹਾਨੂੰ ਦਿਖਾ ਦਿੰਨੇ ਆ। ਡਾਕਟਰ ਸਾਹਿਬ ਤੁਸੀਂ ਸਭ ਸਮਝਦੇ ਹੋ ਇਹ ਸਭ ਕਿਉਂ ਹੋ ਰਿਹਾ ਹੈ? ਤੁਹਾਨੂੰ ਦੱਸਣ ਦੀ ਲੋੜ ਨਹੀਂ। ਮੈਡਮ ਨੂੰ ਸਮਝਾਓ। ਅੰਜਲੀ ਕਾਮ ਡਾਊਨ। ਉਹ ਉਹੀ ਕਰ ਰਹੇ ਨੇ ਜੋ ਉਹਨਾਂ ਨੂੰ ਉੱਪਰੋਂ ਆਰਡਰ ਹੈ। ਇਸ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ। ਦੇਖੋ ਸਾਡੇ ਕੋਲ ਤੁਹਾਡੇ ਘਰ ਦੇ ਸਰਚ ਵਾਰੰਟ ਵੀ ਨੇ, ਪਰ ਮੈਨੂੰ ਪਤਾ ਹੈ ਕਿ ਇੱਥੇ ਐਸਾ ਵੈਸਾ ਕੁਝ ਨਹੀਂ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਕੱਲ ਤੋਂ ਕਿਸੇ ਮਰੀਜ਼ ਨੂੰ ਘਰ ਨਾ ਬੁਲਾਇਓ। ਘਰ ਦੇ ਬਾਹਰ ਪੁਲਿਸ ਵਾਲੇ ਸਿਵਲ ਵਿੱਚ ਰਹਿ ਕੇ ਨਜ਼ਰ ਵੀ ਰੱਖਣਗੇ। ਪਰ ਸਰ ਸਾਡੇ ਘਰ ਵਿੱਚ ਆਂਟੀ ਗੁਆਂਢੀ ਰਿਸ਼ਤੇਦਾਰ 100 ਲੋਕਾਂ ਨੇ ਆਉਣਾ ਹੁੰਦਾ ਹੈ। ਇਹ ਤਾਂ ਇੱਕ ਤਰ੍ਹਾਂ ਨਾਲ ਘਰ ਵਿੱਚ ਕੈਦ ਕਰਨ ਵਾਲੀ ਗੱਲ ਹੋ ਗਈ। ਦੇਖੋ ਮੈਡਮ, ਨਾ ਤਾਂ ਤੁਹਾਡੇ ਆਂਢੀ ਗੁਆਂਢੀ ਜਾਂ ਰਿਸ਼ਤੇਦਾਰਾਂ ਦੇ ਆਉਣ ਦੀ ਪਾਬੰਦੀ ਹੈ ਤੇ ਨਾ ਹੀ ਤੁਹਾਡੇ ਘਰ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ। ਬਸ ਤੁਸੀਂ ਘਰ ਵਿੱਚ ਮੈਡੀਸਨ ਨਹੀਂ ਦੇ ਸਕਦੇ। ਬਾਕੀ ਜੇਕਰ ਦੇਸ਼ਾਂ ਦੀ ਉਲੰਘਣਾ ਕਰੋਗੇ ਤਾਂ ਪੁਲਿਸ ਆਪਣੇ ਢੰਗ ਨਾਲ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਡਾਕਟਰ ਸਾਹਿਬ ਇੱਕ ਮਿੰਟ। ਹਾਂਜੀ ਸਰ। ਦੇਖੋ ਮੈਂ ਸਭ ਦੇ ਸਾਹਮਣੇ ਕਹਿਣਾ ਨਹੀਂ ਸੀ ਚਾਹੁੰਦਾ। ਤੁਹਾਡੇ ਬਾਰੇ ਮੇਰੀ ਵਾਈਫ ਨੇ ਦੱਸਿਆ ਸੀ ਕਿ ਤੁਸੀਂ ਚੰਗੇ ਬੰਦੇ ਹੋ, ਗਰੀਬਾਂ ਦਾ ਮੁਫਤ ਇਲਾਜ ਕਰਦੇ ਹੋ। ਮੇਰੇ ਡਰਾਈਵਰ ਦਾ ਇਲਾਜ ਵੀ ਤੁਸੀਂ ਫ੍ਰੀ ਕੀਤਾ ਸੀ। ਸੋ ਤੁਹਾਡੀ ਇਸੇ ਜਾਣਕਾਰੀ ਦੀ ਲਿਹਾਜ਼ ਕਰਦੇ ਹੋਏ ਮੈਂ ਆਪਣੇ ਪੁਲਿਸ ਆਫੀਸਰ ਨੂੰ ਕੰਟਰੋਲ ਵਿੱਚ ਰਹਿ ਕੇ ਕਾਰਵਾਈ ਕਰਨੀ ਕਿਹਾ ਸੀ। ਨਹੀਂ ਤਾਂ ਉੱਪਰੋਂ ਬਹੁਤ ਸਟ੍ਰਿਕਟ ਆਰਡਰ ਆਏ ਹੋਏ ਨੇ ਤੁਹਾਡੇ ਉੱਪਰ ਘਰ ਵਿੱਚ ਸੈਕਸ ਰੈਕਟ ਚਲਾਉਣ ਦਾ ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਦੋਸ਼ ਲਾਇਆ ਹੋਇਆ। ਇਸ ਤੋਂ ਪਹਿਲਾਂ ਗੱਲ ਮੇਰੇ ਹੱਥੋਂ ਨਿਕਲ ਜਾਏ ਕੁਝ ਦਿਨ ਚੁੱਪਚਾਪ ਬੈਠ ਜਾਓ। ਮਰੀਜ਼ਾਂ ਨੂੰ ਦੇਖਣਾ ਤੇ ਮਿਲਣਾ ਬੰਦ ਕਰ ਦਿਓ। ਤੁਹਾਡਾ ਫੋਨ ਵੀ ਟੈਪ ਕੀਤਾ ਜਾ ਰਿਹਾ ਹੈ। ਗੱਲ ਵੀ ਸੋਚ ਸਮਝ ਕੇ ਕਰਨਾ। ਸ਼ੁਕਰੀਆ ਸਰ, ਜੇ ਇੰਨਾ ਸਭ ਕੁਝ ਦੱਸ ਹੀ ਦਿੱਤਾ ਹੈ ਤਾਂ ਮਿਹਰਬਾਨੀ ਕਰਕੇ ਵੀ ਦੱਸ ਦਿਓ ਮੇਰਾ ਕਸੂਰ ਕੀ ਹੈ। ਤੁਹਾਡਾ ਕੋਈ ਕਸੂਰ ਨਹੀਂ, ਇਹੀ ਤੁਹਾਡਾ ਕਸੂਰ ਹੈ। ਬਸ ਸਿਸਟਮ ਨੂੰ ਤੁਹਾਡੇ ਸਿਸਟਮ ਤੇ ਸਟ੍ਰੈਸ ਦੀ ਥਿਊਰੀ ਤੋਂ ਪ੍ਰੋਬਲਮ ਹੋ ਗਈ ਹੈ। ਚੰਗਾ ਮੈਂ ਚੱਲਦਾ, ਬਾਹਰ ਪੁਲਿਸ ਵੀ ਰਹੇਗੀ। ਤੁਹਾਨੂੰ ਜੋ ਮੈਂ ਕਿਹਾ ਉਸ ਉੱਤੇ ਅਮਲ ਕਰਨਾ, ਇਸੇ ਵਿੱਚ ਬਿਹਤਰੀ ਹੈ। ਵਾਪਸ ਚਲੋ। ਸਰ ਘਰ ਦੀ ਤਲਾਸ਼ੀ। ਤੁਸੀਂ ਘਰ ਦੀ ਤਲਾਸ਼ੀ ਲੈ ਲਈ ਹੈ, ਕੁਝ ਵੀ ਨਹੀਂ ਮਿਲਿਆ, ਨਾ ਸੰਜੀਵ ਤੇ ਨਾ ਹੀ ਨਰਜੀਤ। ਬਾਕੀ ਆਪਣੇ ਸਿਪਾਹੀਆਂ ਨੂੰ ਸਟ੍ਰਿਕਟਲੀ ਕਹਿ ਦਿਓ ਕਿ ਕਲੋਨੀ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ, ਸਿਰਫ ਡਿਊਟੀ ਕਰਨ ਜਿਵੇਂ ਡਾਕਟਰ ਸਾਹਿਬ ਕਰਦੇ ਸੀ। ਚੰਗਾ ਡਾਕਟਰ ਸਾਹਿਬ। ਸੁੱਖੀ ਤੂੰ ਘਰ ਜਾ, ਮੈਂ ਤੈਨੂੰ ਫੋਨ ਕਰਦਾ। ਠੀਕ ਹੈ ਸਰ। ਚੇਤਨ ਉਸਨੇ ਤੁਹਾਨੂੰ ਕੋਨੇ ਵਿੱਚ ਲਿਜਾ ਕੇ ਕੀ ਕਿਹਾ ਕੁਝ ਦੱਸੋਗੇ? ਕੁਝ ਨਹੀਂ ਕਿਹਾ, ਅੰਦਰ ਚੱਲ ਆਰਾਮ ਨਾਲ ਗੱਲ ਕਰਾਂਗੇ। ਚੇਤਨ 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 ਕੁਝ ਬੋਲੋਗੇ ਵੀ ਜਾਂ ਨਹੀਂ? ਪਿਛਲੇ 10 ਦਿਨਾਂ ਤੋਂ ਦੇਖ ਰਹੀ ਹਾਂ ਨਾ ਤੂੰ ਕੋਈ ਗੱਲ ਕਰ ਰਿਹਾ ਹੈ ਤੇ ਨਾ ਹੀ ਚੱਜ ਨਾਲ ਖਾ ਰਿਹਾ ਹੈ। ਹੁਣ ਤਾਂ ਬਾਹਰ ਵੀ ਸਭ ਕੁਝ ਨਾਰਮਲ ਹੋ ਰਿਹਾ ਹੈ। ਤੇਰੇ ਦਿਮਾਗ ਵਿੱਚ ਆ ਕੇ ਚੱਲ ਕੀ ਰਿਹਾ ਹੈ? ਮੈਂ ਚਿੰਤਨ ਕਰ ਰਿਹਾ, ਸੋਚ ਰਿਹਾ ਸੀ ਕਿ ਜੇ ਬਾਬਾ ਨਾਨਕ ਉਦਾਸੀਆਂ ਨਾ ਕਰਦੇ ਤਾਂ ਇਸ ਸੰਸਾਰ ਨੇ ਕਿੱਡੇ ਵੱਡੇ ਗਿਆਨ ਤੋਂ ਵਾਂਝਾ ਰਹਿ ਜਾਣਾ ਸੀ। ਚੇਤਨ ਪਲੀਜ਼ ਖਾਣਾ ਖਾ ਕੇ ਆਰਾਮ ਨਾਲ ਸੌ ਜਾ, ਤੈਨੂੰ ਨੀਂਦ ਦੀ ਸਖਤ ਜ਼ਰੂਰਤ ਹੈ। ਅਸੀਂ ਸਦਾ ਸੁੱਤੇ ਹੀ ਰਹਿੰਦੇ ਆ, ਜਾਗਦੇ ਹੋਏ ਵੀ ਤਾਂ ਸੁੱਤੇ ਹੀ ਹੁੰਦੇ ਆ। ਪਰ ਸਿਰਫ ਇਹਨਾਂ ਵੀ ਸੁੱਤਿਆਂ ਦਾ ਪਤਾ ਲੱਗ ਜਾਂਦਾ ਤੇ ਜਾਗਦਿਆਂ ਦਾ ਪਤਾ ਨਹੀਂ ਲੱਗਦਾ। ਬਥੇਰਾ ਸੌ ਲਿਆ, ਹੁਣ ਜਾਗਣ ਤੇ ਜਗਾਉਣ ਦਾ ਵੇਲਾ ਆ ਗਿਆ। ਚੇਤਨ ਪਾਗਲਾਂ ਵਾਂਗੂ ਕੀ ਬੋਲ ਰਿਹਾ ਹੈ? ਅੰਜਲੀ ਪਾਗਲਾਂ ਦੀ ਤਰ੍ਹਾਂ ਨਹੀਂ ਬੋਲ ਰਿਹਾ, ਮੈਂ ਤਾਂ ਦਿਨ ਰਾਤ ਇਹੀ ਸੋਚ ਰਿਹਾ ਕਿ ਮਰੀਜ਼ਾਂ ਵਿਚਾਰਿਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ। ਇੰਨੀ ਦੂਰ ਉਮੀਦ ਲੈ ਕੇ ਆਉਂਦੇ ਨੇ ਤੇ ਵਾਪਸ ਖਾਲੀ ਹੱਥ ਮੁੜਨਾ ਪੈ ਰਿਹਾ। ਚੇਤਨ ਪਲੀਜ਼ ਕੁਝ ਸਮੇਂ ਲਈ ਮਰੀਜ਼ਾਂ ਨੂੰ ਭੁੱਲ ਜਾਓ। ਮੈਂ ਹਲੇ ਵੀ ਕਹਿੰਦੀ ਹਾਂ ਕਿ ਆਪਾਂ ਦਿੱਲੀ ਚੱਲਦੇ ਹਾਂ। ਮੈਂ ਇਸ ਤਰ੍ਹਾਂ ਕੈਦ ਵਿੱਚ ਨਹੀਂ ਰਹਿ ਸਕਦੀ, ਮੇਰਾ ਦਮ ਘੁੱਟਦਾ। ਤੂੰ ਜਿੰਨਾ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਇੰਨੀ ਛੇਤੀ ਨਹੀਂ ਜਾਗਣਗੇ। ਤੈਨੂੰ ਇਹੀ ਲੱਗਦਾ ਕਿ ਮੈਨੂੰ ਸਿਸਟਮ ਤੇ ਸਟ੍ਰੈਸ ਦੀ ਕੋਈ ਸਮਝ ਨਹੀਂ, ਪਰ ਐਸਾ ਨਹੀਂ ਹੈ। ਮੈਨੂੰ ਸਾਰੀ ਸਮਝ ਹੈ। ਜੇ ਸਮਝਿਆ ਫਿਰ ਭੱਜਣ ਦੀਆਂ ਗੱਲਾਂ ਕਿਉਂ? ਮੈਂ ਭੱਜ ਨਹੀਂ ਰਹੀ, ਸਿਰਫ ਵਕਤ ਦੀ ਨਜ਼ਾਕਤ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਹਾਲਾਤ ਇਹ ਬਣ ਚੁੱਕੇ ਨੇ ਕਿ ਜਿਸ ਸਿਸਟਮ ਨੂੰ ਤੂੰ ਢਾਉਣ ਦੀਆਂ ਗੱਲਾਂ ਕਰਦਾ ਹੈ, ਅੱਜ ਉਸੇ ਸਿਸਟਮ ਨੇ ਤੈਨੂੰ ਢਾ ਲਿਆ ਹੈ। ਇਸ ਸਿਸਟਮ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਜੋ ਇਕੱਲਾ ਬੰਦਾ ਨਹੀਂ ਪੜ ਸਕਦਾ। ਤੂੰ ਡਾਕਟਰ ਹੈ ਤੇ ਇਸ ਲਈ ਡਾਕਟਰ ਵਾਲੇ ਕੰਮ ਕਰ। ਅੰਜਲੀ ਤੂੰ ਚਾਹੁੰਦੀ ਹੈ ਮੈਂ ਬਿਮਾਰੀ ਨੂੰ ਜੜ ਤੋਂ ਪੁੱਟਣ ਦੀ ਬਜਾਏ ਸਿਰਫ ਉਹਦੀਆਂ ਟਾਹਣੀਆਂ ਛਾਂਗ ਦਿਆਂ ਤਾਂ ਕਿ ਉਹੀ ਟਾਹਣੀ 6 ਮਹੀਨੇ ਬਾਅਦ ਦੁਬਾਰਾ ਫੁੱਟ ਕੇ ਕਣਾਂ 'ਚ ਬਣ ਜਾਵੇ? ਨਹੀਂ ਅੰਜਲੀ ਨਹੀਂ, ਮੈਂ ਬਿਮਾਰੀ ਨੂੰ ਜੜ ਤੋਂ ਖਤਮ ਕਰਨੀ ਚਾਹੁੰਦਾ। ਜੇ ਜਾਨ ਹੀ ਨਾ ਬਚੀ ਫੇਰ ਕੀ ਕਰੇਗਾ? ਜੇ ਲੋਕ ਸੇਵਾ ਨਾ ਕਰ ਸਕੇ ਫਿਰ ਜਾਨ ਬਚਾ ਕੇ ਵੀ ਕੀ ਕਰਨਾ? ਚੇਤਨ ਤੂੰ ਨਹੀਂ ਚਾਹੁੰਦਾ ਕਿ ਤੂੰ ਲੋਕਾਂ ਦਾ ਇਲਾਜ ਕਰੇ ਤੇ ਉਹ ਤੰਦਰੁਸਤ ਹੋਣ? ਹਾਂ ਚਾਹੁੰਦਾ। ਫਿਰ ਇਹ ਜ਼ਿੰਦਗੀ ਇਸ ਲਈ ਤੂੰ ਸਿਰਫ ਲੋਕਾਂ ਦਾ ਇਲਾਜ ਕਰ, ਬਸ ਉਹਨਾਂ ਨੂੰ ਗਿਆਨ ਦਾ ਪਾਠ ਨਾ ਪੜਾ। ਉਹਨਾਂ ਕੋਲ ਇੰਨੀ ਬੁੱਧੀ ਨਹੀਂ ਕਿ ਉਹ ਗੱਲ ਨੂੰ ਸਮਝ ਸਕਣ। ਅੰਜਲੀ ਤੂੰ ਸਮਝਦੀ ਕਿਉਂ ਨਹੀਂ? ਮੈਨੂੰ ਪਤਾ ਹੈ ਕਿ ਤੈਨੂੰ ਲੋਕਾਂ ਨਾਲ ਪਿਆਰ ਹੈ, ਤੂੰ ਸੈਂਸਿਟਿਵ ਹੈ, ਮੈਂ ਇਸ ਨੂੰ ਬੁਰਾ ਨਹੀਂ ਮੰਨਦੀ। ਪਰ ਯਾਰ ਜੇ ਆਪਣੀ ਜਾਨ ਹੀ ਨਾ ਰਹੀ ਤਾਂ ਕਿਸੇ ਦੁਖੀ ਦਾ ਦਰਦ ਕਿਵੇਂ ਵੰਡਾਵੇਂਗਾ? ਇਸ ਲਈ ਕਹਿੰਦੀ ਆ ਕਿ ਆਪਾਂ ਦਿੱਲੀ ਚੱਲਦੇ ਆ। ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ। ਇਹ ਸਿਸਟਮ ਕੁਝ ਵੀ ਕਰ ਸਕਦਾ ਹੈ।
ਹਾਲਾਤਾਂ ਤੋਂ ਡਰ ਕੇ ਭੱਜਣਾ ਕਾਇਰਤਾ ਹੁੰਦੀ ਹੈ ਤੇ ਮੈਂ ਕਾਇਰ ਨਹੀਂ ਹਾਂ। ਸਾਡੇ ਗੁਰੂਆਂ ਨੇ ਕਿੰਨੀਆਂ ਦੁੱਖ ਤਕਲੀਫਾਂ ਤੇ ਤਸੀਹੇ ਝੱਲੇ ਨੇ, ਕਿਸ ਵਾਸਤੇ? ਮਨੁੱਖਤਾ ਲਈ। ਸਾਰੀ ਦੁਨੀਆ ਨੂੰ ਰਾਹੇ ਪਾਉਣ ਵਾਲੇ ਬਾਬੇ ਨਾਨਕ ਨੂੰ ਉਸ ਵੇਲੇ ਦੇ ਰਾਜਿਆਂ, ਪੰਡਤਾਂ ਤੇ ਮੌਲਵੀਆਂ ਨੇ ਕੀ ਕਿਹਾ ਸੀ? ਰਾਹੇ ਪਾਉਣ ਵਾਲਾ। ਕਿ ਬਾਬਾ ਨਾਨਕ ਇਹ ਸਭ ਸੁਣ ਕੇ ਚੁੱਪ ਕਰਕੇ ਬੈਠ ਗਏ ਸੀ? ਨਹੀਂ, ਸਗੋਂ ਚੱਲਦੇ ਗਏ ਹੱਕ ਸੱਚ ਦੀ ਆਵਾਜ਼ ਬੁਲੰਦ ਕਰਕੇ ਲੋਕਾਂ ਨੂੰ ਜਗਾਉਂਦੇ ਗਏ ਬਿਨਾਂ ਅੱਕੇ ਥੱਕੇ। ਚੇਤਨ ਉਹ ਬਾਬਾ ਨਾਨਕ ਸੀ। ਤੇ ਅਸੀਂ ਬਾਬੇ ਨਾਨਕ ਦੇ ਬੱਚੇ ਹਾਂ, ਅਸੀਂ ਕਿਉਂ ਨਹੀਂ ਚੱਲ ਸਕਦੇ? ਜਿਸ ਦੇ ਸਿਰ ਉੱਤੇ ਬਾਬੇ ਨਾਨਕ ਵਰਗੇ ਪਿਓ ਦਾ ਹੱਥ ਹੋਵੇ ਉਹ ਕੁਝ ਵੀ ਕਰ ਸਕਦਾ ਹੈ, ਕੁਝ ਵੀ। ਸੋ ਮੈਂ ਸੋਚ ਲਿਆ ਕੀ ਇਹ ਲੋਕ ਮੈਨੂੰ ਕਲੀਨਿਕ ਵਿੱਚ ਇਲਾਜ ਕਰਨ ਤੋਂ ਰੋਕ ਸਕਦੇ ਨੇ, ਘਰ ਵਿੱਚ ਇਲਾਜ ਕਰਨ ਤੋਂ ਰੋਕ ਸਕਦੇ ਨੇ, ਮਰੀਜ਼ਾਂ ਨੂੰ ਮੇਰੇ ਘਰ ਆਉਣ ਤੋਂ ਰੋਕ ਸਕਦੇ ਨੇ, ਪਰ ਮੈਂ ਤਾਂ ਮਰੀਜ਼ਾਂ ਦੇ ਘਰ ਜਾ ਹੀ ਸਕਦਾ ਨਾ। ਕੀ ਮਤਲਬ? ਮੈਂ ਹੁਣ ਪਿੰਡਾਂ ਵੱਲ ਜਾਵਾਂਗਾ। ਮੇਰੇ ਲੋਕਾਂ ਨੂੰ ਮੇਰੀ ਲੋੜ ਹੈ ਅੰਜਲੀ। ਲੋਕ ਮੇਰੇ ਕੋਲ ਸਿਰਫ ਇਲਾਜ ਕਰਾਉਣ ਲਈ ਨਹੀਂ ਆਉਂਦੇ, ਉਹ ਆਪਣੇ ਨਾਲ ਦੁੱਖਾਂ ਤਕਲੀਫਾਂ ਦੀਆਂ ਪੰਡਾਂ ਚੁੱਕ ਕੇ ਆਉਂਦੇ ਨੇ ਤੇ ਮੇਰੇ ਕੋਲ ਆ ਕੇ ਉਹ ਪੰਡਤਾਰ ਸੁੱਖ ਦਾ ਸਾਹ ਲੈ ਕੇ ਮੁੜ ਜਾਂਦੇ ਨੇ। ਜ਼ਿੰਦਗੀ ਨਾਲ ਅਸਲ ਲੜਾਈ ਉਹ ਲੋਕ ਲੜ ਰਹੇ ਨੇ, ਉਹ ਲੜਾਈ ਜਿੱਥੇ ਹਾਰ ਤੋਂ ਸਿਵਾਏ ਕੁਝ ਵੀ ਨਹੀਂ, ਫੇਰ ਵੀ ਬਿਨਾਂ ਹੌਸਲਾ ਹਾਰੇ ਲੜੀ ਜਾਂਦੇ ਨੇ। ਸਦੀਆਂ ਤੋਂ ਜੂਝਦੇ ਆ ਰਹੇ ਨੇ ਇਹ ਲੋਕ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ। ਮੈਂ ਦੇਖ ਰਿਹਾ ਕਿ ਹਰ ਕਿਸੇ ਦੇ ਅੰਦਰ ਗੁੱਸੇ ਦਾ ਇੱਕ ਬਾਰੂਦ ਭਰਿਆ ਪਿਆ ਜੋ ਕਦੇ ਵੀ ਫਟ ਸਕਦਾ ਹੈ। ਜਿਸ ਦਿਨ ਇਹ ਬਲਾਸਟ ਹੋ ਗਿਆ, ਇਸ ਸਰਮਾਏਦਾਰੀ ਸਿਸਟਮ ਦੇ ਚੀਥੜੇ ਉੱਠ ਜਾਣਗੇ ਤੇ ਫਿਰ ਸਟ੍ਰੈਸ ਆਪਣੇ ਆਪ ਖਤਮ ਹੋ ਜਾਏਗਾ। ਸਿਸਟਮ ਤੇ ਸਟ੍ਰੈਸ ਦੋਵੇਂ ਪੈਰਲਲ ਚੱਲਦੇ ਨੇ। ਸਿਸਟਮ ਤੇ ਸਟ੍ਰੈਸ ਦੋਵੇਂ ਪੈਰਲਲ ਚੱਲਦੇ ਨੇ। ਸਿਸਟਮ ਤੇ ਸਟ੍ਰੈਸ ਦੋਵੇਂ